ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਕਾਲੂ ਖਤਰੀ ਧਰ ਆਸਾ ਮਿਲਿਓ ਆਏ ਸ੍ਰੀ ਨਾਨਕ ਪਾਸਾ। ਦਇਆ ਕਰ ਜੋਰ ਬੰਦਨਾ ਠਾਨੀ ਬੈਠ ਸਮੀਪ ਭਨੀ ਪੁਨ ਬਾਨੀ। ਇਕ ਕਾਲੂ ਖਤਰੀ ਧਰ ਆਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦਿਆਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਬਹੁਤ ਹੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ, ਜੋ ਨਿਤਨੇਮ ਨਾਲ ਹੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਲਾਹਾ ਲੈਂਦੇ ਹੋ। ਗੁਰੂ ਸਾਹਿਬ ਜੀ ਕੀ ਧੁਰ ਕੀ ਬਾਣੀ ਸੋ ਦਰ ਰਹਿਰਾਸ ਸਾਹਿਬ ਦੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ। ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕੀਤੇ ਹਨ। ਇਸ ਦੇ ਨਾਲ ਹੀ ਜੋ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਹੈ ਉਹ ਆਪਾਂ ਲੜੀਵਾਰ ਰੂਪ ਵਿੱਚ ਪੜ੍ਹ ਸੁਣ ਰਹੇ ਹਾਂ। ਜਿਵੇਂ ਸੱਚੇ ਪਾਤਸ਼ਾਹ ਜੀ ਜਿਹੜੇ ਸਿੱਖ ਆ ਰਹੇ ਹੈ ਸ੍ਰੀ ਕਰਤਾਰਪੁਰ ਸਾਹਿਬ, ਉਹਨਾਂ ਦੇ ਜਿਹੜੇ ਉਹ ਸ਼ੰਕੇ ਕਰਦੇ ਹੈ, ਉਹਨਾਂ ਸ਼ੰਕਿਆਂ ਨੂੰ ਸਤਿਗੁਰੂ ਜੀ ਸ਼ੁਭ ਉਪਦੇਸ਼ ਦੇ ਕੇ ਨਿਵਰਤ ਕਰਦੇ ਹੈ। ਭਾਈ ਪਿਰਥਾ ਖੇਡਾ ਦਾ ਪ੍ਰਸੰਗ ਹੋਇਆ। ਭਾਈ ਪ੍ਰਿਥੀਮਲ ਸਹਿਗਲ, ਇਸੇ ਤਰ੍ਹਾਂ ਭਾਈ ਰਾਮਾ ਡਿੱਡੀ ਜਾਤ ਦਾ, ਇਹ ਵੀ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਏ ਅਤੇ ਗੁਰੂ ਸਾਹਿਬ ਜੀ ਦੇ ਨਾਲ ਇਹਨਾਂ ਨੇ ਸ਼ੁਭ ਉਪਦੇਸ਼ ਜਦੋਂ ਪੁੱਛਿਆ, ਗੁਰੂ ਸਾਹਿਬ ਜੀ ਨੇ ਪਹਿਲਾਂ ਤਮੋ ਗੁਣੀ ਤਪ ਬਾਰੇ ਦੱਸਿਆ
ਕਿ ਜਿਹੜੀਆਂ ਜਲ ਧਾਰਾਂ ਕਰਨੀਆਂ ਜਾਂ ਠੰਡ ਦੇ ਦਿਨਾਂ ਵਿੱਚ 100 ਘੜਾ ਠੰਡੇ ਪਾਣੀ ਦਾ ਸਿਰ ਵਿੱਚ ਪਵਾਉਣਾ, ਫਿਰ ਤਪ ਕਰਨਾ। ਜੇਠ ਹਾੜ ਦੇ ਮਹੀਨੇ 'ਚ ਧੁੱਪਾਂ ਨਾਲ ਅੱਗ ਦੀਆਂ ਧੂਣੀਆਂ ਦਿਖਾਉਣੀਆਂ, ਭੁੱਖੇ ਰਹਿਣਾ, ਨੰਗੇ ਰਹਿਣਾ, ਇਤਿਆਦਿਕ ਜਿਹੜੇ ਪੁੱਠੇ ਲਟਕਣਾ, ਬਾਹਾਂ ਤਾਂਹ ਨੂੰ ਕਰਕੇ ਸੁਕਾਈ ਲੈਣੀਆਂ, ਇੱਕ ਲੱਤ 'ਤੇ ਭਾਰ ਹੋ ਕੇ ਤਪ ਕਰਨਾ, ਬ੍ਰਿਸ਼ ਨਾਲ ਪੁੱਠੇ ਲੱਤ ਬੰਨ੍ਹ ਕੇ ਲਟਕ ਜਾਣਾ, ਇਤਿਆਦਿਕ ਜਿਹੜੇ ਤਾਮਸੀ ਤਪ ਵੀ ਕਰਨੇ ਬਹੁਤ ਔਖੇ ਹੈ। ਤੁਸੀਂ ਸਤੋ ਗੁਣੀ ਤਪ ਕਰੋ। ਗੁਰਬਾਣੀ ਪੜ੍ਹੋ। ਗੁਰਬਾਣੀ ਜਦੋਂ ਪੜ੍ਹਨੀ ਹੈ, ਫਿਰ ਗੁਰਬਾਣੀ ਜਦੋਂ ਸੁਣਨੀ ਹੈ, ਜਿਸ ਸਮੇਂ ਨਾਮ ਜਪਣਾ ਹੈ, ਉਸ ਵੇਲੇ ਮਨ ਨੂੰ ਕਦੀ ਆਲਸ ਨਹੀਂ ਆਉਣ ਦੇਣੀ। ਮਨ ਦੀ ਬਿਰਤੀ ਕਰਕੇ ਸੌਣਾ ਨਹੀਂ ਹੈ, ਆਲਸ ਨਹੀਂ ਕਰਨਾ। ਫਿਰ ਮਨ ਦੀ ਜੇ ਬਿਰਤੀ ਕਿਤੇ ਬਾਹਰ ਇੱਧਰ ਉੱਧਰ ਜਾਏ, ਗੁਰੂ ਕੀ ਬਾਣੀ ਸੁਣਦਿਆਂ, ਨਾਮ ਜਪਦਿਆਂ ਉਹਨੂੰ ਬਾਰ-ਬਾਰ ਰੋਕਣਾ ਹੈ, ਉਹਦੇ ਵਿੱਚ ਆਲਸ ਨਹੀਂ ਕਰਨਾ। ਇਵੇਂ ਗਿਆਨ ਇੰਦਰੀਆਂ, ਅੱਖਾਂ, ਕੰਨ, ਨੱਕ, ਹੱਥਾਂ ਆਦਿਕ ਨੂੰ, ਕਰਮ ਇੰਦਰੀਆਂ, ਗਿਆਨ ਇੰਦਰੀਆਂ ਨੂੰ ਵਸ ਸੰਕੋਚ ਕਰਕੇ ਮਨ ਦੀ ਇਕਾਗਰਤਾ ਕਰਕੇ ਨਾਮ ਜਪਣਾ ਹੈ, ਨਾਮ ਵਿੱਚ ਮਨ ਲਾਉਣਾ ਹੈ, ਜਿਸ ਕਰਕੇ ਸ਼ੁਭ ਗਤੀ ਪ੍ਰਾਪਤ ਹੋਏਗੀ। ਮਨ ਇਕਾਗਰ ਹੋ ਜਾਏਗਾ, ਬ੍ਰਹਮ ਗਿਆਨ ਆ ਜਾਏਗਾ। ਬ੍ਰਹਮ ਗਿਆਨ ਪ੍ਰਾਪਤ ਕਰਕੇ ਕੇਵਲ ਮੁਕਤੀ ਹੋ ਜਾਏਗੀ। ਇਸੇ ਤਰ੍ਹਾਂ ਭਾਈ ਮਾਲੋ ਮੰਗਾ, ਉਹ ਸਿੱਖ ਆਏ ਦੋ ਗੁਰੂ ਸਾਹਿਬ ਜੀ ਤੇ ਪਾਸ, ਉਹਨਾਂ ਵੀ ਇਹੀ ਬੇਨਤੀ ਕੀਤੀ ਸ਼ੁਭ ਉਪਦੇਸ਼ ਵਾਸਤੇ। ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਵੀ ਸਤੋ ਗੁਣੀ ਤਪ ਦਾ ਹੀ ਦੱਸਿਆ ਵੀ ਇਹੀ ਕਰੋ। 2 ਪ੍ਰਸ਼ਾਦੇ ਛਕ ਕੇ ਵੀ ਗੁਰੂ ਕੀ ਸੰਗਤ 'ਚ ਬੈਠਣਾ ਹੈ, ਨਾਮ ਜਦੋਂ ਜਪਣਾ ਹੈ, ਕਥਾ ਕੀਰਤਨ ਸੁਣਨਾ ਹੈ ਜਾਂ ਗੁਰਬਾਣੀ ਪੜ੍ਹਨੀ ਹੈ, ਮਨ ਨੂੰ ਅਤੇ ਇੰਦਰੀਆਂ ਨੂੰ ਸੰਕੋਚ ਕੇ ਬੜੇ ਪ੍ਰੇਮ ਭਾਵਨਾ ਨਾਲ ਪੜ੍ਹਨਾ। ਇੱਧਰ ਉੱਧਰ ਮਨ ਦੀ ਬਿਰਤੀ ਨਹੀਂ ਜਾਣ ਦੇਣੀ। ਇੰਦਰੀਆਂ ਕਰਕੇ ਇੱਧਰ ਉੱਧਰ ਖਿੰਡਣਾ ਪੁੰਡਣਾ ਨਹੀਂ ਹੈ। ਜਦੋਂ ਮਨ ਇਕਾਗਰ ਹੋ ਜਾਏਗਾ ਅਤੇ ਆਪਣੇ ਆਪ ਹੀ ਬ੍ਰਹਮ ਗਿਆਨ ਪ੍ਰਾਪਤ ਹੋਏਗਾ, ਸ਼ੁਭ ਗਤੀ ਹੋਏਗੀ। ਅਤੇ ਇਹ ਜਿਹੜਾ ਸਤੋਗੁਣੀ ਤਪ ਹੈ ਵੀ ਇਹਦੀ ਕਮਾਈ ਵੀ ਥੋੜ੍ਹੀ ਕਰਨੀ ਪੈਂਦੀ, ਫਲ ਬਹੁਤਾ ਹੈ। ਉੱਧਰ ਜੋ ਤਮੋਗੁਣੀ ਤਪ ਹੈ, ਭੁੱਖੇ ਨੰਗੇ ਰਹਿਣਾ, ਜਲ ਧਾਰਾਂ ਕਰਨੀਆਂ, ਕਠਿਨਾਈ ਵੀ ਜ਼ਿਆਦਾ, ਸਰੀਰ ਨੂੰ ਤਪਾਉਣਾ, ਉਹਦੀ ਮਿਹਨਤ ਕਮਾਈ ਮਸ਼ੱਕਤ ਜ਼ਿਆਦਾ ਪਰ ਫਲ ਥੋੜ੍ਹਾ ਹੈ। ਫਿਰ ਭਾਈ ਮਾਲੋ ਮੰਗੋ ਹੁਣੀ ਦੋਵੇਂ ਬੋਲੇ ਵੀ ਸਤਿਗੁਰੂ ਜੀ, ਰੀਤੀ ਦੇ ਅਸਲ ਵਿੱਚ ਇਹ ਵੀ ਜਿਹੜਾ ਕੋਈ ਜ਼ਿਆਦਾ ਮਿਹਨਤ ਕਰੇ ਉਹਦਾ ਜ਼ਿਆਦਾ ਹੀ ਫਲ ਹੁੰਦਾ ਹੈ, ਜੇ ਕੋਈ ਥੋੜ੍ਹੀ ਕਰੇ ਉਹਦਾ ਥੋੜ੍ਹਾ ਫਲ ਹੁੰਦਾ ਹੈ। ਇਹ ਆਪ ਜੀ ਨੇ ਤਾਂ ਉਲਟੀ ਰੀਤੀ ਕਹੀ ਇਸ ਗੱਲ ਵਿੱਚ। ਆਪ ਜੀ ਦੱਸੋ ਵੀ ਕਿਵੇਂ ਥੋੜ੍ਹੀ ਮਿਹਨਤ ਦਾ ਬਹੁਤਾ ਫਲ, ਬਹੁਤੀ ਮਿਹਨਤ ਦਾ ਥੋੜ੍ਹਾ ਫਲ ਹੈ। ਵੀ ਸੰਸਾਰ ਵਿੱਚ ਤਾਂ ਇਹੀ ਰੀਤੀ ਆ ਵੀ ਬਹੁਤਾ ਮਿਹਨਤ ਕਰਾਂਗੇ ਤਾਂ ਬਹੁਤਾ ਫਲ ਮਿਲਦਾ ਹੈ। ਗੁਰੂ ਸਾਹਿਬ ਜੀ ਨੇ ਦੱਸਿਆ ਵੀ ਵੇਖੋ ਭਾਈ ਮਾਲੋ ਮੰਗੋ, ਜਿਵੇਂ ਲੱਕੜਾਂ ਚੁਗਣ ਵਾਲਾ ਪੁਰਸ਼ ਜੰਗਲ ਵਿੱਚੋਂ ਲੱਕੜਾਂ ਚੁਗਦਾ ਰਹਿੰਦਾ, ਵਿਚਾਰਾ ਇਕੱਠੀਆਂ ਕਰਕੇ ਪੰਡ ਬੰਨ੍ਹ ਕੇ ਚੁੱਕ ਕੇ ਵੇਚਣ ਲਈ ਲਿਆਉਂਦਾ। ਅਗਲੇ ਪਾਸੇ ਜਿਹੜਾ ਖਰੀਦਣ ਵਾਲਾ, ਉਹਨੂੰ ਕੋਈ ਥਕਾਵਟ ਨਹੀਂ ਹੈ, ਉਹ ਸਿੱਧਾ ਹੀ ਰੇਟ ਕਰ ਲੈਂਦਾ ਅਤੇ ਲੱਕੜਾਂ ਰੱਖ ਲੈਂਦਾ, ਗਾਂਹ ਵੇਚੀ ਜਾਂਦਾ। ਜਿਹੜਾ ਇਕੱਠੀਆਂ ਕਰਕੇ ਲਿਆਉਂਦਾ ਉਹਦਾ ਕਿੰਨੀ ਉਹਨੂੰ ਥਕਾਵਟ ਹੁੰਦੀ, ਪਹਿਲਾਂ ਇਕੱਠੀਆਂ ਕਰਦਾ ਫਿਰ ਲਿਆਉਂਦਾ, ਮਹਾਂ ਉਹਦਾ ਗੁਜ਼ਾਰਾ ਹੀ ਹੁੰਦਾ ਹੈ। ਇਸੇ ਤਰ੍ਹਾਂ ਕੋਈ ਜਿਹੜਾ ਸੌਦਾ ਪੱਤਾ ਵੇਚਣ ਵਾਲਾ ਅਤੇ ਉਹਦਾ ਵੀ ਇਸੇ ਤਰ੍ਹਾਂ ਸੁਭਾਅ ਹੈ ਵੀ ਉਹ ਹੱਟੀ 'ਤੇ ਬੈਠਾ ਹੁੰਦਾ, ਉੱਥੇ ਬੈਠਾ ਬੈਠਾ ਹੀ ਜਿਹੜੀਆਂ ਚੀਜ਼ਾਂ ਦੇਈ ਜਾਂਦਾ ਅਤੇ ਪੈਸੇ ਕਮਾਈ ਜਾਂਦਾ, ਥਕਾਵਟ ਕੋਈ ਨਹੀਂ ਉਹਨੂੰ, ਅਤੇ ਸੁੱਖ ਨਾਲ ਪੈਸੇ ਵੀ ਕਮਾਈ ਜਾਂਦਾ ਹੈ। ਇਸੇ ਤਰ੍ਹਾਂ ਫਿਰ ਜਿਹੜੇ ਪੈਸੇ ਕੋਈ ਲੈਣ ਦੇਣ ਵਾਲੇ ਆ ਵੀ ਉਹਨਾਂ ਨੂੰ ਵੀ ਕੋਈ ਥਕਾਵਟ ਨਹੀਂ ਇੰਨੀ, ਉਹ ਪੈਸੇ ਦਾ ਦੇਣ ਲੈਣ ਕਰੀ ਜਾਂਦੇ ਆ, ਲਾਭ ਉਹਨਾਂ ਨੂੰ ਬਹੁਤਾ ਹੈ, ਥਕਾਵਟ ਮਿਹਨਤ ਥੋੜ੍ਹੀ ਹੈ। ਅਤੇ ਇਸੇ ਪ੍ਰਕਾਰ ਹੀ ਜਿਹੜੇ ਕੋਈ ਸੁਨਿਆਰੇ ਲੋਕ, ਰਤਨ ਜਵਾਹਰ ਵੇਚਣ ਵਾਲੇ, ਉਹ ਆਪਣੇ ਐਵੇਂ ਮਹਿਲਾਂ ਚੁਬਾਰਿਆਂ 'ਚ ਬੈਠੇ ਹੁੰਦੇ ਆ
ਉੱਥੇ ਗਾਹਕ ਵੀ ਆਪੇ ਆ ਜਾਂਦੇ ਆ, ਚੀਜ਼ਾਂ ਜਿਹੜੇ ਆ ਵੇਚਣ ਵਾਲੇ ਉਹ ਬੈਠੇ ਬੈਠੇ ਖਰੀਦ ਲੈਂਦੇ, ਬੈਠੇ ਬੈਠੇ ਵੇਚ ਦਿੰਦੇ ਆ। ਵੱਡੇ ਵੱਡੇ ਸ਼ਾਹੂਕਾਰ ਧਨਾੜ ਉਹਨਾਂ ਕੋਲ ਚੀਜ਼ਾਂ ਦੇ ਜਾਂਦੇ ਅਤੇ ਲੈ ਜਾਂਦੇ ਸੁਨਿਆਰਿਆਂ ਪਾਸੋਂ। ਐਵੇਂ ਉਹ ਸੁਨਿਆਰੇ ਨੂੰ ਕੋਈ ਸਰੀਰ ਕਰਕੇ ਕਸ਼ਟ ਨਹੀਂ, ਥਕਾਵਟ ਨਹੀਂ, ਬੈਠਾ ਰਹਿੰਦਾ ਉਹ ਆਪਣੇ ਆਰਾਮ ਨਾਲ। ਲੱਕੜਾਂ ਵਾਲਾ ਵਿਚਾਰਾ ਮਿਹਨਤ ਜ਼ਿਆਦਾ ਕਰਦਾ, ਫਲ ਥੋੜ੍ਹਾ ਹੈ। ਇਹ ਲੋਕ ਬੈਠੇ ਰਹਿੰਦੇ, ਫਲ ਬਹੁਤਾ। ਇਹ ਗੁਰੂ ਜੀ ਨੇ ਪ੍ਰਮਾਣ ਨਾਲ ਸਮਝਾਇਆ। ਇਸੇ ਤਰ੍ਹਾਂ ਜਿਹੜਾ ਸਤੋਗੁਣੀ ਤਪ ਹੈ, ਇਹਦੀ ਮਿਹਨਤ ਥੋੜ੍ਹੀ ਹੈ ਕਿ ਗੁਰੂ ਕੀ ਸੰਗਤ ਵਿੱਚ ਹੀ ਬੈਠਣਾ, ਦੋ ਪ੍ਰਸ਼ਾਦੇ ਛਕ ਕੇ ਗੁਰਬਾਣੀ ਪੜ੍ਹਨੀ ਸੁਣਨੀ, ਮਨ ਨੂੰ ਇਕਾਗਰ ਕਰਕੇ, ਅਤੇ ਜਿਹੜਾ ਵੱਡਾ ਵੱਡਾ ਇਹਨੂੰ ਫਲ ਮਿਲਦਾ, ਮਨੁੱਖ ਨੂੰ ਉਧਾਰ ਹੁੰਦਾ ਹੈ ਸਤ ਸੰਗਤ ਵਿੱਚ। ਉੱਧਰ ਜਿਹੜਾ ਵਿਚਾਰਾ ਕੋਈ ਠੰਡ ਵਿੱਚ ਮਰਦਾ ਹੈ, ਨੰਗਾ ਰਹਿੰਦਾ ਹੈ, ਭੁੱਖਾ ਰਹਿੰਦਾ ਹੈ, ਪੁੱਠਾ ਲਟਕਦਾ, ਕਿੰਨੀ ਖਿਆਈ ਹੈ, ਗਰਮੀ ਵਿੱਚ ਧੂਣੀਆਂ ਦਿਖਾਉਂਦਾ, ਉਹ ਕਸ਼ਟ ਵੀ ਜ਼ਿਆਦਾ ਸਰੀਰ ਨੂੰ ਅਤੇ ਫਲ ਵੀ ਥੋੜ੍ਹਾ। ਇਵੇਂ ਗੁਰੂ ਸਾਹਿਬ ਜੀ ਨੇ ਇਹਨੂੰ ਸ਼ੁਭ ਉਪਦੇਸ਼ ਦਿੱਤਾ। ਇਹਨਾਂ ਨੇ ਗੁਰਬਾਣੀ ਵਿੱਚ ਮਨ ਲਾਇਆ। ਫਿਰ ਤੇ ਗੁਰਬਾਣੀ ਪੜ੍ਹਿਆ ਕਰਨ, ਇੱਕ ਪੜ੍ਹਿਆ ਕਰੇ, ਇੱਕ ਸੁਣਿਆ ਕਰੇ, ਮਨ ਇਕਾਗਰ ਕਰਕੇ। ਇਹ ਦੋਵਾਂ ਦੀ ਰਸਨਾ 'ਤੇ ਇੰਨੀ ਮਿਠਾਸ ਵਸ ਗਈ ਗੁਰੂ ਕੇ ਸ਼ਬਦ ਦੀ। ਇਹ ਕੀਰਤਨ ਕਰਿਆ ਕਰਦੇ, ਜਦੋਂ ਸੁਣਨ ਵਾਲਿਆਂ ਦੇ ਬਹੁਤ ਅੰਦਰ ਪ੍ਰੇਮ ਜਾਗਦਾ, ਪ੍ਰੇਮਾ ਭਗਤੀ ਦਾ। ਜਿਸ ਕਰਕੇ ਜਦੋਂ ਇਹ ਦਰਸ਼ਨਾਂ ਵਾਸਤੇ ਸ੍ਰੀ ਕਰਤਾਰਪੁਰ ਸਾਹਿਬ ਆਉਂਦੇ, ਨਾਲ ਸੰਗਤ ਲਿਆਉਂਦੇ, ਉਹ ਵੀ ਸਾਰੇ ਗੁਰਬਾਣੀ ਦੇ ਸ਼ਬਦ ਪੜ੍ਹਦੇ। ਜਿਸ ਕਰਕੇ ਮੋਹ ਮਮਤਾ ਦੇ ਬੰਧਨਾਂ ਤੋਂ ਨਿਰਾਲੇ ਹੁੰਦੇ। ਆਪ ਵੀ ਇਹ ਹੋਏ, ਆਪ ਤਰੇ ਹੈ ਅਤੇ ਦੂਸਰਿਆਂ ਦਾ ਉਧਾਰ ਕੀਤਾ ਹੈ। ਐਵੇਂ ਰੱਬ ਦੇ ਪਿਆਰੇ ਹੁੰਦੇ ਹੈ, ਜਿਹੜੇ ਆਪ ਵੀ ਤਰਦੇ ਹੈ, ਦੂਜਿਆਂ ਨੂੰ ਵੀ ਤਾਰਦੇ ਹੈ। ਚੰਦਨ ਦੀ ਨਿਆਈ ਗੁਰਮੁਖ ਸੰਤ ਭਗਤ ਹੁੰਦੇ ਹੈ। ਜਿਵੇਂ ਚੰਦਨ ਦੇ ਨੇੜੇ ਜਿਹੜੇ ਬ੍ਰਿਸ਼ ਹੈ ਬੇਕੀਮਤੇ, ਜਿਨ੍ਹਾਂ ਦੀ ਕੋਈ ਕੀਮਤ ਨਹੀਂ ਪੈਂਦੀ, ਉਹਨਾਂ ਦੇ ਮੁੱਲ ਚੰਦਨ ਪਵਾ ਦਿੰਦਾ ਹੈ। ਇਵੇਂ ਰੱਬ ਦੇ ਪਿਆਰੇ ਜਿਹੜੇ ਗੁਰਮੁਖ ਨਾਮ ਜਪਣ ਵਾਲੇ ਹੈ, ਉਹ ਆਪ ਵੀ ਤਰਦੇ ਆ, ਹੋਰਾਂ ਨੂੰ ਵੀ ਤਾਰ ਦਿੰਦੇ ਆ। ਉਹ ਗਏ ਮੁਸਕਤ ਘਾਲ, ਜਿਨੀ ਨਾਮ ਧਿਆਇਆ ਗਏ ਮੁਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਿੰਨੇ ਨਾਲ ਛੁੱਟ ਕੇ ਚਲੇ ਜਾਂਦੇ ਆ। ਇਵੇਂ ਇਹਨਾਂ ਗੁਰਮੁਖ ਪਿਆਰਿਆਂ ਦੀ ਅਵਸਥਾ, ਇਹ ਵੀ ਸਾਰਿਆਂ ਨੂੰ ਇਹ ਉਪਦੇਸ਼ ਕਰਦੇ, ਭਾਈ ਇਕਾਗਰ ਮਨ ਕਰਕੇ, ਇੰਦਰੀਆਂ ਨੂੰ ਸੰਕੋਚ ਕਰਕੇ ਬਾਣੀ ਪੜ੍ਹੋ, ਸੁਣੋ, ਤੁਹਾਡਾ ਉਧਾਰ ਹੋਏਗਾ। ਇਸੇ ਰਾਏ ਪੈ ਕੇ ਕਈਆਂ ਦਾ ਉਧਾਰ ਕੀਤਾ। ਅੱਗੇ ਜਿਵੇਂ ਇੱਕ ਸਿੱਖ ਗੁਰੂ ਸਾਹਿਬ ਜੀ ਦੀ ਸ਼ਰਨੀ ਹੋਰ ਆਇਆ, ਉਹਦਾ ਪ੍ਰਸੰਗ ਅੱਜ ਆ ਰਿਹਾ ਹੈ। ਜਿਵੇਂ ਵੀ ਕਥਾ ਵਿਚਾਰ ਆਉਂਦੀ ਹੈ, ਆਓ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਕਾਲੋ ਖਤਰੀ ਧਰ ਆਸਾ। ਜਿਵੇਂ ਭਾਈ ਗੁਰਦਾਸ ਜੀ ਲਿਖਦੇ ਹੈ, ਸਨਮੁਖ ਕਾਲੂ ਆਸ ਧਾਰ, ਗੁਰਬਾਣੀ ਦਰਗਹਿ ਸਾਬਾਸੀ। ਵੀ ਭਾਈ ਕਾਲੂ ਜੀ ਹੋਏ ਆ, ਜੋ ਗੁਰੂ ਜੀ ਦੇ ਸਨਮੁਖ ਹੋਇਆ, ਵੱਡੀ ਆਸ ਧਾਰ ਕੇ ਦਰਸ਼ਨਾਂ ਦੀ ਆਇਆ, ਅਤੇ ਗੁਰਬਾਣੀ ਦਾ ਇਹ ਬਹੁਤ ਅਭਿਆਸੀ ਹੋਇਆ, ਜਿਸ ਕਰਕੇ ਸੱਚੀ ਦਰਗਾਹ ਵਿੱਚ ਸ਼ਾਬਾਸ਼ ਸ਼ਾਬਾਸ਼ ਹੋਈ, ਮੁੱਖ ਉਜਲਾ ਹੋਇਆ। ਇਵੇਂ ਭਾਈ ਕਾਲੂ ਜੀ ਇੱਕ ਖੱਤਰੀ ਜਾਤ ਦਾ ਗੁਰੂ ਸਾਹਿਬ ਜੀ ਦਰਸ਼ਨਾਂ ਦੀ ਆਸਾ ਧਰ ਕੇ ਮਿਲਿਓ ਆਏ ਸ੍ਰੀ ਨਾਨਕ ਪਾਸਾ। ਗੁਰੂ ਨਾਨਕ ਸਾਹਿਬ ਜੀ ਦੇ ਕੋਲ ਇਹ ਸ੍ਰੀ ਕਰਤਾਰਪੁਰ ਸਾਹਿਬ ਆ ਮਿਲਿਆ ਹੈ। ਕਰ ਜੋਰ ਬੰਦਨਾ ਠਾਨੀ। ਦੋਵੇਂ ਹੱਥ ਜੋੜ ਕੇ ਇਹਨੇ ਫਿਰ
ਗੁਰੂ ਸਾਹਿਬ ਜੀ ਨੂੰ ਮੱਥਾ ਟੇਕਣਾ ਕੀਤਾ। ਬੈਠ ਸਮੀਪ ਭਨੀ ਪਨ ਬਾਣੀ। ਗੁਰੂ ਸਾਹਿਬ ਜੀ ਦੇ ਕੋਲ ਜੇ ਨੇੜੇ ਜੇ ਹੋ ਕੇ ਬੈਠ ਗਿਆ ਹੈ, ਕੋਲ ਬੈਠ ਕੇ ਫਿਰ ਇਹਨੇ ਬਾਣੀ ਬਚਨ ਕਿਹਾ। ਸਨਮੁਖ ਮਨਮੁਖ ਲੱਛਣ ਜੇ। ਗੁਰੂ ਸਾਹਿਬ ਜੀ ਇਹ ਸਨਮੁਖ ਜੋ ਹੁੰਦੇ ਹੈ ਗੁਰੂ ਦੇ, ਭਾਵ ਗੁਰਮੁਖ ਕਹਿ ਲਓ, ਸਨਮੁਖ ਕਹਿ ਲਓ, ਗੁਰਮਤਿ ਦੇ ਧਾਰਨੀ ਕਹਿ ਲਓ। ਸਨਮੁਖ ਦੇ ਜਿਹੜੇ ਸਨਮੁਖ ਹੁੰਦੇ ਹੈ ਅਤੇ ਉਹਨਾਂ ਦੇ ਕੀ ਲੱਛਣ ਹੈ, ਕੀ ਚਿੰਨ੍ਹ ਨਿਸ਼ਾਨੀਆਂ ਵੀ ਸਨਮੁਖ ਕਿਹਨੂੰ ਕਿਹਾ ਜਾਂਦਾ। ਮਨਮੁਖ ਦੇ ਲੱਛਣ ਚਿੰਨ੍ਹ ਨਿਸ਼ਾਨੀਆਂ ਕੀ ਹਨ। ਕਰਨਾ ਕਰਹੁ ਚਾਰਹੁ ਤੇ। ਆਪ ਸਤਿਗੁਰ ਜੀ ਮਨਮੁਖ ਤੇ ਸਨਮੁਖ ਦੇ ਲੱਛਣ ਜਿਹੜੇ ਹੈ ਮਿਹਰ ਕਰਕੇ, ਦਇਆ ਕਿਰਪਾ ਕਰਕੇ ਚਾਰ ਕੇ ਦੱਸੋ ਜੀ ਵੀ ਕੀ ਲੱਛਣ ਹੁੰਦੇ ਇਹਨਾਂ ਦੋਨਾਂ ਵਿੱਚ। ਸੁਨ ਕਾ ਸ੍ਰੀ ਗੁਰ ਗਿਰਾ ਅਲਾਈ। ਸੁਣ ਕੇ ਭਾਈ ਕਾਲੂ ਤੋਂ ਗੁਰੂ ਸਾਹਿਬ ਜੀ ਨੇ ਬਚਨ ਕਿਹਾ। ਕਲ ਮਲ ਤੇ ਜਿਨ ਕੰਡ ਫਿਰਾਈ। ਲੈ ਵੀ ਭਾਈ ਸੁਣ ਕਾਲੂ, ਸਨਮੁਖ ਦੇ ਲੱਛਣ। ਪਹਿਲਾ ਲੱਛਣ ਤੇ ਸਨਮੁਖ ਦਾ ਇਹ ਹੁੰਦਾ ਹੈ ਜਿਸ ਨੇ ਆਪਣਾ ਕੰਡ ਕਹੀਏ ਪਿੱਠ ਪਾਪਾਂ ਵੱਲੋਂ ਫੇਰ ਦਿੱਤੀ ਹੈ। ਜਿਨ੍ਹਾਂ ਨੇ ਆਪਣੀ ਪਿੱਠ ਪਾਪਾਂ ਵੱਲ ਕਰ ਦਿੱਤੀ ਹੈ, ਭਾਵ ਪਾਪ ਨਹੀਂ ਜਿਹੜੇ ਕਰਦੇ, ਉੱਧਰੋਂ ਪਿੱਛਾ ਕਰ ਦਿੱਤਾ ਪਾਪਾਂ ਵੱਲ ਨੂੰ। ਸੁਕ੍ਰਿਤ ਸਾ ਮੋਹਿ ਸਾਖੀ ਬ੍ਰਿਤ ਕੋ। ਤੇ ਹਮੇਸ਼ਾ ਸ੍ਰੇਸ਼ਟ ਕਿਰਤਾਂ ਕਮਾਈਆਂ, ਸ਼ੁਭ ਕਰਮ ਜਿਹੜੇ ਪੁੰਨ ਕਰਮ ਹੈ ਉਹਨਾਂ ਵਿੱਚ ਜੋ ਸਾਹਮਣੇ ਹੁੰਦਾ ਹੈ। ਤੇ ਸਾਖੀ ਬ੍ਰਿਤ ਕੋ, ਤੇ ਮਨ ਦੀ ਬਿਰਤੀ ਦਾ ਜੋ ਸਾਖੀ ਸਦਾ ਹੀ ਜਾਣਕਾਰ ਰਹਿੰਦਾ ਹੈ। ਵੀ ਮਨ ਦੀ ਬਿਰਤੀ ਦਾ ਜਾਣਕਾਰ ਰਹਿਣਾ ਵੀ ਮੇਰੇ ਮਨ ਦੀ ਬਿਰਤੀ ਕਿੱਥੇ ਗਈ ਹੈ ਇਸ ਵਕਤ ਮੇਰਾ ਮਨ ਟਿਕਿਆ ਹੈ ਜਾਂ ਕਿਤੇ ਬਾਹਰ ਤੁਰਿਆ ਫਿਰਦਾ ਹੈ। ਜਿਹੜਾ ਆਪਣੇ ਮਨ ਦੀ ਬਿਰਤੀ ਦਾ ਸਾਖੀ ਹੋ ਕੇ ਰਹਿੰਦਾ ਹੈ, ਉਹ ਮਨ ਦੀ ਬਿਰਤੀ ਦਾ ਸਾਖੀ ਕੌਣ ਹੈ? ਉਹ ਆਪਣਾ ਸਵੈ ਸਰੂਪ ਹੈ, ਆਤਮ ਸਰੂਪ। ਜਿਹਦੇ ਕਰਕੇ ਅਸੀਂ ਇਹ ਗੱਲ ਕਹਿ ਦਿੰਦੇ ਹਾਂ ਵੀ ਮੇਰਾ ਮਨ ਨਹੀਂ ਜੀ ਮੰਨਦਾ, ਭਾਵ ਜਿਹੜਾ ਮਨ ਤੋਂ ਵੀ ਉੱਤੇ ਇੱਕ ਬੈਠਾ ਉਹਨੂੰ ਕਹੀਦਾ ਆਤਮ ਸਰੂਪ, ਆਤਮਾ। ਉਹਦੀ ਸੱਤਾ ਕਰਕੇ ਮਨ ਹਰਕਤ ਕਰਦਾ। ਇਵੇਂ ਜਿਹਦਾ ਸਾਖੀ ਆਪਣੀ ਮਨ ਦੀ ਬਿਰਤੀ ਦਾ ਜਾਣਕਾਰ ਰਹਿੰਦਾ ਵੀ ਮੇਰਾ ਮਨ ਕਿੱਥੇ ਹੈ। ਆ ਕਿਸੇ ਵੇਲੇ ਇਵੇਂ ਹੁੰਦਾ ਵੀ ਗੁਰੂ ਕੀ ਸੰਗਤ ਦੇ ਵਿੱਚ ਬੈਠਿਆਂ ਵੀ ਉਹ ਸਾਰੀ ਕਥਾ ਕੀਰਤਨ ਨੰਗ ਨੁੰਗ ਜਾਂਦਾ ਅਤੇ ਪਤਾ ਕੱਖ ਨਹੀਂ ਹੁੰਦਾ ਕਿਹੜਾ ਸ਼ਬਦ ਸੀ, ਕਿਹੜੀ ਗੱਲਬਾਤ ਸੀ। ਜਾਂ ਕਿਤੇ ਪਾਠ ਕਰਦੇ ਹੋਈਏ ਸਾਰਾ ਨਿਤਨੇਮ ਹੋ ਜਾਂਦਾ, ਪਤਾ ਨਹੀਂ ਲੱਗਦਾ ਕਿਹੜੇ ਅੱਖਰ ਕਿਦੋਂ ਪੜ੍ਹੇ। ਇਹ ਮਨ ਦੀ ਬਿਰਤੀ ਖੰਡਣ ਦੀ ਗੱਲ ਹੈ। ਅਤੇ ਜੇ ਹੋਵੇ ਬਿਰਤੀ ਦਾ ਸਾਖੀ ਜਾਣਕਾਰ, ਉਸੇ ਵੇਲੇ ਪਤਾ ਲੱਗ ਜਾਊ ਵੀ ਮੈਂ ਐਵੇਂ ਵਿਸਰ ਗਿਆ, ਮੈਂ ਇੱਥੇ ਆ ਕੇ ਉੱਧਰ ਖਿਆਲ ਚਲਾ ਗਿਆ ਸੀ ਦੁਬਾਰਾ ਪੜ੍ਹਨਾ। ਇਵੇਂ ਜਿਹੜਾ ਬਿਰਤੀ ਦਾ, ਮਨ ਦੀ ਬਿਰਤੀ ਦਾ ਸਾਖੀ ਜਾਣਕਾਰ ਰਹੇ ਅਤੇ ਪੁੰਨਾਂ ਕਰਮਾਂ ਦੇ ਹਮੇਸ਼ਾ ਸਾਹਮਣੇ ਹੋ ਕੇ ਰਹੇ। ਸ਼ੁਭ ਕਰਮਾਂ ਨੂੰ ਪਿੱਠ ਨਾ ਜੋ ਦੇਵੇ, ਉਹ ਹੁੰਦਾ ਹੈ ਸਨਮੁਖ। ਸੁਨਹਿ ਸ਼ਬਦ ਗੁਰ ਥਿਤ ਕਰ ਚਿਤ ਕੋ। ਫਿਰ ਚਿੱਤ ਨੂੰ ਕਹਿ ਲਓ, ਹਿਰਦੇ ਨੂੰ ਕਹਿ ਲਓ, ਮਨ ਨੂੰ ਕਹਿ ਲਓ, ਇੱਕ ਗੱਲ ਹੈ। ਅਤੇ ਚਿੱਤ ਮਨ ਹਿਰਦੇ ਨੂੰ ਹਮੇਸ਼ਾ ਹੀ ਗੁਰੂ ਦੇ ਸ਼ਬਦ ਵਿੱਚ ਸਥਿਤ ਕਰਕੇ ਟਿਕਾ ਕਰਕੇ ਜੋ ਸੁਣੇ ਉਹ ਹੁੰਦਾ ਹੈ ਸਨਮੁਖ। ਲੱਛਣ ਚਤਰ ਅਪਰ ਹੈ ਜੋ। ਇਹ ਚਾਰ ਲੱਛਣ, ਇੱਕ ਤੇ ਇਹ ਵੀ ਜਿਨ੍ਹਾਂ ਨੇ ਪਾਪਾਂ ਵੱਲੋਂ ਆਪਣੀ ਕੰਡ ਕਰ ਦਿੱਤਾ ਹੈ, ਪਿੱਠ ਕਰ ਦਿੱਤੀ ਪਾਪਾਂ ਵੱਲ ਨੂੰ, ਪਾਪ ਵੱਲ ਜਾਂਦੇ ਤੱਕ ਨਹੀਂ ਹੈ। ਅਤੇ ਸ੍ਰੇਸ਼ਟ ਜਿਹੜੇ ਕਰਮ ਹੈ, ਸ਼ੁਭ ਕਰਮ, ਪੁੰਨ ਆਤਮਾ ਵਾਲੇ ਕਰਮ, ਪੁੰਨਾ ਕਰਮ, ਅਤੇ ਉਹਨਾਂ ਵੱਲ ਜੋ ਸਾਹਮਣੇ ਹਮੇਸ਼ਾ ਰਹਿੰਦੇ ਹੈ। ਜਿਹੜਾ ਉੱਧਰ ਸਾਹਮਣੇ ਰਵੇ, ਪਾਪਾਂ ਵੱਲ ਪਿੱਠ ਕਰਕੇ ਆ ਦੋ। ਅਤੇ ਸਾਖੀ ਬ੍ਰਿਤ ਕੋ, ਜਿਹੜਾ ਆਪਣੀ ਮਨ ਦੀ ਬਿਰਤੀ ਦਾ ਜਾਣਕਾਰ ਰਹਿੰਦਾ ਵੀ ਮੇਰਾ ਮਨ ਟਿਕਿਆ ਹੈ ਜਾਂ ਮੇਰਾ ਮਨ ਕਿਸੇ ਪਾਸੇ ਗਿਆ, ਕਥਾ ਕੀਰਤਨ 'ਚ ਹੈਗਾ ਜਾਂ ਬਾਹਰ ਤੁਰਿਆ ਫਿਰਦਾ ਹੈ। ਤੀਸਰਾ ਅਤੇ ਚੌਥਾ ਵੀ ਜੋ ਗੁਰੂ ਕੇ ਸ਼ਬਦ ਨੂੰ, ਇਹ ਮਨ ਨੂੰ, ਆਪਣੇ ਚਿੱਤ ਨੂੰ ਸਥਿਤ ਕਰਕੇ ਸੁਣਦੇ ਹੈ। ਇਹ ਚਾਰ ਲੱਛਣ ਹੈ ਸਨਮੁਖ ਵਿੱਚ। ਫਿਰ ਲੱਛਣ ਚਤਰ ਅਪਰ ਹੈ ਜੋ ਇਹ।
ਹੋਰ ਵੀ ਜਿਹੜੇ 4 ਲੱਛਣ ਹੈ ਸਨਮੁਖ ਦੇ ਉਹ ਵੀ ਸੁਣ ਲਓ। ਸੁਨਹਾ ਪ੍ਰੀਤ ਕਰ ਉਚਰਾ ਸੋਏ। ਗੁਰੂ ਸਾਹਿਬ ਜੀ ਕਹਿੰਦੇ ਵੀ ਉਹ ਵੀ ਅਸੀਂ ਉਚਾਰ ਕੇ ਸੁਣਾਉਂਦੇ ਹਾਂ, ਕਹਿੰਦੇ ਹਾਂ। ਭਾਈ ਕਾਲੂ ਉਹ ਵੀ ਬੜੇ ਧਿਆਨ ਨਾਲ ਕੰਨਾਂ ਵਿੱਚ ਪ੍ਰੀਤੀ ਨਾਲ ਸੁਣੋ। ਦੋਹਰਾ ਮੈਂ ਤ੍ਰੀय ਕਰਨਾ ਦ્વੈ ਲਖੋ। ਪਹਿਲਾ ਕੀ ਹੈ ਕਿ ਮੈਤਰੀ ਭਾਵ ਸਭ ਨਾਲ ਮਿੱਤਰਤਾ ਕਰਨੀ, ਸਭ ਨਾਲ ਚੰਗਾ ਭਾਵ ਰੱਖਣਾ, ਚੰਗਾ ਸੁਭਾਅ ਰੱਖਣਾ। ਇੱਕ ਤੇ ਇਹ ਹੈ ਸਨਮੁਖ ਦਾ ਗੁਣ। ਦੂਸਰਾ ਕਰੁਣਾ ਦ્વੈ ਲਖੋ। ਦੂਜਾ ਜਿਹੜਾ ਹੈ ਲੱਛਣ ਸਭ 'ਤੇ ਕਿਰਪਾ ਕਰਨੀ, ਤਰਸ ਕਰਨਾ, ਕਿਰਪਾਲਤਾ ਕਰਨੀ। ਦੂਸਰੇ ਦਾ ਦੁੱਖ ਦੇ ਕੇ ਜਿਹੜਾ ਦਰਦ ਪੈਦਾ ਹੋ ਜਾਣਾ, ਫਿਰ ਵੀ ਇਹਦਾ ਦੁੱਖ ਦੂਰ ਕਰਨ ਦਾ ਜਿਹੜਾ ਉਦਮ ਕਰਾਂ, ਮੈਂ ਇਹਨੂੰ ਕਿਸੇ ਤਰ੍ਹਾਂ ਨੂੰ ਸਹਾਇਤਾ ਦੇਵਾਂ। ਇਹ ਦੂਸਰਾ ਲੱਛਣ ਹੈ ਕਰਨਾ, ਕਿਰਪਾਲਤਾ ਕਰਨੀ, ਦਇਆ ਤਰਸ ਕਰਨਾ। ਮਦਤਾ ਤੀਜੀ ਜਾਨ। ਤੀਸਰੀ ਹੈ ਹਮੇਸ਼ਾ ਖੁਸ਼ੀ ਖੁਸ਼ੀ ਰਹਿਣਾ, ਖੁਸ਼ ਰਹਿਣਾ, ਮਹਾਤਮਾ ਜਨਾਂ ਨੂੰ ਵੇਖ ਕੇ ਖੁਸ਼ ਪ੍ਰਸੰਨ ਰਹਿਣਾ। ਉਂਝ ਵੀ ਹਰ ਵੇਲੇ ਮੁਦਤਾ ਕਹੀਏ ਖੁਸ਼ ਹੀ ਰਹਿਣਾ। ਚਤੁਰ ਉਪੇਖਿਆ ਜਿਸ ਬਿਖਾ। ਚਤੁਰ ਉਪੇਖਿਆ। ਚੌਥਾ ਹੈ ਲੱਛਣ ਉਪੇਖਿਆ, ਜਿਹੜਾ ਚਿੱਤ ਦਾ ਪਰੇ ਹਟਣਾ, ਪਰੇ ਹਟ ਕੇ ਰਹਿਣਾ ਰਾਗ ਦਵੈਸ ਤੋਂ। ਵੀ ਇਹ ਨਹੀਂ ਕਿ ਜਿਹਨੇ ਕੋਈ ਸਾਡੀ ਆਪਣੀ ਗੱਲ ਮੰਨ ਮੁੰਨ ਲਈ ਅਤੇ ਉਹਦੇ ਨਾਲ ਪ੍ਰੇਮ, ਜਿਹਨੇ ਨਾ ਮੰਨੀ ਉਹਨਾਂ ਦਵੈਸ਼ ਈਰਖਾ ਕਰ ਲੈਣੀ। ਚੌਥਾ ਇਹ ਵੀ ਉਪੇਖਿਆ, ਪਰੇ ਹਟ ਕੇ ਰਹਿਣਾ। ਇਹ ਚੌਥਾ ਲੱਛਣ ਹੈ ਸਨਮੁਖ ਦਾ, ਰਾਗ ਦਵੈਸ਼ ਤੋਂ। ਨਾ ਕਿਸੇ ਨਾਲ ਬਹੁਤਾ ਪ੍ਰੇਮ, ਨਾ ਜਿਹੜਾ ਕੋਈ ਮੰਨੇ ਨਾ ਉਹਦੇ ਨਾਲ ਈਰਖਾ। ਇਹਨਾਂ ਦੋਵਾਂ ਤੋਂ ਹੀ ਚਿੱਤ ਦਾ ਪਰੇ ਰਹਿਣਾ। ਉਪੇਖਿਆ ਕਹਿ ਲਓ, ਚਿੱਤ ਦਾ ਪਰੇ ਕਹਿਣਾ ਕਹਿ ਲਓ, ਜਾਂ ਰਾਗ ਦਵੇਸ਼ ਤੋਂ ਪਰੇ ਹਟਣਾ ਕਹਿ ਲਓ। ਇਹ ਚੌਥਾ ਜਿਹੜਾ ਲੱਛਣ ਹੈ ਸਨਮੁਖ ਸੇ ਪਹਿਚਾਨ। ਜਿਹਦੇ ਵਿੱਚ ਇਹ 4 ਲੱਛਣ ਹੈ ਭਾਈ ਕਾਲੂ, ਉਹਨੂੰ ਸਨਮੁਖ ਪੁਰਸ਼ ਪਹਿਚਾਨ ਲਈਏ, ਜਾਣ ਲਈਏ। ਚੌਪਈ ਕਾਲੂ ਕਹਿਓ ਨਾ ਜਾਣਿਓ ਜਾਈ। ਉਸ ਵੇਲੇ ਭਾਈ ਕਾਲੂ ਕਹਿਣ ਲੱਗਾ, ਮਹਾਰਾਜ ਕੁਝ ਜਾਣਿਆ ਨਹੀਂ ਜਾਂਦਾ, ਕੁਝ ਸਮਝਿਆ ਨਹੀਂ ਜਾਂਦਾ। ਅਰਥ ਖੋਲ ਦੀਜਾ ਸਮਝਾਈ। ਇਹ ਜੋ ਤੁਸਾਂ ਨੇ ਉੱਪਰ ਕਹੇ ਕਰੁਣਾ, ਮੁਦਤਾ, ਮੈਤਰੀ, ਉਪੇਖਿਆ, ਵੀ ਇਹਨਾਂ ਦੇ ਅਰਥ ਕੀ ਹੈ ਆਪ ਜੀ ਸਮਝਾ ਦਈਏ ਚੰਗੀ ਤਰ੍ਹਾਂ, ਖੋਲ੍ਹ ਕੇ ਵਿਸਥਾਰ ਨਾਲ ਇਹਨਾਂ ਦੇ ਮਾਇਨੇ ਸਮਝਾ ਦਈਏ। ਸੁਣ ਸ੍ਰੀ ਮੁਖ ਸੋ ਬਚਨ ਲਾਇਆ। ਸੁਣ ਕੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ, ਮੈਤਰੀ ਅਰਥ ਮੀਤ ਸਮਦਾਇਆ। ਸੁਣ ਵੀ ਭਾਈ ਕਾਲੂ, ਮੈਤਰੀ ਦਾ ਅਰਥ ਹੈ, ਮਾਇਨਾ ਹੈ ਜਿਹੜਾ ਸਾਰਿਆਂ ਨੂੰ ਮਿੱਤਰ ਸਮਾਨ ਸਮਝਣਾ, ਸਾਰਿਆਂ ਨੂੰ ਸੱਜਣ ਮਿੱਤਰ ਹੀ ਜਾਣਨਾ। ਪਿਖਾ ਸੁਖੀ ਕਿਹ ਨਿਜ ਸੁਖ ਜਾਨਾ। ਫਿਰ ਹਮੇਸ਼ਾ ਵੀ ਕਿਸੇ ਨੂੰ ਸੁਖੀ ਵੇਖ ਕੇ ਹਮੇਸ਼ਾ ਆਪਣੇ ਆਪ ਨੂੰ ਸੁਖੀ ਜਾਣੇ ਸਮਝੇ। ਪਰ ਸੁਖ ਦੇਖ ਨਾ ਈਰਖਾ ਠਾਨ ਹੈ। ਪਰਾਏ ਨੂੰ ਸੁਖੀ ਵੇਖ ਕੇ ਈਰਖਾ ਨਾ ਕਰੇ। ਇਹ ਵੀ ਇੱਦਾਂ ਕਰੇ ਵੀ ਦੂਜੇ ਦੇ, ਜੇ ਕਿਸੇ ਦਾ ਸੁੱਖ ਵੇਖ ਕੇ ਵੀ ਬੜਾ ਸੁਖੀ ਹੈ, ਉਹਨੂੰ ਸੁਖੀ ਵੇਖ ਕੇ ਆਪਣੇ ਵਿੱਚ ਸੁੱਖ ਜਾਣੇ, ਖੁਸ਼ ਹੋਵੇ। ਚਲੋ ਮਹਾਰਾਜ ਕਿਰਪਾ, ਇਹਨੂੰ ਤੁਸੀਂ ਸੁਖੀ ਕੀਤਾ, ਇਵੇਂ ਸਮਝੇ ਜਾਣੇ। ਅਤੇ ਪਰਾਏ ਦੇ ਸੁੱਖ ਨੂੰ ਦੇਖ ਕੇ ਕਦੀ ਈਰਖਾ ਨਾ ਕਰੇ, ਸੜੀ ਮੱਚੀ ਨਾ ਜਾਏ, ਬਲਦਾ ਹੀ ਨਾ ਰਹੇ। ਵਿਦਿਆ ਕਿਦਾਂ ਦਰਬ ਨਿਜ ਪਾਸਾ। ਫਿਰ ਵੀ ਆਪਣੇ ਪਾਸ ਵਿਦਿਆ ਹੋਣੀ, ਬ੍ਰਹਮ ਵਿਦਿਆ ਬੜੀ ਪੜ੍ਹੇ ਹੋਣਾ, ਜਾਂ ਆਪਣੇ ਪਾਸ ਕੋਲ ਧਨ ਬਹੁਤਾ ਹੋਣਾ। ਤਿਹ ਸੋ ਪਰ ਕੋ ਦੇ ਸੁਖ ਰਾਸਾ। ਆਪਣੇ ਕੋਲ ਵਿਦਿਆ ਪੜ੍ਹੀ ਹੋਵੇ, ਜਾਂ ਵੀ ਬਹੁਤ ਗਿਆਨੀ ਹੋਵੇ, ਸੋਹਣਾ ਪੜ੍ਹਿਆ ਲਿਖਿਆ ਹੋਵੇ, ਅਤੇ ਜਾਂ ਆਪਣੇ ਕੋਲ ਧਨ ਬਹੁਤਾ ਹੋਵੇ, ਉਹਦੇ ਨਾਲ ਕਹਿੰਦੇ ਪਰਾਏ ਦੂਜੇ ਨੂੰ ਬਹੁਤਾ ਸੁੱਖ ਦੇਵੇ। ਜਿੰਨੀ ਸ਼ਮਤਾ, ਵੱਧ ਤੋਂ ਵੱਧ ਕੋਸ਼ਿਸ਼ ਕਰੇ ਵੀ ਮੈਨੂੰ ਪੜ੍ਹਾ ਹੀ ਦੇਣਾ ਹੈ, ਵੱਧ ਤੋਂ ਵੱਧ ਕੋਸ਼ਿਸ਼ ਕਰੇ ਵੀ ਜੇ ਮੇਰੇ ਕੋਲ ਪੈਸੇ ਹੈਗੇ, ਇਹਨੂੰ ਮਦਦ ਦੇ ਕੇ ਮੈਂ ਸੁੱਖ ਦੇਣਾ ਹੈ। ਦੋਹਰਾ ਕਰਤ ਭਲਾਈ ਮੀਤ ਸੋ। ਜਿਵੇਂ ਵੀ ਭਾਈ ਆ ਮਿੱਤਰ ਨਾਲ ਕੋਈ
ਭਲਾਈ ਕਰਦਾ, ਚੰਗਿਆਈ ਕਰਦਾ, ਆਪਣਾ ਸੱਜਣ ਸਮਝ ਕੇ। ਤਿਉ ਕੀਜੈ ਸਭ ਸੰਗ, ਭਾਈ ਕਾਲੂ ਤਿਵੇਂ ਹੀ ਸਾਰਿਆਂ ਦੇ ਨਾਲ ਹੀ ਆਪਣੇ ਮਿੱਤਰ ਹੀ ਸਾਰਿਆਂ ਨੂੰ ਸਮਝ ਕੇ ਆ ਭਲਾਈ ਕਰੀਏ, ਨੇਕੀ ਚੰਗਿਆਈ ਹਮੇਸ਼ਾ ਕਰੀਏ, ਜੋ ਗੁਣ ਹੈ ਉਹਨੂੰ ਦੇ ਦਈਏ। ਜੇ ਮਾਇਆ ਤੇ ਮਾਇਆ ਨਾਲ ਮਦਦ ਕਰ ਦਈਏ ਅਗਲੇ ਦੀ। ਮੈਤਰੀ ਕੇ ਲੱਛਣ ਹੈ, ਇਹ ਮਿੱਤਰਤਾ ਦੇ ਲੱਛਣ ਹੈ। ਸਭ ਨਾਲ ਜਿਹੜਾ ਇਸ ਤਰ੍ਹਾਂ ਵਰਤਣਾ ਨਾ, ਇਹਨੂੰ ਮਿੱਤਰਤਾ ਦੇ ਲੱਛਣ, ਚਿੰਨ੍ਹ, ਨਿਸ਼ਾਨੀਆਂ ਕਿਹਾ ਜਾਂਦਾ ਹੈ। ਕਰਾ ਨਾ ਕਿਹ ਮਨ ਭੰਗ, ਕਦੇ ਵੀ ਕਿਸੇ ਦਾ ਮਨ ਭੰਗ, ਉਦਾਸ, ਉਪਰਾਮ ਨਾਸ ਨਾ ਕਰੇ, ਜਾਂ ਕਿਸੇ ਦੇ ਨਾਲ ਵੀ ਵਿਆਰ ਵਿਰੋਧ ਕਰੇ ਨਾ ਕਦੀ। ਚੌਪਈ ਨਿਜ ਤੇ ਵਿਦਿਆ ਕਾ ਧਨ ਮਾਹੀ। ਹੁਣ ਦੂਸਰਾ ਲੱਛਣ ਦੱਸ ਰਹੇ ਹੈ ਵੀ ਸਤਿਗੁਰੂ ਕਹਿ ਰਹੇ ਮਹਾਰਾਜ ਕਿ ਫਿਰ ਆਪਣੇ ਤੋਂ ਜੇ ਵਿਦਿਆ ਵਿੱਚ ਅਗਲਾ ਮਹਾਨ ਹੋਵੇ, ਜ਼ਿਆਦੀ ਵਿਦਿਆ ਪੜ੍ਹਿਆ, ਚੰਗਾ ਪੜ੍ਹਿਆ ਲਿਖਿਆ ਹੋਵੇ, ਜਾਂ ਵੀ ਧਨ ਵਿੱਚ ਕਾ ਬਲ ਦਿਖਾ ਕੇ ਮਤ ਲਗ ਆਹੀ। ਐਵੇਂ ਨਿਜ ਤੇ ਵਿਦਿਆ, ਆਪਣੇ ਤੋਂ ਵਿਦਿਆ ਘੱਟ ਪੜ੍ਹਿਆ ਹੋਵੇ, ਫਿਰ ਧਨ ਵਿੱਚੋਂ ਅਗਲਾ ਗਰੀਬ ਹੋਵੇ, ਜਾਂ ਬਲ ਵਿੱਚ, ਜਾਂ ਥੋੜ੍ਹੀ ਬੁੱਧੀ ਅਗਲ ਹੋਵੇ। ਤਿਨ ਕੋ ਅਨਜ ਆਤਮਜ, ਤਿਨ ਕੋ ਮਨਜ ਆਤਮਜ ਨਿਆਈ। ਫੇਰ ਪੜ, ਤਿਨ ਕੋ ਅਨਜ ਆਤਮਜ ਨਿਆਈ। ਜਦੋਂ ਵੇਖੇ ਵੀ ਇਹ ਥੋੜ੍ਹੀ ਵਿਦਿਆ ਪੜ੍ਹਿਆ ਹੈ, ਥੋੜ੍ਹਾ ਧਨ ਹੈ ਇਹਦੇ ਕੋਲ, ਇਹ ਵਿਚਾਰਾ ਬਲ ਵਿੱਚੋਂ ਮਾਤੜ ਹੈ, ਮਾੜਾ ਹੈ, ਕਮਜ਼ੋਰ ਹੈ, ਥੋੜ੍ਹੀ ਇਹਨੂੰ ਅਕਲ ਬੁੱਧੀ ਹੈ, ਕਹਿੰਦੇ ਉਹਦੇ ਨਾਲ ਇਵੇਂ ਵਰਤੇ ਜਿਵੇਂ ਆਪਣਾ ਛੋਟਾ ਭਰਾ ਹੁੰਦਾ ਹੈ। ਆਪਣੇ ਛੋਟਾ ਭਰਾ ਸਮਝ ਕੇ, ਜਾਂ ਆਤਮਜ ਕਹੀਏ ਆਪਣਾ ਛੋਟੇ ਪੁੱਤਰ ਸਮਝ ਕੇ, ਛੋਟੇ ਪੁੱਤਰ ਦੀ ਨਿਆਈ ਤੇ ਜਾਂ ਛੋਟੇ ਭਰਾ ਦੀ ਨਿਆਈ। ਕਰ ਸਹਾਇਤਾ ਦੇ ਵਧਾਈ, ਉਹਨੂੰ ਸਹਾਇਤਾ ਕਰਕੇ ਉਹਨੂੰ ਵਧਾ ਦੇਵੇ, ਉਹਨੂੰ ਉੱਚਾ ਕਰ ਦੇਵੇ, ਆਪਣੇ ਬਰਾਬਰ ਦਾ ਹੀ ਕਰ ਲਵੇ। ਜੇ ਵੇਖੇ ਨਾ ਵੀ ਇਹਦੇ ਕੋਲ ਇਹ ਵਿਚਾਰਾ ਪੜ੍ਹਿਆ ਨਹੀਂ ਨਾ, ਉਹਨੂੰ ਪੜ੍ਹਾ ਦੇਵੇ। ਜੇ ਉਹਦੇ ਕੋਲ ਪੈਸਾ ਨਹੀਂ ਹੈਗਾ, ਉਹਨੂੰ ਪੈਸਾ ਦੇਵੇ। ਅਤੇ ਜੇ ਅਗਲੇ ਕੋਲ ਵਿਚਾਰਾ ਬਲ ਵਿੱਚੋਂ ਕਮਜ਼ੋਰ ਹੈ, ਥੋੜ੍ਹੀ ਅਕਲ ਮੱਤ ਹੈ, ਆਪਣੇ ਕੋਲ ਚੀਜ਼ਾਂ ਹੈਗੀਆਂ, ਅਤੇ ਇਹ ਭਾਈ ਕਾਲੂ ਉਹਦੀ ਸਹਾਇਤਾ ਕਰਕੇ ਇਹ ਸਮਝੇ ਉਹਨੂੰ ਵੀ ਮੇਰਾ ਇਹ ਛੋਟਾ ਭਰਾ ਹੈ, ਇਹ ਸਮਝੇ ਇਹ ਮੇਰਾ ਪੁੱਤਰ ਹੈ ਛੋਟਾ, ਇਵੇਂ ਸਮਝ ਕੇ ਉਹਦੀ ਸਹਾਇਤਾ ਕਰੇ, ਉਹਨੂੰ ਬਰਾਬਰ ਦਾ ਕਰ ਦੇਵੇ, ਵਧਾ ਦੇਵੇ, ਮਹਾਨ ਕਰ ਦੇਵੇ। ਲਗ ਕੋ ਦੇਖ ਗਰਬ ਨਹ ਕਰਹਿ, ਆਪਣੇ ਤੋਂ ਛੋਟਾ ਦੇਖ ਕੇ, ਇਹਨਾਂ ਗੁਣਾਂ ਵਿੱਚ ਵੀ ਵਿਦਿਆ ਉਹਨੇ ਪੜ੍ਹਿਆ ਹੋਵੇ, ਵਿਚਾਰੇ ਨੂੰ ਅਕਲ ਘੱਟ ਹੋਵੇ, ਪੈਸਾ ਕੋਈ ਨਾ ਹੋਵੇ, ਜਾਂ ਬਲ ਵਿੱਚ ਥੋੜ੍ਹਾ ਹੋਵੇ, ਛੋਟਾ ਦੇਖ ਕੇ ਹੰਕਾਰ ਨਾ ਕਰੀ ਕਰੇ। ਇਸ ਕੋ ਕਰਨਾ ਸੰਤ ਚਰਹੀ, ਇਹਨਾਂ ਲੱਛਣਾਂ ਨੂੰ ਸੰਤ ਮਹਾਤਮਾ ਕਮਾਈ ਵਾਲੇ ਕਰਨਾ ਕਹਿੰਦੇ ਹੈ, ਕਿਰਪਾਲਤਾ ਕਹਿੰਦੇ ਹੈ। ਜਿਹੜੇ ਇਸ ਤਰ੍ਹਾਂ ਵੇਖ ਕੇ ਅੱਗੋਂ ਉਹ ਉਦਮ ਕਰਦੇ ਵੀ ਇਹਨੂੰ ਮੈਂ ਖੜਿਆ ਕਰ ਦੇਣਾ, ਆਪਣੇ ਬਰਾਬਰ ਦਾ ਕਰ ਲੈਣਾ ਹੈ। ਜੇ ਔਰ ਤਰਹ ਭਵ ਸੇ, ਭਾਈ ਕਾਲੂ ਜਿਹੜੇ ਹਿਰਦੇ ਵਿੱਚ ਐਵੇਂ ਦੀ ਭਾਵਨਾ ਧਾਰਦੇ ਹੈ ਨਾ, ਰੱਖਦੇ ਹੈ, ਉਹੀ ਉਹ ਸੰਸਾਰ ਤੋਂ ਤਰਦੇ ਹੈ। ਸਨਮੁਖ ਨਾਮ ਲਖੋ ਤੁਮ ਤੇ, ਉਹਨਾਂ ਨੂੰ ਤੂੰ ਸਨਮੁਖ, ਉਹਨਾਂ ਦਾ ਨਾਮ ਕਿਹਾ ਜਾਂਦਾ ਹੈ। ਐਵੇਂ ਸਨਮੁਖ ਤੂੰ ਉਹਨਾਂ ਨੂੰ ਜਾਣ ਲਾ, ਜਿਨ੍ਹਾਂ ਵਿੱਚ ਇਹ ਲੱਛਣ ਹੈ ਜੇ ਉੱਪਰ ਦੱਸਿਆ ਕਰਨਾ ਬਾਰੇ। ਨਿਜ ਤੇ ਵਿਦਿਆ ਕਾ ਗੁਣ ਮਾਹੀ, ਹਾਂ ਜੇ ਵੀ ਆਪਣੇ ਤੋਂ ਵਿਦਿਆ ਦੇ ਵਿੱਚ ਵੀ ਵਿਦਿਆ ਚੰਗੀ ਪੜ੍ਹਿਆ ਹੋਵੇ, ਚੰਗਾ ਸੋਹਣਾ ਢੰਗ ਨਾਲ ਲਿਖਿਆ ਪੜ੍ਹਿਆ ਲਿਖਿਆ ਹੋਵੇ, ਜਾਂ ਆਪਣੇ ਤੋਂ ਗੁਣਾਂ ਦੇ ਵਿੱਚ ਦੀਰਘ ਦੇਖ ਦੁਖ ਨਹ ਕਾਹੀ, ਕਦੇ ਵੀ ਆਪਣੇ ਤੋਂ ਉਹਨੂੰ ਵੱਡਾ ਜਾਣ ਕੇ ਦੇ ਕੇ ਦੁਖੇ ਨਾ, ਸੜੇ ਮੱਚੇ ਨਾ, ਉਹਦੇ ਗੁਣ ਵੇਖ ਕੇ, ਉਹਦੀ ਪੜ੍ਹਾਈ ਵੇਖ ਕੇ ਤੇ ਸੜੇ ਮੱਚੇ ਨਾ, ਦੁਖੀ ਨਾ ਹੋਵੇ ਦੇਖ ਕੇ। ਤਿਨ ਕੀ ਸੁਨਹ ਪ੍ਰਸ਼ੰਸਾ ਕਾਨ, ਸਗੋਂ ਤਿਨ ਕੀ ਉਹਦੀ ਜਿਹੜੀ ਹੈ ਨਾ ਪ੍ਰਸ਼ੰਸਾ ਵਡਿਆਈ ਸੁਣ ਕੇ ਕੰਨਾਂ ਵਿੱਚ ਹਰਖ ਮਾਨ ਹੋਏ ਸੇ ਮਤਵਾਨ, ਖੁਸ਼ ਹੋਵੇ ਸਗੋਂ, ਤੇ ਉਹ ਬੁੱਧੀ ਵਾਲਾ ਕਿਹਾ ਜਾਂਦਾ ਭਾਈ ਕਾਲੂ।
ਖੁਸ਼ ਹੋਵੇ ਉਹਦੀ ਵਡਿਆਈ ਸੁਣ ਕੇ, ਕਹੇ ਮਹਾਰਾਜ ਨੇ ਉਹਤੇ ਕਿਰਪਾ ਕੀਤੀ, ਸੋਹਣਾ ਪੜਦਾ, ਚੰਗੇ ਗੁਣ ਹੈ, ਸਗੋਂ ਦੁਖੀ ਨਾ ਹੋਵੇ। ਜਿਹੜਾ ਇਸ ਤਰ੍ਹਾਂ ਖੁਸ਼ ਹੁੰਦਾ ਹੈ ਉਹਨੂੰ ਮਤਵਾਨ ਬੁੱਧੀ ਵਾਲਾ ਕਿਹਾ ਜਾਂਦਾ ਹੈ। ਦੋਹਰਾ ਜੈਸੇ ਪਿਤ ਗੁਰਦੇਵ ਕੋ, ਜਿਸ ਤਰ੍ਹਾਂ ਵੀ ਆਪਣੇ ਪਿਤਾ ਦੀ ਤੇ ਇਸੇ ਤਰ੍ਹਾਂ ਗੁਰਦੇਵ ਗੁਰੂ ਦੀ। ਸੁਨ ਜਸ ਹੋਤ ਪਰਸੰਨਾ, ਜੇ ਕੋਈ ਆਪਣੇ ਪਿਓ ਦੀ ਵਡਿਆਈ ਕਰੇ, ਗੁਰੂ ਦੀ ਵਡਿਆਈ ਕਰੇ, ਜਿਵੇਂ ਮਨ ਪ੍ਰਸੰਨ ਹੁੰਦਾ ਨਾ ਸੁਣ ਸੁਣ ਕੇ, ਇਸੇ ਤਰ੍ਹਾਂ ਹੀ ਤਿਉ ਹਰਖਾ ਮੁਖ ਸੇ ਕਹਾ, ਤਿਉ ਖੁਸ਼ ਹੋਵੇ ਅਗਲੇ ਆਪਣੇ ਤੋਂ ਵੱਡੇ ਦੇ ਗੁਣ ਵੇਖ ਕੇ, ਉਹਦੀ ਵਿੱਦਿਆ ਪੜ੍ਹਾਈ ਵੇਖ ਕੇ, ਉਹਦੀ ਪਦਵੀ ਵੇਖ ਕੇ, ਉਹਦਾ ਸਤਿਕਾਰ ਵੇਖ ਕੇ, ਤਿਵੇਂ ਖੁਸ਼ ਹੋਵੇ ਤੇ ਮੁਖੋਂ ਇਹੀ ਗੱਲ ਕਹੇ, ਵਾਹਿਗੁਰੂ ਨਿਤ ਧੰਨ, ਇਹ ਵਾਹਿਗੁਰੂ ਤੂੰ ਹਮੇਸ਼ਾ ਧਾਨੀ ਹੈ, ਜਿਨੇ ਐਸੇ ਪੁਰਖ ਨੂੰ ਤੂੰ ਇੰਨੇ ਚੰਗੇ ਗੁਣ ਦਿੱਤੇ ਐ। ਜੋ ਪਈ ਜਿਨ ਇਸ ਵਿਦ ਕੇ ਮਨ ਜੋ ਪਾਏ, ਇਹੀ ਕਹੀਏ ਵੀ ਜਿਸ ਪਰਮੇਸ਼ਰ ਨੇ ਇਸ ਤਰ੍ਹਾਂ ਦੇ ਮਨੁੱਖ ਪੈਦਾ ਕੀਤੇ, ਚੰਗੇ ਗੁਣਾਂ ਵਾਲੇ, ਚੰਗੀ ਪੜ੍ਹਾਈ ਵਿਦਿਆ ਵਾਲੇ, ਬ੍ਰਹਮ ਵਿਦਿਆ ਵਾਲੇ, ਚੰਗੀ ਵਡਿਆਈ ਪਦਵੀ ਵਾਲੇ, ਤੇ ਇਸ ਤਰ੍ਹਾਂ ਜਿਸ ਵਾਹਿਗੁਰੂ ਨੇ ਪੈਦਾ ਕੀਤੇ ਮਨੁੱਖ, ਧੰਨ ਪ੍ਰਭੂ ਕਹਿ ਔਰ ਹਰਿ ਖਾਏ, ਧੰਨ ਹੈ ਤੂੰ ਪਰਮੇਸ਼ਰ, ਧੰਨ ਹੈ ਤੂੰ ਪਰਮੇਸ਼ਰ ਜਿਨੇ ਇਹਨਾਂ ਨੂੰ ਵਡਿਆਈ ਦਿੱਤੀ ਹੈ। ਇਹ ਕਹਿ ਕੇ ਹਿਰਦੇ ਵਿੱਚ ਖੁਸ਼ ਪ੍ਰਸਾਨੀ ਹੋਵੇ, ਸਗੋਂ ਅਸ ਲਖ ਕਾ ਨਿੰਦਾ ਨਹ ਚਾਹ, ਇਸ ਤਰ੍ਹਾਂ ਜਾਣ ਕੇ ਪਿਓ ਵੀ ਬੜਾ ਪੜ੍ਹਿਆ ਲਿਖਿਆ, ਉਹਦੇ 'ਚ ਗੁਣ ਬੜੇ ਹੈ, ਉਹਦੀ ਪਦਵੀ ਚੰਗੀ ਹੈ, ਉਹਦਾ ਸਤਿਕਾਰ ਬੜਾ, ਇਹ ਜਾਣ ਕੇ ਕਦੀ ਨਿੰਦਾ ਨਾ ਮਨ 'ਚ ਚਾਹੇ, ਨਿੰਦਾ ਹੀ ਨਾ ਕਰੀ ਜਾਏ। ਮੁਦਤਾ ਨਾਮ ਐਸੀ ਕੋ ਅਹ, ਇਸੇ ਦਾ ਨਾਮ ਹੀ ਮੁਦਤਾ ਕਹਿੰਦੇ ਆ, ਇਹਦਾ ਨਾਮ ਹੀ ਪ੍ਰਸੰਨਤਾ ਕਹਿੰਦੇ, ਇਹਦਾ ਨਾਮ ਹੀ ਖੁਸ਼ੀ ਕਹਿੰਦੇ ਆ। ਇਹ ਤੀਸਰਾ ਲੱਛਣ ਹੈ ਸਨਮੁਖ ਦਾ। ਆਪਣੀ ਮਤ ਗਰ ਬਚ ਅਨਸਾਰ, ਆਪਣੀ ਜਿਹੜੀ ਮਤ ਹੈ, ਜਿਹੜੀ ਆਪਣੀ ਬੁੱਧੀ ਗੁਰੂ ਪਰਮਾਤਮਾ ਨੇ ਬਖਸ਼ੀ ਹੈ, ਤੇ ਗੁਰੂ ਦੇ ਬਚਨਾਂ ਅਨੁਸਾਰੀ ਜੋ ਗੁਰੂ ਨੇ ਕਿਹਾ ਹੈ, ਜੋ ਗੁਰੂ ਨੇ ਬਚਨ ਕਹੇ ਹੈ ਨਾ, ਗੁਰੂ ਦੇ ਬਚਨਾਂ ਤੇ ਗੁਰੂ ਦੇ ਮਤ ਅਨੁਸਾਰੀ ਆਪ ਹੋ ਕੇ, ਦੇ ਉਪਦੇਸ਼ ਸਭਨ ਸੁਖਕਾਰ, ਸਾਰਿਆਂ ਨੂੰ ਉਪਦੇਸ਼ ਦੇਵੇ ਸੁਖ ਕਰਨ ਵਾਲਾ। ਇੱਕ ਤੇ ਹੁੰਦਾ ਨਾ ਡਾਂਗ ਸੋਟਾ ਚਲਾ ਦੇਣ ਵਾਲਾ ਉਪਦੇਸ਼, ਵੀ ਗੱਲ ਇਹੋ ਜਿਹੀ ਕਰ ਦੇਣੀ ਤਾਂ ਬਖੇੜਾ ਹੀ ਖੜਾ ਹੋ ਜਾਣਾ। ਇੱਕ ਉਪਦੇਸ਼ ਹੁੰਦਾ ਸੁਖ ਕਰਨ ਵਾਲਾ। ਉਹ ਕਿਹੜਾ ਉਪਦੇਸ਼ ਸੁਖ ਕਰਨ ਵਾਲਾ? ਗੁਰੂ ਦੇ ਬਚਨਾਂ ਅਨੁਸਾਰ ਹੋ ਕੇ, ਆਪਣੀ ਮੱਤ ਗੁਰੂ ਦੇ ਮੱਤ ਦੇ ਧਾਰਨੀ ਹੋ ਕੇ, ਉਸ ਅਨੁਸਾਰ ਹੀ ਭਾਵ ਗੁਰਬਾਣੀ ਦੇ ਸਿਧਾਂਤ ਦੇ ਰਾਹੀਂ, ਗੁਰਬਾਣੀ ਦੇ ਉਪਦੇਸ਼ਾਂ ਰਾਹੀਂ ਉਪਦੇਸ਼ ਦੇਵੇ, ਗੁਰਬਾਣੀ ਦੇ ਸਿਧਾਂਤਾਂ ਰਾਹੀਂ, ਤੇ ਸਾਰਿਆਂ ਨੂੰ ਜੋ ਸੁਖ ਕਰਨ ਵਾਲਾ ਹੋਵੇ। ਜੋ ਮੰਨਾ ਤਿਹ ਕੋ ਪੁਨ ਦੇਹ, ਤੇ ਉਪਦੇਸ਼ ਦੇਵੇ ਵੀ ਕਿਹਨੂੰ? ਇਹ ਅਧਿਕਾਰੀ ਵੇਖ ਲੈ, ਜੋ ਮੰਨੇ ਉਹ ਉਪਦੇਸ਼ ਜੋ ਦਿੱਤਾ ਹੈ ਉਸ ਨੂੰ ਮੰਨੇ, ਉਹਨੂੰ ਫਿਰ ਬਾਅਦ ਦੁਬਾਰਾ ਉਪਦੇਸ਼ ਦੇਵੇ। ਅਨਮੰਨੇ ਸੋ ਹਠ ਨਾ ਕਰੇ, ਤੇ ਜਿਹੜਾ ਅਨਮੰਨੇ, ਜਿਹੜਾ ਮੰਨੇ ਹੀ ਨਾ, ਭਾਵੇਂ ਗੁਰੂ ਦਾ ਉਪਦੇਸ਼ ਹੈ, ਭਾਵੇਂ ਕਿ ਸੰਤ ਮਹਾਤਮਾ ਦਾ ਉਪਦੇਸ਼ ਹੈ, ਗੁਰਮੁਖਾਂ ਦਾ ਉਪਦੇਸ਼ ਹੈ, ਵੀ ਜਿਹੜਾ ਤੇ ਮੰਨਦਾ ਉਹਨੂੰ ਦੇਵੇ। ਜਿਹੜਾ ਨਹੀਂ ਨਾ ਮੰਨਦਾ, ਕਹਿੰਦੇ ਉਹਨੂੰ ਹੱਠ ਕਰਕੇ ਨਾ ਦੇਵੇ ਉਪਦੇਸ਼, ਕਿ ਤੂੰ ਜੋ ਮੈਂ ਕਹਿ ਰਿਹਾ ਗੁਰੂ ਦੀ ਗੱਲ ਹੀ, ਆ ਗੁਰਮੁਖਾਂ ਦੀ ਗੱਲ ਹੀ ਤੂੰ ਸੋਹਣੀ ਸੁਣ, ਮੰਨ ਹੀ ਮੰਨ, ਤੂੰ ਮੰਨਦਾ ਕਿਉਂ ਨਹੀਂ ਹੋਏ? ਐਵੇਂ ਨਾ ਕਰੇ, ਹੱਠ ਨਾਲ ਉਹਨੂੰ ਨਾ ਦੇਵੇ ਉਪਦੇਸ਼ ਜਿਹੜਾ ਨਹੀਂ ਮੰਨਦਾ, ਕਿਉਂਕਿ ਉਹ ਅਧਿਕਾਰੀ ਨਹੀਂ ਹੈਗਾ। ਦੋਹਰਾ ਪ੍ਰਲਬਧ ਇਸ ਕੀ ਨਹੀਂ, ਸਗੋਂ ਇਹ ਮਨ 'ਚ ਵਿਚਾਰੇ ਵੀ ਇਹ ਜਿਹੜਾ ਵਿਚਾਰਾ ਉਪਦੇਸ਼ ਨਹੀਂ ਨਾ ਲੈਂਦਾ, ਇਹ ਜਿਹੜਾ ਮੰਨਦਾ ਨਹੀਂ, ਇਹਦੀ ਵਿਚਾਰੇ ਦੀ ਕਿਸਮਤ ਹੀ ਮਾੜੀ ਹੈ। ਉਹ ਕੋਈ ਵੱਡਾ ਨਹੀਂ ਹੈ ਜਿਹੜਾ ਉਪਦੇਸ਼ ਨਹੀਂ ਲੈ ਰਿਹਾ, ਕੋਈ ਮੰਨਦਾ ਨਹੀਂ ਹੈ, ਉਹਨੂੰ ਛੱਡ ਦਿਓ ਉੱਥੇ ਹੀ। ਇਹ ਸਮਝ ਲਓ ਵੀ ਇਹ ਵਿਚਾਰੇ ਦੀ ਪ੍ਰਾਲਬਧ ਕਿਸਮਤ ਹੀ ਮਾੜੀ ਹੈ। ਜਿਹਦੀ ਕਿਸਮਤ ਮਾੜੀ ਉਹ ਵਿਚਾਰਾ ਕੀ ਕਰੇ? ਜਿਹਦੇ ਇਹ ਸਮਝੇ ਦੇ ਭਾਗ ਮਾੜੇ, ਉਹ ਇਹ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ। ਹੁਣ ਉਹ ਵਿਚਾਰੇ ਕਰਨ ਵੀ ਕੀ? ਜਿਨ੍ਹਾਂ ਦੇ ਭਾਗ ਮਾੜੇ ਆ ਉਹ ਸੁਣ ਕਿੱਥੋਂ ਮੰਨਣ?
ਉਹ ਇਹ ਸਮਝ ਲੈ ਵੀ ਇਹਦੀ ਤੇ ਭਾਈ ਕਿਸਮਤ ਹੀ ਮਾੜੀ ਹੈ, ਤਾਂ ਹੀ ਨਹੀਂ ਮੰਨਦਾ ਗੁਰੂ ਦਾ ਉਪਦੇਸ਼ ਸ਼ਬਦ। ਅਸ ਜਾਣਹਿ ਮਨ ਮਾਹੇ, ਇਸ ਤਰ੍ਹਾਂ ਮਨ ਵਿੱਚ ਜਾਣੇ ਦੂਸ਼ਣ ਤਿਹ ਸੋ ਹੋਏ ਰਹਾ। ਸਗੋਂ ਨਾ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਜਿਹੜਾ ਨਹੀਂ ਮੰਨਦਾ ਉਹਦੇ ਨਾਲ ਗੁਰੂ ਸਾਹਿਬ ਕਹਿੰਦੇ ਚੁੱਪ ਹੀ ਕੀਤੇ ਰਹੀਏ, ਉਹਦੇ ਨਾਲ ਕੋਈ ਬਚਨ ਨਾ ਕਰੀਏ ਵੀ ਤੂੰ ਫਿਰ ਉਹਨੂੰ ਨਵਾਂ ਪ੍ਰਮਾਣ ਦਿਓ ਵੀ ਸੁਧਰ ਜੇ ਸੁਧਰ ਜੇ, ਛੱਡ ਦਿਓ ਉਹਨੂੰ ਉੱਥੇ ਹੀ, ਚੁੱਪ ਹੀ ਕਰ ਜੋ ਭਾਈ। ਨਾਮ ਉਪੇਖਿਆ ਤਾਹੇ, ਇਸੇ ਦਾ ਨਾਮ ਹੀ ਉਪੇਖਿਆ ਹੈ, ਚਿੱਤ ਦਾ ਪਰੇ ਹਟਣਾ, ਵੀ ਪਰੇ ਹਟ ਜਾਣਾ। ਨਹੀਂ ਮੰਨਦਾ ਤੇ ਕੋਈ ਗੱਲ ਨਹੀਂ, ਉਹਦੇ ਨਾਲ ਈਰਖਾ ਕੋਈ ਨਹੀਂ ਕਰਨੀ। ਨਹੀਂ ਮੰਨਦਾ ਜਿਹੜਾ ਮੰਨਦਾ ਉਹਦੇ ਨਾਲ ਪ੍ਰੇਮ ਕੋਈ ਨਹੀਂ ਕਰਨਾ ਵੀ ਇਹਨੇ ਮੰਨ ਲਿਆ, ਉਹਨੇ ਮੰਨਿਆ ਨਹੀਂ, ਉਹਦੇ ਨਾਲ ਅੱਗ ਵਰੋਲੇ ਰਹਿਣਾ, ਉਹਨੂੰ ਛੱਡ ਹੀ ਦੇਣਾ ਹੈ, ਪਰੇ ਹਟ ਜਾਣਾ। ਮਨ ਆਪਣਾ ਪਰੇ ਤੋਂ ਚਿੱਤ ਪਰੇ ਕਰ ਲੈਣਾ, ਇਸੇ ਦਾ ਨਾਮ ਹੀ ਉਪੇਖਿਆ ਹੈ। ਐਵੇਂ ਸਿਰ ਅੜਾ ਕੇ ਉਪਦੇਸ਼ ਦੇਣ ਦੀ ਜ਼ਰੂਰਤ ਨਹੀਂ ਹੈ ਭਾਈ ਕਿਸੇ ਨੂੰ। ਚੋਪਈ ਮਨ ਕੋ ਕਹਿਓ ਕਰਤ ਹੈ ਜੋਈ। ਇਹ ਤੇ ਦੱਸੇ ਸਤਿਗੁਰੂ ਜੀ ਨੇ ਸਨਮੁਖ ਪੁਰਸ਼ ਦੇ ਲੱਛਣ। ਹੁਣ ਗੁਰੂ ਮਹਾਰਾਜ ਕਹਿੰਦੇ ਜਿਹੜੇ ਤੁਸਾਂ ਨੇ ਪੁੱਛਿਆ ਨਾ ਮਨਮੁਖ ਦੇ ਲੱਛਣ ਚਿੰਨ੍ਹ ਨਿਸ਼ਾਨੀਆਂ ਕੀ, ਉਹ ਵੀ ਸੁਣ ਲਓ ਭਾਈ ਕਾਲੂ ਜੀ। ਕਹਿੰਦੇ ਮਨ ਦਾ ਕਹਿਆ ਹੋਇਆ ਜੋ ਕਰਦਾ ਹੈ, ਵੈ ਮਨਮੁਖ ਪਹਿਚਾਨਹੁ ਸੋਈ। ਉਹ ਮਨਮੁਖ ਹੁੰਦਾ ਹੈ, ਉਸ ਨੂੰ ਤੁਸੀਂ ਮਨਮੁਖ ਪਹਿਚਾਨ ਲਓ, ਸਮਝ ਲਓ ਜੀ। ਤਾਂ ਤੇ ਤੁਮ ਸਨਮੁਖ ਨਿਤ ਰਹੀਏ। ਇਸ ਕਰਕੇ ਭਾਈ ਕਾਲੂ ਜੀ ਤੁਸੀਂ ਜਿਹੜਾ ਹਮੇਸ਼ਾ ਸਨਮੁਖ ਹੀ ਰਹੀਏ, ਸਨਮੁਖ ਰਹਿਣ ਵਿੱਚ ਹੀ ਗੁਰੂ ਦੇ ਪਾਸੋਂ ਭਲਾ ਹੁੰਦਾ ਹੈ। ਨਾਮ ਚਿਤਾਰ ਊਚ ਪਦ ਲਹੀਏ। ਗੁਰੂ ਦੇ ਸਨਮੁਖ ਹੋ ਕੇ ਗੁਰਮੁਖ ਬਣ ਕੇ ਨਾਮ ਨੂੰ ਚੇਤੇ ਕਰੀਏ, ਯਾਦ ਕਰੀਏ ਤੇ ਉੱਚਾ ਪਦ, ਪਰਮ ਪਦ, ਚੌਥਾ ਪਦ, ਤੁਰਿਆ ਪਦ, ਕੈਵਲ ਪਦ, ਐਵੇਂ ਉਹ ਮਹਾਨ ਪਾਦੀ ਲਹੀਏ ਪ੍ਰਾਪਤ ਕਰੀਏ। ਇਸ ਬਿਦ ਸ੍ਰੀ ਗੁਰ ਬਾਚ ਸੋ ਸੁਨ ਕਾ। ਇਸ ਤਰ੍ਹਾਂ ਸਤਿਗੁਰੂ ਜੀ ਦੇ ਮਹਾਨ ਬਚਨਾਂ ਨੂੰ ਸੁਣ ਕੇ ਵਰਤਿਓ ਤਿਸ ਪ੍ਰਕਾਰ ਮਨ ਗੁਣ ਕਾ। ਆਪਣੇ ਮਨ ਵਿੱਚ ਵਿਚਾਰ ਕੇ ਵੀ ਗੁਰੂ ਸਾਹਿਬ ਜੀ ਨੇ ਬਿਲਕੁਲ ਮਹਾਨ ਉਪਦੇਸ਼ ਦਿੱਤਾ ਮੇਰੇ ਭਲੇ ਲਈ, ਉਸੇ ਤਰ੍ਹਾਂ ਹੀ ਰਹਿੰਦੀ ਜ਼ਿੰਦਗੀ ਤੱਕ ਹੀ ਭਾਈ ਕਾਲੂ ਵਰਤਿਆ ਹੈ। ਫਿਰ ਯੋ ਕਾਲੂ ਕੋ ਭਾ ਨਿਸਤਾਰੇ। ਗੁਰੂ ਅੰਗਦ ਦੇਵ ਸਾਹਿਬ ਜੀ ਇਵੇਂ ਭਾਈ ਕਾਲੂ ਜੀ ਦਾ ਜਿਹੜਾ ਨਿਸਤਾਰਾ ਹੋਇਆ, ਉਧਾਰ ਹੋਇਆ ਸੀ। ਮਿਲੇ ਜੋ ਨਰ ਤਹ ਸੋ ਪਉਧਾਰੇ। ਮਿਲੇ ਜੋ ਨਰ ਤਹ ਸੋ ਭੇ ਉਧਾਰੇ में ਪੜਨਾ ਵੀ ਜੋ ਵੀ ਪੁਰਸ਼ ਭਾਈ ਕਾਲੂ ਜੀ ਨੂੰ ਮਿਲੇ ਫਿਰ ਉਹ ਵੀ ਉਸਨੇ ਉਧਾਰੇ ਹੈ। ਉਹ ਆਪ ਛੁੱਟੇ ਪਰਿਵਾਰ ਸਿਉ ਸਭ ਜਗਤ ਛਡਾਇਆ। ਭਾਉ ਧਾਰ ਜਿਹ ਨਰ ਗੁਰ ਦਰਸੇ। ਗੁਰੂ ਸਾਹਿਬ ਜੀ, ਗੁਰੂ ਅੰਗਦ ਦੇਵ ਜੀ, ਮੈਂ ਭਾਈ ਬਾਲਾ ਕਹਿਣਾ ਹਾਂ ਵੀ ਪ੍ਰੇਮ ਸ਼ਰਧਾ ਧਾਰ ਕੇ, ਭਾਵਨਾ ਧਾਰ ਕੇ ਜਿਨ੍ਹਾਂ ਨੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਸ੍ਰੀ ਕਰਤਾਰਪੁਰ ਸਾਹਿਬ ਜਾਂ ਜਿੱਥੇ ਵੀ ਦਰਸ਼ਨ ਜਿਹੜੇ ਕੀਤੇ ਐ, ਬਚਨ ਸੁਣੇ ਪਦ ਪੰਕਜ ਪਰਸੇ। ਤੇ ਗੁਰੂ ਸਾਹਿਬ ਜੀ ਦੇ ਮਹਾਨ ਪਵਿੱਤਰ ਬਚਨ ਸੁਣੇ ਐ ਤੇ ਚਰਨ ਕਮਲ ਪਰਸੇ ਛੋਹੇ ਐ। ਸੇ ਉਦਰੇ ਸੰਗ ਬ੍ਰਿੰਦ ਉਧਾਰੇ। ਉਹ ਤੇ ਆਪ ਉਧਰੇ ਭਾਰ ਉਤਾਰੇ ਇਹਨਾਂ ਦੇ ਹੋਏ ਹੋਏ ਐ, ਸਗੋਂ ਉਹਨਾਂ ਨਾਲ ਬਹੁਤੇ ਪੁਰਸ਼ ਆਪਣੇ ਉਧਾਰ ਲਏ ਐ, ਨਾਲ ਬਹੁਤੇ ਤਾਰ ਲਏ ਐ। ਤਿਨ ਪਰ ਕਵ ਸਦੀਵ ਬਲਹਾਰੇ। ਉਹਨਾਂ ਉੱਪਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਕਵੀ ਸਦਾ ਹੀ ਬਲਹਾਰ ਕੁਰਬਾਨ ਜਾਨਾ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਬਚਨ ਸੁਣੇ ਐ, ਚਰਨ ਪਰਸੇ ਐ, ਦਰਸ਼ਨ ਦੇਖੇ ਐ, ਜਿਹੜੇ ਆਪ ਤਰੇ ਅਤੇ ਹੋਰਾਂ ਨੂੰ ਜਿਨ੍ਹਾਂ ਨੇ ਉਤਾਰਿਆ ਹੈ, ਮੈਂ ਉਹਨਾਂ ਤੋਂ ਸਦਾ ਹੀ ਕਵੀ ਬਲਹਾਰ ਕੁਰਬਾਨ ਜਾਨਾ ਹਾਂ। ਪੁਨ ਇੱਕ ਦਿਨ ਧਰਮਸ਼ਾਲਾ ਮਾਹੀ। ਐਵੇਂ ਜੋ 11ਵੀਂ ਵਾਰ ਦੀ 13ਵੀਂ ਪੌੜੀ ਹੈ ਤੇ ਜੋ ਬਚਨ ਹੈ ਵੀ ਸਨਮੁਖ ਕਾਲੂ ਆਸਤਾਰ ਗੁਰਬਾਣੀ ਦਰਗਹਿ ਸਾਬਾਸੀ, ਗੁਰਮਤਿ ਭਾਉ ਭਗਤ ਪ੍ਰਗਾਸੀ। ਇਹ ਗੁਰਮਤਿ ਧਾਰ ਕੇ ਪ੍ਰੇਮਾ ਭਗਤੀ ਜਿਨ੍ਹਾਂ ਨੇ ਪ੍ਰਗਟ ਕੀਤੀ, ਇਹ ਸਿੱਖਾਂ ਦੇ ਪ੍ਰਸੰਗ ਜੋ ਪਹਿਲੇ ਹੋਏ ਇਸ ਵਾਰ ਵਿੱਚ ਜਿਹੜੇ ਨਾਮ ਆਏ ਹੈ, ਇਸ ਇੱਥੋਂ ਗੁਰੂ ਨਾਨਕ ਸਾਹਿਬ ਜੀ ਦੇ ਸਿੱਖਾਂ ਦੀ ਜਿਹੜੀ ਹੈ ਵਾਰ ਦਾ ਪੌੜੀ ਸ਼ੁਰੂ ਹੁੰਦੀ ਹੈ।
ਇਹ ਪਹਿਲੀ ਪੌੜੀ ਦੇ ਜਿਹੜੇ ਸਿੱਖ ਆ ਉਹਨਾਂ ਦਾ ਪ੍ਰਸੰਗ ਇੱਥੇ ਸਮਾਪਤ ਹੋਇਆ ਹੈ। ਪੁਨ ਇੱਕ ਦਿਨ ਧਰਮਸ਼ਾਲਾ ਮਾਹੀ, ਇੱਕ ਦਿਨ ਦੀ ਗੱਲ ਹੈ ਕਿ ਧਰਮਸ਼ਾਲਾ ਦੇ ਵਿੱਚ ਬੈਠੇ ਪ੍ਰਭੂ ਸਿੱਖ ਬਹੁ ਜਾਹੀ। ਜਿਨ੍ਹਾਂ ਸਤਿਗੁਰਾਂ ਦੇ ਬਹੁਤੇ ਸਿੱਖ ਹੈ, ਗੁਰੂ ਨਾਨਕ ਸਾਹਿਬ ਜੀ ਦੇ ਬਹੁਤੇ ਸਿੱਖ ਹੀ ਧਰਮਸ਼ਾਲਾ ਵਿੱਚ ਬੈਠੇ ਹੋਏ ਸਨ ਸੰਗਤ ਰੂਪ ਵਿੱਚ। ਮ੍ਰਿਦਲ ਮਧੁਰ ਕੀਰਤਨ ਧੁਨ ਹੋਤੀ, ਕੀਰਤਨ ਦੀ ਜਿਹੜੀ ਧੁਨੀ ਹੈ ਬੜੀ ਮਿੱਠੀ ਪਿਆਰੀ ਹੌਲੀ ਹੌਲੀ ਹੁੰਦੀ ਹੈ। ਇੱਕ ਤੇ ਹੁੰਦਾ ਨਾ ਵੀ ਐਂ ਖੜਬੜ ਮਚਾ ਦੇਣੀ, ਧਮਕਾਂ ਹੀ ਪਾ ਕੇ ਰੱਖ ਦੇਣੀਆਂ। ਇੱਕ ਹੈ ਵੀ ਧੁਨੀ ਹੈ ਕੋਮਲ ਮਿੱਠੀ ਬੜੀ ਸੁਰ ਵਾਚ, ਮਿੱਠੀ ਮਿੱਠੀ ਆਵਾਜ਼ ਵਿੱਚ ਕੀਰਤਨ ਹੋਣਾ, ਬੜੇ ਪ੍ਰੇਮ ਨਾਲ ਸੁਣਨ ਵਿੱਚ ਵੀ ਆਨੰਦ ਆਉਣਾ। ਐਸੀ ਧੁਨੀ ਮਿੱਠੀ ਪਿਆਰੀ ਹੋ ਰਹੀ ਸੀ। ਸੁਨਤ ਸਰੋਤ ਹੋਇ ਸਮਾਤ ਦੋਤੀ, ਜਿਸ ਕੀਰਤਨ ਦੀ ਮਿੱਠੀ ਪਿਆਰੀ ਧੁਨੀ ਨੂੰ ਸੁਣਦਿਆਂ ਧਿਆਨ ਨਾਲ ਕੰਨਾਂ ਵਿੱਚ ਸ੍ਰੇਸ਼ਟ ਮਤ ਸ੍ਰੇਸ਼ਟ ਬੁੱਧੀ ਜਿਹੜੀ ਉਦੇ ਹੁੰਦੀ ਸੀ। ਦੋਹਰਾ ਖਤਰੀ ਭਗਤਾ ਓ ਹਰੀ, ਉਸ ਵੇਲੇ ਜੋ ਭਾਈ ਭਗਤਾ ਜੀ ਖੱਤਰੀ ਗੋਤ ਦਾ ਖੱਤਰੀ ਜਾਤ ਦਾ ਭਾਈ ਭਗਤਾ ਤੇ ਉਹਰੀ ਖੱਤਰੀ ਤੇ ਜਿਹੜਾ ਹੈ ਉਹ ਵਰਨ ਹੋ ਗਿਆ ਤੇ ਉਹਰੀ ਜਾਤ ਸੀ ਭਾਈ ਭਗਤਾ। ਜਾਪੂ ਵੰਸੀ ਦੋਏ, ਦੂਸਰਾ ਭਗਤ ਭਾਈ ਜਾਪੂ ਵੰਸੀ। ਭਾਈ ਗੁਰਦਾਸ ਜੀ ਲਿਖਦੇ ਆ ਭਗਤ ਜੋ ਭਗਤਾ ਉਹਰੀ ਜਾਪੂ ਵੰਸੀ ਸੇਵਕ ਮਾਵੈ। ਇਹ ਤੁਕਦਾ ਹੁਣ ਇੱਥੇ ਜਿਹੜਾ ਕਵੀ ਸਹਿਜ ਪ੍ਰਸੰਗ ਲਿਖ ਰਹੇ ਆ ਵੀ ਭਾਈ ਭਗਤਾ ਜੀ ਉਹਰੀ ਜਾਤ ਦਾ ਖੱਤਰੀ ਵਰਨ ਦਾ ਤੇ ਦੂਸਰਾ ਜਾਪੂ ਵੰਸੀ। ਬੰਧਨ ਕਰ ਹਰਖੇ ਹਿਰਦੇ, ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਤੇ ਬੜਾ ਹਿਰਦੇ ਵਿੱਚ ਪ੍ਰਸੰਨ ਹੋਏ ਐ। ਮਗਨ ਪ੍ਰੇਮ ਮੈਂ ਹੋਏ, ਬਹੁਤ ਮਹਾਨ ਹੀ ਪ੍ਰੇਮ ਵਿੱਚ ਮਗਨ ਮਸਤ ਲੀਨ ਹੋ ਗਏ ਐ। ਜੋ ਪਈ ਠਾਂਡੇ ਹੋਏ ਕੀਨ ਅਰਦਾਸ, ਖੜਿਆ ਹੋ ਕੇ ਇਹਨਾਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਅਰਦਾਸ ਕੀਤੀ ਹੈ। ਤੁਮਰੋ ਦਰਸ਼ਨ ਗਿਆਨ ਪ੍ਰਕਾਸ਼, ਗੁਰੂ ਸਾਹਿਬ ਜੀ ਤੁਹਾਡਾ ਜਿਹੜਾ ਦਰਸ਼ਨ ਹੈ ਇਹਦੇ ਮਹਾਰਾਜ ਮਹਾਨ ਪਰਮ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਵਿਦਿਆ ਬਿਖੈ ਨਿਪੁੰਨ ਜੋ ਨਰ ਹੈ, ਗੁਰੂ ਸਾਹਿਬ ਜੀ ਜਿਹੜੇ ਬ੍ਰਹਮ ਵਿਦਿਆ ਵਿੱਚ ਬੜੇ ਨਿਪੁੰਨ ਚਤੁਰ ਸਿਆਣੇ ਪੁਰਸ਼ ਭਾਵ ਜਿਨ੍ਹਾਂ ਨੇ ਬ੍ਰਹਮ ਵਿਦਿਆ ਸੰਪੂਰਨ ਮੁਕੰਮਲ ਤੌਰ ਤੇ ਪੜ੍ਹੀ ਹੋਈ ਹੈ। ਸਦਾ ਵਿਚਾਰ ਕਰਤ ਤੇ ਤਰ ਹੈ, ਉਹ ਸਦਾ ਹੀ ਬ੍ਰਹਮ ਵਿਚਾਰ ਸਤ ਅਸਾਦੀ ਵਿਚਾਰ ਕਰਦੇ ਜਿਸ ਕਰਕੇ ਤਰ ਜਾਂਦੀ ਹੈ। ਹਮ ਕੋ ਵਿਦਿਆਹੀਨ ਪਛਾਨਾ, ਗੁਰੂ ਸਾਹਿਬ ਜੀ ਅਸੀਂ ਤੇ ਕੁਝ ਨਹੀਂ ਹਾਂ ਪੜ੍ਹੇ, ਸਾਨੂੰ ਤੇ ਕੁਝ ਆਉਂਦਾ ਹੀ ਨਹੀਂ, ਕੋਈ ਵਿਦਿਆ ਨਹੀਂ ਪੜ੍ਹੀ। ਵਿਦਿਆ ਤੋਂ ਹੀਣ ਸਾਨੂੰ ਪਛਾਣੋ ਜਾਣੋ ਜੀ। ਜੋ ਉਧਾਰ ਹੈ ਤਿਉ ਸੋ ਬਖਾਨਾ, ਜਿਵੇਂ ਸਾਡਾ ਅਨਪੜ੍ਹਿਆਂ ਦਾ ਉਧਾਰ ਹੋ ਜਾਵੇ ਤਿਵੇਂ ਸਾਨੂੰ ਗੁਰੂ ਸਾਹਿਬ ਜੀ ਆਪਣਾ ਪਾਵਨ ਪਵਿੱਤਰ ਉਪਦੇਸ਼ ਕਹੋ ਜੀ। ਸੁਨ ਕੈ ਬੋਲੇ ਸ੍ਰੀ ਗੁਰ ਤਬਹੀ, ਇਹਨਾਂ ਸਿੱਖਾਂ ਦੋਵਾਂ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਤਦੋਂ ਬੋਲੇ ਐ। ਮਨ ਮੁਖ ਕਰਮ ਤਜਹੁ ਜੇ ਸਭ ਹੀ, ਜੇ ਵੀ ਭਾਈ ਭਗਤਾ ਜਾਪੋ ਵੰਸੀ ਜਿਹੜੇ ਮਨਮੁਖਾਂ ਵਾਲੇ ਖੋਟੇ ਮਾੜੇ ਕਰਮ ਹੈ ਜੇ ਸਾਰੇ ਤੁਸੀਂ ਛੱਡੋ, ਤਬ ਹੋਵਹਿ ਕਲਿਆਣ ਤੁਮਾਰਾ, ਤਦੋਂ ਤੁਹਾਡਾ ਕਲਿਆਣ ਹੋ ਜਾਏਗਾ, ਮੁਕਤੀ ਹੋ ਜਾਏਗੀ। ਜੇ ਤੁਸੀਂ ਮਨਮੁਖਾਂ ਵਾਲੇ ਸਾਰੇ ਕਰਮ ਛੱਡੋ, ਬਹੁਰ ਨਾ ਪਾਵੋਗੇ ਸੰਸਾਰਾ, ਫਿਰ ਤੁਸੀਂ ਸੰਸਾਰ ਵਿੱਚ ਜੰਮਣ ਮਰਦਾ ਗੇੜਾ ਕਦੀ ਨਹੀਂ ਪਾਓਗੇ। ਪ੍ਰਸ਼ਨ ਕੀਨ ਤਿਨ ਦੁਆ ਕਰ ਜੋਰਾ, ਉਹਨਾਂ ਨੇ ਦੋਵਾਂ ਹੀ ਸਿੱਖਾਂ ਨੇ ਹੱਥ ਜੋੜ ਕੇ ਪ੍ਰਸ਼ਨ ਕੀਤਾ। ਮਨ ਮੁਖ ਕਰਮ ਕਹੋ ਜੇ ਸ਼ੋਰਾ, ਮਨ ਮੁਖ ਕਰਮ ਕਹੋ ਜੋ ਸ਼ੋਰਾ। ਗੁਰੂ ਸਾਹਿਬ ਜੀ ਮਨਮੁਖ ਦੇ ਕਰਮ ਕੀ ਹੈ ਉਹ ਵੀ ਆਪ ਜੀ ਕਹੋ ਦੱਸੋ ਵੀ ਜੋ ਅਸੀਂ ਸ਼ੋਰਾ ਕਹੀਏ ਛੱਡ ਦਈਏ। ਤਬ ਸ੍ਰੀ ਗੁਰ ਸਗਰੀ ਵਿਦ ਬਰਨੀ, ਤਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਵਿਧੀ ਹੈ ਉਹ ਕਹੀ ਹੈ ਮਨਮੁਖਾਂ ਦੀ, ਜਿਹੜੀ ਮਨਮੁਖਾਂ ਦਾ ਢੰਗ ਤਰੀਕਾ ਜੋ ਕਰਦੇ ਕਰਾਉਂਦੇ ਹੈ
ਉਹ ਜਿਵੇਂ ਕਰਦੇ ਕਰਾਉਂਦੇ ਉਹ ਸਾਰੀ ਵਿਧੀ ਢੰਗ ਤਰੀਕਾ ਮਹਾਰਾਜ ਨੇ ਬੜੇ ਵਿਸਥਾਰ ਨਾਲ ਸੋਹਣੇ ਢੰਗ ਨਾਲ ਕਿਹਾ। ਫਿਰ ਹਿਰਦੇ ਈਰਖਾ ਸਭ ਸੋ ਕਰਨੀ। ਲੈ ਵੀ ਭਾਈ ਭਗਤਾ ਜਾਪੂਵੰਸ਼ੀ ਸੁਣੋ, ਮਨਮੁਖ ਦਾ ਪਹਿਲਾ ਲੱਛਣ ਕੀ ਹੈ? ਉਹ ਕੀ ਕਰਦੇ ਵੀ ਹਿਰਦੇ ਵਿੱਚ ਸਾਰਿਆਂ ਨਾਲ ਉਹਨਾਂ ਨੇ ਈਰਖਾ ਕਰਨੀ ਹੁੰਦੀ ਹੈ। ਆਪਣਾ ਹੋਵੇ, ਬਗਾਨਾ ਹੋਵੇ, ਪਰਾਇਆ ਹੋਵੇ, ਬਸ ਈਰਖਾ 'ਤੇ ਹੀ ਉਹਨਾਂ ਦਾ ਜ਼ੋਰ ਹੈ। ਸਾਰਿਆਂ ਨਾਲ ਪਹਿਲੀ ਗੱਲ ਤੇ ਉਹਨਾਂ ਨੇ ਈਰਖਾ ਕਰਨੀ ਹੁੰਦੀ ਹੈ। ਜਗਤ ਪਦਾਰਥ ਸੁਖ ਜੇ ਸਾਰੇ। ਫਿਰ ਸਾਰੇ ਜਗਤ ਦੇ ਜਿੰਨੇ ਸੁੱਖ ਹੈ ਤੇ ਸੰਸਾਰ ਦੇ ਜਿੰਨੇ ਪਦਾਰਥ ਹਨ, ਸਭ ਕੇ ਮਿਟ ਕਰ ਹੋਏ ਹਮਾਰੇ। ਉਹ ਇਹ ਵਿਚਾਰਦੇ ਵੀ ਸਾਰਿਆਂ ਦੇ ਮਿਟ ਜਾਣ, ਮਿਟ ਕਰਕੇ ਪਦਾਰਥ ਵੀ ਸੁੱਖ ਵੀ ਸਾਰੇ ਨਾ ਬਸ ਸਾਡੇ ਹੋ ਜਾਣ, ਮੇਰੇ ਹੋ ਜਾਣ। ਸਾਰੇ ਪਦਾਰਥ ਮੇਰੇ ਘਰ ਆ ਜਾਣ, ਸਾਰੇ ਸੁੱਖ ਮੇਰੇ ਘਰ ਆ ਜਾਣ, ਬਾਕੀ ਲੋਕ ਹੈ ਨੰਗ ਮਲੰਗ ਹੋ ਜਾਣ, ਕੱਖ ਨਾ ਰਹੇ ਕਿਸੇ ਦੇ ਘਰ। ਮੇਰੇ ਘਰ ਆ ਜਾਏ, ਫਿਰ ਲੋਕ ਮੰਗਣ ਆਉਣ, ਫਿਰ ਮੈਂ ਅੱਗੋਂ ਠੁੱਡ ਮਾਰ ਮਾਰ ਬਾਹਰ ਕੱਢਾਂ, ਨਿਕਲੋ ਇੱਥੋਂ। ਅਤੇ ਇਵੇਂ ਉਹ ਜਿਹੜਾ ਹੁੰਦਾ ਨਾ, ਇਹ ਮਨਮੁਖ ਉਹਦਾ ਪਹਿਲਾ ਲੱਛਣ ਤਾਂ ਇਹ ਹੈ ਵੀ ਸਾਰਿਆਂ ਨਾਲ ਈਰਖਾ ਕਰਨੀ। ਅਤੇ ਈਰਖਾ ਕਰਦੇ ਨੇ ਇਹ ਵਿਚਾਰਨਾ ਕਿ ਸਾਰੇ ਸੰਸਾਰ ਦੇ ਸੁੱਖ ਪਦਾਰਥ ਮੇਰੇ ਹੋ ਜਾਣ ਅਤੇ ਸਭ ਕੁਝ ਬਾਕੀਆਂ ਦਾ ਮਿਟ ਜਾਏ, ਮੜੀਆਂ ਮੇਲੇ ਹੋ ਜਾਏ, ਲੋਟ ਪੋਟ ਹੋ ਜਾਣ, ਨੰਗ ਮਲੰਗ ਹੋ ਜਾਣ। ਸਦਨ ਵਿਭੂਤ ਪਰ ਕੋ ਦੇਖੀ। ਫਿਰ ਹੋਰ ਦੀ ਜਿਹੜੀ ਕਿਸੇ ਘਰ ਦੀ ਵਿਭੂਤੀ, ਐਸਵਰਜ, ਧਨ ਦੌਲਤ, ਹਾਥੀ ਘੋੜੇ, ਚੰਗੇ ਘਰ ਦੀ ਸਮੱਗਰੀ ਦੇਖ ਕੇ ਪੀਰਾ ਪਾਵ ਹਿਰਦੇ ਵਸੇਖੀ। ਹਿਰਦੇ ਦੇ ਵਿੱਚ ਬਹੁਤ ਹੀ ਪੀੜਾ ਪਾਉਂਦਾ ਮਨਮੁਖ। ਹਾਂ, ਪਤਾ ਨਹੀਂ ਕਿੱਥੋਂ ਕੱਢੀ ਜਾਂਦੇ, ਕਿੱਥੋਂ ਲਈ ਆਉਂਦੇ ਆ 3 ਮਹੀਨੇ ਨਹੀਂ ਲੰਘਦੇ, ਕਦੀ ਕੁਝ ਕਦੀ ਕੁਝ, ਐਵੇਂ ਬਹੁਤ ਹੀ ਹਿਰਦੇ ਵਿੱਚ ਉਹ ਪੀੜਾ ਪਾਉਂਦੇ ਚੀਜ਼ਾਂ ਵੇਖ ਵੇਖ ਕੇ। ਸਰਬ ਨਰਨ ਕੋ ਸ਼ਤਰੂ ਜਾਨਹਿ। ਸਾਰਿਆਂ ਪੁਰਸ਼ਾਂ ਨੂੰ ਹੀ ਫਿਰ ਵੈਰੀ ਜਾਣਦੇ, ਆ ਵੀ ਮੇਰਾ ਵੈਰੀ, ਆ ਵੀ ਮੇਰਾ ਵੈਰੀ। ਇਹੋ ਜਿਹੇ ਕਈ ਇੱਥੇ ਵੀ ਹਨ। ਸੰਗ ਨਾ ਕਿਸੇ ਭਲਾਈ ਠਾਨਹਿ। ਕਿਸੇ ਨਾਲ ਹੀ ਉਹ ਭਲਾਈ ਨਹੀਂ ਕਰਦੇ। ਆਪਣਾ ਹੋਵੇ, ਪਰਿਵਾਰ ਵਿੱਚ ਹੋਵੇ, ਕੋਈ ਹੋਵੇ, ਕਿਸੇ ਨਾਲ ਭਲਾਈ ਨਹੀਂ ਕਰਦੇ। ਈਰਖਾ ਕਰਦੇ ਕਰਦੇ ਸਭ ਨੂੰ ਵੈਰੀ ਜਾਣੀ ਜਾਂਦੇ, ਸਮਝੀ ਜਾਂਦੇ ਹੈ। ਦੋਹਰਾ ਇੱਕ ਮਨਮੁਖ ਕੋ ਕਰਮ ਇਹ। ਇੱਕ ਤੇ ਵੀ ਭਾਈ ਇਹ ਮਨਮੁਖ ਦਾ ਕਰਮ ਹੈ ਵੀ ਈਰਖਾ ਕਰਨੀ। ਈਰਖਾ ਕਰੀ ਜਾਂਦਾ ਹੈ, ਸਾਰੇ ਪਦਾਰਥ ਹੜੱਪਣ ਨੂੰ ਫਿਰਦਾ ਵੀ ਕਿਸੇ ਕੋਲ ਰਵੇ ਕੱਖ ਨਾ। ਦੂਜਿਆਂ ਦੀ ਵਿਭੂਤੀ, ਐਸਵਰਜ, ਧਨ ਦੌਲਤ, ਸੋਹਣਾ ਘਰ-ਬਾਰ ਵੇਖ ਕੇ ਪੀੜਾ ਪਾਉਂਦਾ ਹੈ ਅਤੇ ਸਾਰਿਆਂ ਲੋਕਾਂ ਨੂੰ ਕੋਈ ਅਜੇ ਵੈਰੀ ਜਾਣੀ ਜਾਂਦਾ ਹੈ। ਕਿਸੇ ਨਾਲ ਭਲਾਈ ਨਹੀਂ ਕਰਦਾ, ਚੰਗਿਆਈ ਨਹੀਂ ਕਰਦਾ, ਈਰਖਾ ਹੀ ਕਰਦਾ। ਇੱਕ ਤੇ ਭਾਈ ਭਗਤਾ ਜਾਪੂਵੰਸ਼ੀ ਇਹ ਮਨਮੁਖ ਦਾ ਕਰਮ ਹੈ। ਤਿਆਗ ਹੋਰ ਤੇ ਸੋਏ। ਜੇ ਤੁਹਾਡੇ ਹਿਰਦੇ ਵਿੱਚ ਹੈਗਾ ਤੇ ਪਹਿਲਾਂ ਤੇ ਏਕ ਛੱਡੋ ਕਰਮ ਮਨਮੁਖਾਂ ਵਾਲਾ। ਦੂਸਰ ਹਉਮੈ ਮਨ ਕਰੈ। ਦੂਸਰਾ ਮਨਮੁਖਾਂ ਦਾ ਕੀ ਕਰਮ ਹੈ ਵੀ ਉਹ ਹਉਮੈ ਕਰਦੇ ਮਨ ਵਿੱਚ ਬੜੀ ਹਉਮੈ ਕਰਦੇ, ਹਉ ਮੈਂ ਹੀ ਕਰੀ ਜਾਂਦੇ ਆ। ਸਭ ਸੋ ਨਿਰਦਈ ਹੋਏ। ਨਿਰਦੈ, ਫਿਰ ਸਾਰਿਆਂ ਨਾਲ ਨਿਰਦੈ ਕਰਨਾ, ਦੱਦੇ ਨਾਲ ਦਲਾਵਾਂ ਨਾਲ ਸਾਰਿਆਂ ਨਾਲ ਨਿਰਦਈ ਹੁੰਦੇ ਹੋ, ਕਿਸੇ ਦੇ ਤਰਸ ਨਹੀਂ ਕਰਦੇ। ਜਿਹੜਾ ਆ ਗਿਆ ਬਸ ਅੰਨੇ ਬੋਲੇ ਹੋਏ ਰਹਿਣਾ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਝੋਲਾ, ਅੱਗ ਵਰੋਲੇ ਹੋਏ ਰਹਿਣਾ। ਮਨ ਕਰਕੇ ਹਉਮੈ ਕਰਦੇ ਐ ਅਤੇ ਸਾਰਿਆਂ ਨਾਲ ਨਿਰਦਈ ਹੋ ਕੇ ਰਹਿੰਦੇ ਆ, ਕਿਸੇ ਦੇ ਤਰਸ ਨਹੀਂ ਕਰਦੇ। ਜੋ ਪਈ ਜੇ ਨਿਜ ਤੇ ਘਟ ਦੇਖਹਿ ਦੇਈ। ਜੇ ਉਹ ਆਪਣੇ ਤੋਂ ਕਿਸੇ ਨੂੰ ਘੱਟ ਦੇਖਦੇ ਐ, ਵਡਿਆਈ ਵਿੱਚ, ਸਤਿਕਾਰ ਵਿੱਚ, ਗੁਣਾਂ ਵਿੱਚ, ਪੈਸੇ ਧੇਲੇ ਵਿੱਚ, ਐਵੇਂ ਹੋਰ ਪਦਾਰਥਾਂ ਵਿੱਚ, ਪੜ੍ਹਾਈ ਵਿੱਚ, ਜੇ ਉਹ ਮਨਮੁਖ ਆਪਣੇ ਤੋਂ ਕਿਸੇ ਨੂੰ ਘੱਟ ਦੇਖਦੇ ਐ, ਤਿਹ ਕੋ ਮਤ ਨਹਿ ਕਾਸੇ ਦੇਈ। ਉਸ ਨੂੰ ਕਿਸੇ ਤਰ੍ਹਾਂ ਵੀ ਮਤ ਨਹੀਂ ਦਿੰਦੇ, ਸਮਝਾਉਂਦੇ ਨਹੀਂ ਹੈ ਵੀ ਭਾਈ ਤੇਰੇ 'ਚ ਆਹ ਗੁਣ, ਤੂੰ ਇਵੇਂ ਕਰ। ਕਹਿੰਦੇ ਉਹਦਾ ਤਮਾਸ਼ਾ ਵੇਖਦੇ ਸਗੋਂ, ਕੋਈ ਉਹਨੂੰ ਪੜ੍ਹਾਈ ਨਹੀਂ ਪੜ੍ਹਾਉਂਦੇ ਅੱਗੋਂ। ਜੇ ਕੋਈ ਨਹੀਂ ਗੁਣ ਹੈਗਾ, ਜੇ ਉਹਦੀ ਇੱਜ਼ਤ
ਜਿਹੜੀ ਹੈ ਕਿਤੇ ਬਚਦੀ ਹੋਵੇ, ਬਚਣ ਨਹੀਂ ਦਿੰਦੇ, ਸਗੋਂ ਲਾਉਂਦੇ ਆ। ਕਿਸੇ ਤਰ੍ਹਾਂ ਵੀ ਉਹਨੂੰ ਚੰਗੀ ਅਕਲ ਮੱਤ ਨਹੀਂ ਦਿੰਦੇ। ਹਾਸੀ ਕਰੈ ਧਰੈ ਹੰਕਾਰਾ। ਸਗੋਂ ਉਹਨੂੰ ਆਪਣੇ ਤੋਂ ਘੱਟ ਦੇਖ ਕੇ ਨਾ ਵੀ ਇਹ ਕਮਜ਼ੋਰ ਹੈ, ਮਾਤੜ ਹੈ, ਹਾਸੀ ਕਰਦੇ, ਠੱਠੇ ਮਖੌਲ ਕਰਦੇ, ਤਾੜੀਆਂ ਮਾਰ ਕੇ ਹੱਸਦੇ ਆ। ਧਰੈ ਹੰਕਾਰਾ, ਨਾਲੇ ਹੰਕਾਰ ਧਰਦੇ, ਹੰਕਾਰ ਬੜਾ ਕਰਦੇ ਮਨ ਵਿੱਚ। ਇਹੋ ਨਹਿ ਸਮ ਮਮ ਬੁੱਧ ਉਦਾਰਾ। ਦੂਜਿਆਂ ਵੱਲ ਹੱਥ ਕਰ ਕਰਕੇ ਕਹਿੰਦੇ ਉਹ ਜਿਹੋ ਜੀ ਮੇਰੀ ਬੁੱਧੀ ਹੈ ਨਾ ਮਹਾਨ, ਇਹ ਮੇਰੇ ਬਰਾਬਰ ਕੁਝ ਨਹੀਂ ਹੈ, ਮੇਰੇ ਤੁਲ ਤੇ ਕੁਝ ਵੀ ਨਹੀਂ ਹੈਗਾ। ਜਿਹੋ ਜੀ ਮੇਰੀ ਬੁੱਧੀ ਹੈ ਮਹਾਨ, ਤਕੜੀ, ਸਿਆਣੀ। ਪੁਨ ਤੀਜੀ ਨਿੰਦਾ ਪਹਿਚਾਨ। ਤੀਸਰਾ ਕਰਮ ਹੈ ਮਨਮੁਖ ਦਾ ਵੀ ਨਿੰਦਾ। ਨਿੰਦਾ ਪਹਿਚਾਨ ਲੈ, ਨਿੰਦਿਆ ਹੀ ਕਰੀ ਜਾਣੀ, ਨਿੰਦਿਆ ਹੀ ਕਰੀ ਜਾਣੀ। ਜਿੱਥੇ ਖਲੋਗੇ ਚਵਾਂ 'ਚ ਦਹਾਂ 'ਚ ਬਸ ਨਿੰਦਾ ਭੰਡੀ ਕਰੀ ਜਾਣੀ। ਇਹ ਤੀਸਰਾ ਕਰਮ ਪਛਾਣ ਲਓ ਮਨਮੁਖ ਦਾ। ਤਿਆਗ ਦੀਜੀਏ ਕਬ ਨਾ ਬਖਾਨ। ਭਾਈ ਭਗਤਾ ਉਹਰੀ, ਭਾਈ ਜਾਪੋ ਵੰਸੀ, ਇਹ ਜਿਹੜੀ ਨਿੰਦਾ ਕਰਨੀ ਹੈ ਬੜੀ ਮਾੜੀ ਹੈ, ਇਹਨੂੰ ਛੱਡ ਦਈਏ, ਕਦੀ ਨਾ ਕਹੀਏ ਮੁਖੋਂ। ਜੋ ਬਸੇਖ ਆਪਣੇ ਤੇ ਹੋਏ। ਉਹਦਾ ਕੀ ਸੁਭਾਅ ਹੁੰਦਾ ਮਨਮੁਖ ਦਾ ਵੀ ਜੇ ਆਪਣੇ ਤੋਂ ਕੋਈ ਵਿਸ਼ੇਖ ਵੱਡਾ ਮਹਾਨ ਹੋਵੇ ਤਿਹ ਕੀ ਉਸਤਤ ਕਰ ਹੈ ਕੋਏ। ਤੇ ਉਸ ਮਨਮੁਖ ਦੇ ਸਾਹਮਣੇ ਉਸ ਮਹਾਨ ਪੁਰਸ਼ ਦੀ ਜੇ ਕੋਈ ਉਸਤਤ ਵਡਿਆਈ ਮਹਿਮਾ ਕਰੇ ਵੀ ਉਹ ਬੜਾ ਸਿਆਣਾ, ਬੜਾ ਉਹ ਗੁਣ ਵਾਲਾ ਹੈ। ਦੋਹਰਾ ਸੁਨ ਕਰ ਨਹੀਂ ਸਹਾਰਨੀ। ਉਹ ਮਨਮੁਖ ਸੁਣ ਕਰਕੇ ਕੀ ਸਹਾਰਦਾ ਹੀ ਨਹੀਂ ਹੈ। ਜਰ ਬਰ ਤਿਹ ਤੇ ਜਾਏ। ਸੁਣ ਕੇ ਤੇ ਜਰ ਬਲ ਸੜ ਬਲ ਜਾਂਦਾ, ਮੱਚ ਕੇ ਕੋਲਾ ਹੀ ਹੋ ਜਾਂਦਾ। ਉਹ ਦੇਖਿਓ ਸੋ ਮੇਰੋ ਅਹ। ਅੱਗੋਂ ਕਹਿੰਦਾ ਉਹ ਕਿਹਦੀ ਗੱਲ ਕਰਦਾ, ਉਹਦੀ ਗੱਲ ਕਰਦਾ ਨੂੰ, ਉਹ ਤੇ ਮੇਰਾ ਅੱਖੀ ਦੇਖਿਆ ਹੋਇਆ, ਸਾਨੂੰ ਕੋਈ ਭੁੱਲਿਆ ਉਹਦੀ। ਇਸ ਬਿਦ ਨਿੰਦਾ ਲਾਏ। ਇਸ ਤਰ੍ਹਾਂ ਨਿੰਦਿਆ ਕਹਿੰਦਾ ਉਹ ਉਹਦੀ ਗੱਲ ਕਰਦਾ ਉਹਨੂੰ। ਉਹ ਅਸੀਂ ਜਾਣਦੇ ਕਿੰਨੇ ਕੁ ਪਾਣੀ 'ਚ ਸਾਡੇ ਅੱਖੀ ਦੇਖਿਆ ਹੈ, ਸਾਨੂੰ ਕੋਈ ਭੁੱਲ ਹੈ। 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਹੈ, ਵੱਡਾ ਭਗਤ ਆਇਆ ਉਹ। ਚੋਪਈ ਸਮ ਸੋ ਗਰਭ ਸੋਇਆ ਧਰਹੀ। ਐਵੇਂ ਉਹ ਨਿੰਦਿਆ ਕਰਦੇ, ਫਿਰ ਸਮ ਸੋ ਗਰਭ, ਜੇ ਕੋਈ ਬਰਾਬਰ ਦਾ ਦੇਖ ਲੈਂਦੇ ਵੀ ਇਹਦੇ ਨਾਲ ਤਾਂ ਕੋਈ ਵਾਹ ਪੇਸ਼ ਨਹੀਂ ਚੱਲਣੀ ਹੈ, ਇੱਥੇ ਜੇ ਕੋਈ ਗੱਲ ਕੀਤੀ ਹੱਥ ਹੌਲਾ ਮੇਰਾ ਹੀ ਹੋ ਜਾਣਾ। ਉੱਥੇ ਕੀ ਕਰਦੇ, ਅਸੂਇਆ ਧਰਹੀ, ਈਰਖਾ ਜੀ ਰੱਖ ਲੈਂਦੇ, ਈਰਖਾ ਧਾਰ ਲੈਂਦਾ ਮਨਮੁਖ। ਉਹ ਨਰ ਕਿਆ ਹਾਂ ਗੁਣ ਭਰਪੁਰ ਹੀ। ਤੇ ਬੜਾ ਕਹਿੰਦਾ ਉਹ ਜਿਹਦੀ ਤੂੰ ਗੱਲ ਕਰਦਾ ਉਹ ਭਲਾ ਕੀ ਹੈ, ਉਹ ਤੇ ਮੇਰੇ ਅੱਗੇ ਕੁਝ ਵੀ ਨਹੀਂ ਹੈ, ਗੁਣਾਂ ਵਿੱਚ ਤੇ ਮੈਂ ਭਰਿਆ ਹੋਇਆ, ਮੇਰੇ 'ਚ ਕਿਤੇ ਘਾਟਾ ਗੁਣਾਂ ਦਾ। ਚੌਥੀ ਹੱਠ ਬਿਰਥੀ ਅਸ ਜੋਏ। ਜੋ ਫਿਰ ਵੀ ਚੌਥੀ ਉਹਦਾ ਕੀ ਹੈ, ਹੱਠ ਵਾਲੀ ਬਿਰਤੀ ਹੁੰਦੀ ਹੈ। ਹਠੀਆ ਬੜਾ ਹੁੰਦਾ, ਜਿੱਦੀ ਬੜਾ ਹੁੰਦਾ, ਲੜਾਕੂ। ਦੇ ਉਪਦੇਸ਼ ਨਾ ਮੰਨੇ ਕੋਏ। ਜੇ ਉਹਨੂੰ ਕੋਈ ਉਪਦੇਸ਼ ਦੇਵੇ, ਗੁਰਮੁਖ ਦੇਵੇ, ਸੰਤ ਦੇਵੇ, ਭਗਤ ਦੇਵੇ, ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਦਾ ਉਪਦੇਸ਼ ਦੇਣ, ਨਾ ਮੰਨੇ ਕੋਈ, ਉਹ ਨਹੀਂ ਮੰਨਦਾ ਕੋਈ ਵੀ। ਕਿਤੇ ਅਸਰ ਨਹੀਂ ਹੁੰਦਾ, ਬੜਾ ਹਠੀਆ ਹੁੰਦਾ, ਜਿੱਦੀਆ। ਤੇ ਮਨ ਹੱਠ ਕੇ ਨੇ ਨਾ ਪਾਇਓ। ਗੁਰੂ ਸਾਹਿਬ ਕਹਿੰਦੇ ਮਨ ਦਾ ਹਠੀਆ ਹੁੰਦਾ ਉਹ ਮਨਮੁਖ, ਤਾਂ ਹੀ ਤੈਨੂੰ ਕਿਹਾ ਵੀ ਮਨ ਦਾ ਹਠੀਆ, ਜਿੱਦੀ। ਗੁਰੂ ਸਾਹਿਬ ਕੁਝ ਕਹਿੰਦੇ ਆ, ਉਹ ਆਪਣੀ ਜਿੱਦ, ਇੰਨੀ ਜਿੱਦ ਸਾਧ ਸੰਗਤ ਜੀ ਇੱਥੇ ਵੇਖੀਦਾ ਨਾ ਕਈਆਂ ਨੂੰ, ਬੜੀ ਜਿੱਦ ਮਾੜੀ ਉਹਨਾਂ ਦੀ। ਭਾਵੇਂ ਕਿ ਗੁਰੂ ਦੀ ਸਿੱਖਿਆ ਵਿੱਚ ਪੂਰੇ ਹੋਣਾ ਤੇ ਬੜਾ ਔਖੀ ਗੱਲ ਹੈ, ਪਰ ਉਹ ਪ੍ਰਤਾਖੀ ਇੱਕ ਤੇ ਹੁੰਦਾ ਨਾ ਵੀ ਪਤਾ ਨਾ ਲੱਗਣ ਦੇਣਾ ਵੀ ਇਹ ਮੇਰੇ ਨਾਲ ਮਾੜਾ ਕਿ ਚੰਗਾ, ਇੱਕ ਪ੍ਰਤਾਖੀ ਜ਼ਾਹਰ ਕਰ ਦਿਖਾਈ ਜਾਣਾ ਵੀ ਮੈਂ ਤੇਰੇ ਨਾਲ ਮਾੜਾ ਹੀ ਹਾਂ। ਤੇ ਜੇ ਗੁਰੂ ਸਾਹਿਬ ਕਹਿੰਦੇ ਉਹ ਐਸੀ ਮਨਮੁਖ ਦੀ ਚੌਥਾ ਉਹਦਾ ਲੱਛਣ ਮਾੜਾ ਇਹ ਹੈ ਵੀ ਹੱਠ ਵਾਲੀ ਬਿਰਤੀ ਹੁੰਦੀ ਉਹਦੀ। ਜੇ ਉਹਨੂੰ ਉਪਦੇਸ਼ ਦੇਵੇ ਕੋਈ ਗੁਰੂ ਪੀਰ, ਚਾਰ ਬਕਾਰ ਹੈ ਨਾ ਤੂੰ ਮਨ ਹੈ, ਖੱਡ ਵੀ ਏਕਾ ਬਾਤ ਵਖਾਨ ਹੈ, 10 ਅਸ਼ਟੀ ਮਲ ਏਕੋ ਕਹਿਆ, ਤਾਂ ਵੀ ਜੋਗੀ ਭੇਦ ਨਾ ਲਹਿਆ।
ਉਹ ਜਿਹੜਾ ਆਪਣੇ ਨੂੰ ਜੁੜਿਆ ਹੋਇਆ ਮੰਨਦਾ ਨਾ ਵੀ ਮੈਂ ਜੁੜਿਆ ਰੱਬ ਨਾਲ, ਉਹ ਨਹੀਂ ਭੇਦ ਲੈਂਦਾ ਗੱਲ ਦਾ, ਮੰਨਦਾ ਹੀ ਨਹੀਂ ਹੈ, ਉਹ ਗੱਲ ਤੇ ਆਉਂਦਾ ਹੀ ਨਹੀਂ ਹੈ। ਦੇਵ ਉਪਦੇਸ਼ ਕੋਈ ਸੰਤ ਮਹਾਤਮਾ ਗੁਰੂ ਪੀਰ ਗੁਰਮੁਖ ਉਪਦੇਸ਼ ਦੇਣ, ਗੁਰਬਾਣੀ ਦੇ ਪ੍ਰਮਾਨਾਂ ਰਾਹੀਂ ਵੀ ਭਾਵੇਂ ਦੇਣ, ਨਾ ਮੰਨੇ ਕੋਈ, ਉਹ ਨਹੀਂ ਮੰਨਦਾ, ਕਹਿੰਦਾ ਮੈਂ ਨਹੀਂ ਮੰਨਦਾ ਇਹ ਗੱਲ। ਤਦਪ ਹਠ ਕਰ ਕਰ ਪੁਨ ਕਹੀ, ਫੇਰ ਵੀ ਸਗੋਂ ਨਾ ਹੱਠ ਕਰ ਕਰਕੇ ਪੁਨः ਅੱਗੋਂ ਹੀ ਕਹਿੰਦਾ ਹੈ। ਦੇਵ ਉਪਦੇਸ਼ ਉੱਤੋਂ ਹੀ ਅਰਥ ਕਰ ਲੈਣਾ, ਅੱਗੋਂ ਉਪਦੇਸ਼ ਦਿੰਦਾ ਹੈ, ਉਹ ਅੱਗੋਂ ਉਪਦੇਸ਼ ਦਿੰਦਾ, ਆਪ ਨਹੀਂ ਮੰਨਦਾ, ਸਗੋਂ ਦੂਜਿਆਂ ਨੂੰ ਉਪਦੇਸ਼ ਉਹ ਦਿੰਦਾ, ਹੱਠ ਕਰੀ ਜਾਂਦਾ, ਜਿੱਦ ਕਰ ਕਰਕੇ ਕਹਿੰਦਾ, ਭਿੜਦਾ ਅੱਗੋਂ। ਚਤੁਰ ਕਰਮ ਮਨ ਮੁਖ ਕੇ ਅਹੀ, ਭਾਈ ਭਗਤਾ ਭਾਈ ਜਾਪੂ ਵੰਸੀ, ਇਹ ਮਨਮੁਖ ਦੇ 4 ਕਰਮ ਹੈ ਮਾੜੇ, 4 ਖੋਟੇ ਲੱਛਣ ਹੈ ਮਾੜੇ ਉਹਦੇ। ਤਿਨ ਕੋ ਤਿਆਗ ਕਰਹੁ ਤੁਮ ਸੇ, ਇਹ ਮਨਮੁਖੋਂ ਵਾਲੇ ਜਿਹੜੇ ਖੋਟੇ ਕਰਮ, ਇਹਨਾਂ ਨੂੰ ਛੱਡ ਕਰਕੇ ਤੁਸੀਂ ਇਸ ਤਰ੍ਹਾਂ ਕਰੋ। ਸਿਸਰ ਬਿਖਾ ਤਰ ਪਤਰਨ ਜਾਸੇ, ਇਹਨਾਂ ਦਾ ਤਿਆਗ ਇਸ ਤਰ੍ਹਾਂ ਤੁਸੀਂ ਕਰੋ ਜਿਵੇਂ ਪੱਤ ਝੜਦੇ ਸਮੇਂ ਵਿੱਚ ਜਿਹੜੇ ਬ੍ਰਿਛ ਹੈ, ਰੁੱਖ ਹੈ, ਪੱਤਿਆਂ ਨੂੰ ਤਿਆਗ ਦਿੰਦੇ, ਛੱਡ ਦਿੰਦੇ, ਝਾੜ ਕੇ ਥੱਲੇ ਸੁੱਟ ਦਿੰਦੇ। ਦੋਹਰਾ ਸਿੱਖਨ ਕੋ ਗੁਰਦੇਵ ਸਮ, ਜਿਹੜੇ ਗੁਰੂ ਕੇ ਸਿੱਖ ਹੁੰਦੇ ਆ ਉਹਨਾਂ ਸਿੱਖਾਂ ਦਾ ਸਤਿਕਾਰ ਕਰੀਏ, ਗੁਰਦੇਵ ਗੁਰੂ ਦੇ ਸਮਾਨ ਸਮਝ ਕੇ। ਜਾਨਹਿ ਮਨ ਕਰ ਨੀਵਾ, ਗੁਰੂ ਕੇ ਸਿੱਖਾਂ ਨੂੰ ਮਨ ਨੂੰ ਨੀਵਾ ਕਰਕੇ, ਮੱਤ ਉੱਚੀ ਕਰਕੇ, ਸਿੱਖਾਂ ਦਾ ਮਨ ਨੀਵਾ ਮੱਤ ਉੱਚੀ ਕਰਕੇ, ਮਨ ਨੀਵਾ ਕਰਕੇ ਗੁਰੂ ਕੇ ਸਿੱਖਾਂ ਨੂੰ ਗੁਰਦੇਵ ਗੁਰੂ ਸਮਾਨ ਸਮਝੇ। ਧਰਮ ਕਰਿਤ ਕਰ ਜਗਤ ਮਹਾ, ਧਰਮ ਦੀ ਜਿਹੜੀ 10 ਨੌਵਾਂ ਦੀ ਕਿਰਤ ਕਮਾਈ ਕਰਕੇ ਸੰਸਾਰ ਦੇ ਵਿੱਚ ਖਾਵਹਿ ਵੰਡ ਸਦੀਵ, ਹਮੇਸ਼ਾ ਵੰਡ ਕੇ ਫਿਰ ਆਪ ਖਾਵੇ। ਧਰਮ ਦੀ ਕਿਰਤ ਕਰਕੇ ਵੰਡੇ, ਪਹਿਲਾਂ ਵੰਡ ਕੇ ਆਪ ਖਾਵੇ। ਗੁਰੂ ਘਰ ਦੇ ਸਿਧਾਂਤ ਹੈ ਭਾਈ। ਚੌਪਈ ਆਸ ਉਪਦੇਸ਼ ਗੁਰੂ ਕੋ ਸੁਨ ਕਾ, ਇਸ ਤਰ੍ਹਾਂ ਦਾ ਬਹੁਤ ਮਹਾਨ ਹੀ ਪਵਿੱਤਰ ਉਪਦੇਸ਼ ਸੁਣ ਕੇ ਸਤਿਗੁਰੂ ਜੀ ਦਾ ਮੰਨਿਓ ਮਨ ਕੀਨੋ ਸਭ ਗੁਣ ਕਾ, ਇਹਨਾਂ ਦੋਨਾਂ ਸਿੱਖਾਂ ਨੇ ਮਨ ਵਿੱਚ ਚੰਗਾ ਵਿਚਾਰ ਕੇ ਵੀ ਭਲੇ ਦੇ ਉਪਦੇਸ਼ ਗੁਰੂ ਨੇ ਕਿਹਾ, ਸਾਡੇ ਭਲੇ ਦੀ ਗੱਲ ਕਹੀ ਹੈ ਤੇ ਮਨ ਵਿੱਚ ਮੰਨਿਆ ਹੈ। ਬਰਤਨ ਲੱਗੇ ਜਗਤ ਮਹਾਸੇ, ਫਿਰ ਉਹ ਜਗਤ ਵਿੱਚ ਤੇ ਇਸੇ ਤਰ੍ਹਾਂ ਹੀ ਵਰਤਨ ਲੱਗੇ ਐ। ਕੇਵਲ ਹੋਵਹਿ ਪ੍ਰਾਪਤ ਜਾਸੇ, ਜਿਸ ਤਰ੍ਹਾਂ ਵੀ ਕੇਵਲ ਮੁਕਤੀ ਪ੍ਰਾਪਤ ਹੋ ਜਾਏ, ਪਰਮੇਸ਼ਰ ਵਿੱਚ ਅਭੇਦਤਾ ਹੋ ਜਾਏ, ਇਸ ਤਰ੍ਹਾਂ ਉਹ ਗੁਰੂ ਦੇ ਬਚਨ ਲੈ ਕੇ ਵਰਤਨ ਲੱਗੇ ਐ। ਸਿੰਘਾਂ ਗੱਜਣ ਦੋਨੋਂ ਭਾਈ, ਇਸੇ ਤਰ੍ਹਾਂ ਹੁਣ ਇਹ ਭਾਈ ਭਗਤਾ ਹਰੀ ਜੀ ਦਾ ਤੇ ਜਾਪੂ ਵੰਸੀ ਦਾ ਪ੍ਰਸੰਗ ਸਮਾਪਤ ਹੋਇਆ। ਦੂਸਰਾ ਪ੍ਰਸੰਗ ਦੇ ਵਿੱਚ ਆਰੰਭ ਹੋ ਰਿਹਾ, ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ, ਸਿੰਘਾਂ ਉੱਪਰ ਜਾਣੀਐ ਗੱਜਣ ਉੱਪਰ ਸਤਿਗੁਰ ਭਾਵੈ। ਵੀ ਇੱਕ ਤੇ ਸਿੰਘਾਂ ਉੱਪਰ ਨਾਮ ਦਾ ਜਾਣੀਏ ਭਾਈ, ਤੇ ਇੱਕ ਗੱਜਣ ਉੱਪਰ ਸਤਿਗੁਰ ਨੂੰ ਜੋ ਭਾਵੈ। ਜਿਨ੍ਹਾਂ ਨੂੰ ਸਤਿਗੁਰੂ ਭਾਏ ਇਹਦੇ ਸਤਿਗੁਰੂ ਨੂੰ ਆਪ ਵੀ ਭਾਏ ਚੰਗੇ ਲੱਗੇ। ਇਹ ਦੋਵੇਂ ਭਰਾ ਜੋ ਸਨ ਸੋ ਆਏ ਸਤਿਗੁਰ ਸਰਨਾਈ, ਸਿੰਘਾਂ ਉੱਪਲ ਤੇ ਗੱਜਣ ਉੱਪਲ ਭਾਈ ਗੁਰਦਾਸ ਦੀ ਵਾਰ 'ਚ ਨਾਮ ਇਹਨਾਂ ਦਾ। ਇਹ ਦੋਵੇਂ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਏ ਸ੍ਰੀ ਕਰਤਾਰਪੁਰ ਸਾਹਿਬ। ਦਰਸ਼ਨ ਦੇਖਿਓ ਸ੍ਰੀ ਸੁਖ ਕੰਦਾ, ਸੁੱਖਾਂ ਦੇ ਜੋ ਕੰਧ ਬੱਦਲ ਹੈ ਜਾਂ ਸੁੱਖਾਂ ਦੇ ਮੁੱਢ ਕਾਰਨ ਗੁਰੂ ਨਾਨਕ ਸਾਹਿਬ ਜੀ, ਇਹਨਾਂ ਨੇ ਆ ਕੇ ਗੁਰੂ ਸਾਹਿਬ ਜੀ ਦਾ ਦਰਸ਼ਨ ਦੇਖਿਆ। ਕਰੀ ਬੰਦਨਾ ਪਦ ਅਰਬਿੰਦਾ, ਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਉੱਪਰ ਨਮਸਕਾਰ ਕੀਤੀ ਹੈ। ਦੋਹਰਾ ਕਰ ਜੋਰੇ ਠਾਂਡੇ ਪਏ, ਦੋਵੇਂ ਹੱਥ ਜੋੜੇ ਤੇ ਖੜੇ ਹੋ ਗਏ। ਹਸ ਕੀਨੀ ਅਰਦਾਸ, ਖੜਿਆਂ ਹੋ ਕੇ ਬੜੇ ਪਿਆਰ ਸਤਿਕਾਰ ਨਾਲ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ, ਨਿਸ਼ਕਪਟ ਹੋ ਕੇ। ਚਤੁਰ ਪਦਾਰਥ ਦੇਹੋ ਪ੍ਰਭ, ਗੁਰੂ ਨਾਨਕ ਸਾਹਿਬ ਜੀ ਜਿਹੜੇ 4 ਪਦਾਰਥ ਧਰਮ ਅਰਥ ਕਾਮ ਮੋਖ, ਇਹ ਸਾਨੂੰ ਦੋਨਾਂ ਭਰਾਵਾਂ ਨੂੰ ਦਿਓ ਜੀ। ਜਨਮ ਮਰਨ ਕਟ ਫਾਸ, ਨਾਲ ਹੀ ਗੁਰੂ ਸਾਹਿਬ ਜੀ ਜੰਮ ਕੇ ਆਉਣਾ, ਮਰ ਕੇ ਜਾਣਾ, ਬੜੀ ਵੱਡੀ ਫਾਈ, ਇਹ ਵੀ ਕੱਟ ਦਿਓ। ਚੌਪਈ
ਤੁਮਰੇ ਸਰਸ ਨਾ ਅਪਰ ਉਦਾਰਾ। 24 ਕਿਥੇ ਲਿਖਿਆ? ਦੋਹਰਾ ਤੁਮਰੇ ਸਰਸਨਾ ਅਪਰੋਧਾਰਾ। ਪਾਠ ਸ਼ੁੱਧ ਕਰ। ਤੁਮਰੇ ਸਰਸਨ ਅਪਰ ਉਧਾਰਾ। ਕਹਿਣ ਲੱਗੇ ਸਤਿਗੁਰੂ ਜੀ ਤੁਹਾਡੇ ਬਰਾਬਰ ਦਾ ਸਖੀ ਦਾਤਾ ਦੁਨੀਆ ਵਿੱਚ ਹੋਰ ਹੈ ਹੀ ਨਹੀਂ ਹੈ। ਜੋ ਜਾਚਹ ਸੋ ਦੇਹੋ ਦਤਾਰਾ। ਜੋ ਗੁਰੂ ਸਾਹਿਬ ਜੀ ਤੁਸੀਂ ਦਾਤੇ ਹੋ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਤੁਸੀਂ ਦਾਤੇ ਹੋ, ਅਸੀਂ ਜੋ ਵੀ ਦੋਵੇਂ ਭਰਾ ਮੰਗਦੇ ਹਾਂ ਉਹ ਗੁਰੂ ਸਾਹਿਬ ਜੀ ਸਾਨੂੰ ਦੇ ਦਿਓ। ਆਸਾ ਧਰ ਅਰਦਾਸ ਬਖਾਨੇ। ਆਸਾਂ ਨੇ ਬੜੀ ਇੱਛਾ ਧਾਰ ਕੇ ਵੀ ਧਰਮ ਅਰਥ ਕਾਮ ਮੁਖ ਤੁਹਾਡੇ ਪਾਸੋਂ ਪ੍ਰਾਪਤ ਕਰਨਾ ਹੈ ਤਾਂ ਅਰਦਾਸ ਕੀਤੀ ਹੈ ਜੀ। ਪੂਰਨ ਕੀਜਾ ਸ੍ਰੀ ਗੁਣ ਖਾਨੇ। ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਜੀ ਸਾਡੀ ਅਰਦਾਸ ਪੂਰੀ ਕਰੀਏ। ਕਹਿ ਕਬੀਰ ਤੂੰ ਸਮਰੱਥ ਦਾਤੇ ਚਾਰ ਪਦਾਰਥ ਦੇਤਨਾ ਬਾਦ। ਤੁਹਾਡੇ ਕੋਲ ਤੇ ਕੋਈ ਦੇਰੀ ਨਹੀਂ ਹੈ ਮਹਾਰਾਜ। ਸਨ ਕੈ ਸ੍ਰੀ ਗੁਰ ਗਿਰਾ ਅਲਾਏ। ਇਹਨਾਂ ਸਿੱਖਾਂ ਦੋਵਾਂ ਭਰਾਵਾਂ ਤੋਂ ਸੁਣ ਕੇ ਗੁਰੂ ਸਾਹਿਬ ਜੀ ਨੇ ਬਾਣੀ ਬਚਨ ਕਿਹਾ। ਲੋਚਨ ਕੋਰਨ ਕਰਨਾ ਛਾਏ। ਜਿਨ੍ਹਾਂ ਸਤਿਗੁਰਾਂ ਦੇ ਨੇਤਰਾਂ ਦੀਆਂ ਕੋਰਾਂ ਵਿੱਚ ਬੜੀ ਦਇਆ ਮਿਹਰ ਕਿਰਪਾ ਹੀ ਛਾਈ ਹੋਈ ਸੀ। ਸਿਮਰਹੁ ਵਾਹਿਗੁਰੂ ਲਿਵਲਾਏ। ਗੁਰੂ ਮਹਾਰਾਜ ਕਹਿੰਦੇ ਜੇ ਤੁਸੀਂ ਧਰਮ ਅਰਥ ਮਾਇਆ ਕਾਮ ਇੱਛਾ ਮੋਹ ਮੁਕਤੀ ਚਾਹੁੰਦੇ ਭਾਈ ਚਾਰ ਪਦਾਰਥ ਚਾਹੁੰਦੇ ਹੋ ਤਾਂ ਤੁਸੀਂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਇਹ ਮਨ ਦੀ ਬਿਰਤੀ ਦੀ ਲਿਵ ਲਾ ਕੇ ਸਿਮਰੋ ਯਾਦ ਕਰੋ। ਦੇ ਪਦਾਰਥ ਸੋ ਤੁਮ ਤਾਈ। ਉਹ ਸਮਰੱਥ ਹੈ ਵਾਹਿਗੁਰੂ ਦਾ ਨਾਮ ਤੁਹਾਡੇ ਤਾਈਂ ਚਾਰ ਪਦਾਰਥ ਹੀ ਦੇ ਦੇਵੇਗਾ। ਕਹਾ ਸੋ ਜਾਂ ਕੋ ਅਰਥ ਬਤਾਵੋ। ਇਹ ਸਿੱਖ ਭਾਈ ਸਿੰਘਾਂ ਦੇ ਭਾਈ ਗੱਜਣ ਫਿਰ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਜੋ ਤੁਸਾਂ ਨੇ ਵਾਹਿਗੁਰੂ ਸ਼ਬਦ ਕਿਹਾ ਹੈ ਇਸ ਵਾਹਿਗੁਰੂ ਸ਼ਬਦ ਦੇ ਸਾਨੂੰ ਅਰਥ ਵੀ ਦੱਸੋ ਵੀ ਇਹਦੇ ਅਰਥ ਕੀ ਹੈ। ਦੇ ਉਪਦੇਸ਼ ਭਲੇ ਸਮਝਾਵੋ। ਸੋਹਣਾ ਫਿਰ ਉਪਦੇਸ਼ ਵੀ ਦੇ ਦਿਓ ਤੇ ਚੰਗੀ ਤਰ੍ਹਾਂ ਇਹਨਾਂ ਦੇ ਅਰਥ ਵੀ ਸਮਝਾਓ ਜੀ। ਤਬ ਸ੍ਰੀ ਨਾਨਕ ਅਰਥ ਬਖਾਨਾ। ਤਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਵਾਹਿਗੁਰੂ ਸ਼ਬਦ ਦੇ ਅਰਥ ਕਹੇ। ਜੇ ਸਿਮਰਹ ਸੇ ਨਰ ਮਤਵਾਨਾ। ਜੋ ਵਾਹਿਗੁਰੂ ਮੰਤਰ ਨੂੰ ਜਪਣ ਦਾ ਮਹਾਤਮ ਹੈ ਕਿੰਨੇ ਯੁੱਗਾਂ ਦੀ ਭਗਤੀ ਹੈ ਸਾਧ ਸੰਗਤ ਜੀ। ਇੱਥੇ ਹੁਣ ਵਾਹਿਗੁਰੂ ਨਾਮ ਦਾ ਮਹਾਤਮ ਆ ਰਿਹਾ ਕਿਉਂਕਿ ਰੋਜ਼ ਇੱਥੇ ਕਥਾ ਸਵੇਰੇ ਸ਼ਾਮੀ ਜਦੋਂ ਹੁੰਦੀ ਹੈ ਨਾਮ ਵਿੱਚ ਕਹਿੰਦੇ ਜਾਈਦਾ ਵੀ ਨਾਮ ਜਪੋ ਨਾਮ ਜਪੋ। ਕਈ ਵਿਚਾਰੇ ਸੋਚਦੇ ਵੀ ਨਾਮ ਜਪੀਏ ਕਿਹੜਾ, ਉਹ ਨਾਮ ਭਾਈ ਵਾਹਿਗੁਰੂ ਹੈ। ਅਤੇ ਇਹ ਵਾਹਿਗੁਰੂ ਨਾਮ ਦਾ ਮਹਾਤਮ ਕੀ ਹੈ ਕਿਉਂਕਿ ਕਿਸੇ ਵੇਲੇ ਆਈ ਜਾਂਦੀ ਮਨ 'ਚ ਵਾਹਿਗੁਰੂ ਵਾਹਿਗੁਰੂ ਵੀ ਇੱਦਾਂ ਕੀਤਿਆਂ ਕੀ ਹੋਊ। ਇਹ ਵਾਹਿਗੁਰੂ ਨਾਮ ਦੇ ਜਪਣ ਨਾਲ ਮਿਲਦਾ ਕੀ ਹੈ, ਫਲ ਕਿੰਨਾ ਹੈ, ਕਿੰਨੇ ਯੁੱਗਾਂ ਦੀ ਭਗਤੀ ਹੈ, ਵਾਹਿਗੁਰੂ ਸ਼ਬਦ ਦੇ ਅਰਥ ਕੀ ਹੈ, ਇਹ ਸਤਿਗੁਰ ਜੀ ਬੜੇ ਵਿਸਥਾਰ ਨਾਲ ਭਾਈ ਸਿੰਘਾਂ ਗੱਜਣ ਹੋਣਾ ਨੂੰ ਸਮਝਾ ਰਹੇ ਹੈ। ਗੁਰੂ ਸਾਹਿਬ ਕਹਿੰਦੇ ਭਾਈ ਜਿਹੜੇ ਪੁਰਸ਼ ਬੜੀ ਬੁੱਧੀ ਵਾਲੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਸਿਮਰਦੇ ਹੈ। ਦੋਹਰਾ ਵਾਸਦੇਵ ਬਾਵਾ ਵਰਨ ਹਾਹਾ। ਵਰਨ ਤੇ ਵਿਸ਼ਰਾਮ ਵਾਸਦੇਵ ਬਾਵਾ ਵਰਨ। ਜੋ ਵਾਹਿਗੁਰੂ ਦਾ ਵਾਸਦੇਵ ਨਾਮ ਹੈ ਇਹ ਤੋਂ ਵਾਵਾ ਅੱਖਰ ਲਿਆ ਹੈ। ਹਾਹਾ ਹਰ ਤੇ ਲੀਨਾ। ਜੋ ਉਸ ਪਰਮੇਸ਼ਰ ਵਾਹਿਗੁਰੂ ਦਾ ਹਰ ਨਾਮ ਹੈ ਉਸ ਹਰ ਤੋਂ ਹਾਹਾ ਅੱਖਰ ਲਿਆ ਹੈ। ਗੱਗਾ ਗੋਬਿੰਦ ਤੇ ਲਿਓ। ਜੋ ਪਰਮਾਤਮਾ ਦਾ ਗੋਬਿੰਦ ਨਾਮ ਹੈ ਗੋਬਿੰਦ ਨਾਮ ਤੋਂ ਗੱਗਾ ਅੱਖਰ ਲਿਆ ਹੈ। ਰਾਰਾ ਰਾਮ ਪਰਬੀਨਾ। ਜੋ ਰਮੰਤੀ ਰਾਮਾ ਰਮਿਆ ਹੋਇਆ ਰਮਤ ਰਾਮ ਸਭ ਰਹਿਓ ਸਮਾਏ। ਐਸਾ ਜੋ ਵਾਹਿਗੁਰੂ ਦਾ ਰਾਮ ਨਾਮ ਹੈ ਅੰਤਰਜਾਮੀ ਪਰਮੇਸ਼ਰ ਦਾ ਰਾਮ ਅੱਖਰ ਤੋਂ ਰਾਰਾ ਅੱਖਰ ਲਿਆ ਹੈ। ਚੌਪਈ ਏਕ ਨਾਮ ਤੇ ਚਤਰ ਸੋ ਜਾਪੋ। ਇਵੇਂ ਬਣ ਗਿਆ ਵਾਹਿਗੁਰੂ ਵਾਸਦੇਵ ਤੋਂ ਵਾਵਾ ਤੇ ਹਰ ਤੋਂ ਹਾਹਾ ਗੱਗੇ ਤੋਂ ਗੋਬਿੰਦ ਤੋਂ ਗੱਗਾ ਰਾਮ ਤੋਂ ਰਾਮ ਬਣ ਗਿਆ ਵਾਹਿਗੁਰੂ। ਇਹ ਭਾਈ ਇੱਕ ਨਾਮ ਤੇ ਇਹ ਵਾਹਿਗੁਰੂ ਇੱਕ ਨਾਮ ਤੋਂ ਚਾਰ ਨਾਮਾਂ ਦੇ ਜਾਪ ਹੁੰਦੇ ਹੈ। ਜੇ ਕੋਈ ਰਾਮ ਰਾਮ ਕਹੇ 4 ਵਾਰੀ ਵਾਹਿਗੁਰੂ ਇੱਕ ਵਾਰ ਕਹਿ ਦੇਵੇ ਤੇ ਇੰਨਾ ਫਲ ਹੈ।
ਜੇ ਕੋਈ ਗੋਬਿੰਦ 4 ਵਾਰੀ ਕਹੇ, ਵਾਸਦੇਵ ਕਹੇ ਵੀ ਵਾਸਦੇਵ 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 ਵਾਸਦੇਵ, ਇਹ 4 ਵਾਰੀ ਕਹਿਣਾ, ਇੱਧਰ ਕਹਿਣਾ ਵਾਹਿਗੁਰੂ ਤੇ ਉਹ 4 ਵਾਰੀ ਹੋ ਜਾਣਾ। ਉੱਧਰ ਤੁਸੀਂ ਵਾਹਿਗੁਰੂ 4 ਵਾਰੀ ਕਹਿਣਾ ਤੇ ਵਾਸਦੇਵ 16 ਵਾਰੀ ਕਹਿਣਾ ਪੈਣਾ। ਤੇ ਸੌਖਾ ਕੀ ਹੈ? ਵਾਹਿਗੁਰੂ ਜਪਣਾ। ਫਿਰ ਇਹ 4 ਯੁੱਗਾਂ ਦੀ ਭਗਤੀ ਹੈ। ਸਤਿਯੁਗ ਸਤਿਗੁਰ ਵਾਸਦੇਵ, ਤ੍ਰੇਤੇ ਸਤਿਗੁਰ ਰਾਮ ਜੀ, ਦੁਆਪਰ ਸਤਿਗੁਰ ਹਰੇ ਕ੍ਰਿਸ਼ਨ ਅਤੇ ਕਲਯੁਗ ਨਾਮ ਗੋਬਿੰਦ ਹੈ। ਇਹ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਕਲਯੁਗ ਵਿੱਚ ਗੱਗਾ ਗੋਬਿੰਦ ਨਾਮ ਅਲਾਵੈ। ਇਵੇਂ ਇਹ 4 ਯੁੱਗਾਂ ਦੀ ਭਗਤੀ ਹੈ ਸਾਧ ਸੰਗਤ ਜੀ, ਜਿਹੜੀ ਸਤਿਯੁਗ ਵਿੱਚ ਤ੍ਰੇਤੇ ਦੁਆਪਰ 'ਚ ਹੋਈ ਹੈ ਵੱਖੋ ਵੱਖਰੇ ਨਾਮਾਂ ਨਾਲ। ਗੁਰੂ ਸਾਹਿਬ ਜੀ ਨੇ ਸਾਨੂੰ ਇੱਥੇ ਜਿਹੜਾ ਨਾਮ ਵਾਹਿਗੁਰੂ ਇਕੱਠਾ ਹੀ ਕਰਕੇ ਕਲਯੁਗ 'ਚ ਦੇ ਦਿੱਤਾ। ਭਾਈ 4 ਯੁੱਗਾਂ ਦੀ ਭਗਤੀ ਕਰੀ ਜਾਓ ਸੌਖੇ ਢੰਗ ਨਾਲ, 2 ਪ੍ਰਸ਼ਾਦੇ ਛਕ ਕੇ। ਫਿਰ ਇਸ ਵਾਹਿਗੁਰੂ ਸ਼ਬਦ ਦਾ ਅਭਿਆਸ ਗੁਰੂ ਮਹਾਰਾਜ ਨੇ ਆਪ ਕੀਤਾ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਭਾਈ ਮਣੀ ਸਿੰਘ ਦੀ ਪੋਥੀ 'ਚ ਲਿਖਿਆ ਹੈ, ਜਦੋਂ ਗੁਰੂ ਸਾਹਿਬ ਜੀ ਰਸਨਾ ਤੋਂ ਬੋਲੇ ਸਨ ਪਹਿਲਾ ਬਚਨ, ਜਿਵੇਂ ਬੱਚੇ ਬੋਲਦੇ ਗੱਲਾਂ ਕਰਦੇ ਆ, ਗੁਰੂ ਜੀ ਨੇ ਮੁੱਖੋਂ ਮੰਮੀ ਪਾਪਾ ਪਿਤਾ ਜੀ ਕੁਝ ਨਹੀਂ ਕਿਹਾ, ਵਾਹਿਗੁਰੂ ਕਿਹਾ ਸੀ। ਫਿਰ ਪਿਛਲੇ ਯੁੱਗਾਂ ਵਿੱਚ ਗੁਰੂ ਮਹਾਰਾਜ ਨੇ 9 ਯੁੱਗ ਵਿੱਚ ਵਾਹ 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 ਹਾ 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 ਹਾ, ਇਵੇਂ 9 ਯੁੱਗ ਨਾ 4 ਨਾ 36 ਯੁੱਗ ਵਾਹਿਗੁਰੂ ਅੱਖਰ ਨੂੰ ਸੋਧਿਆ ਸਿੱਧ ਕੀਤਾ ਅਤੇ ਤਾਂ ਸਾਨੂੰ ਮੰਤਰ ਦਿੱਤਾ। ਨਹੀਂ ਤਾਂ ਕੋਈ ਮੰਤਰ ਅਸੀਂ ਜਪਾਂਗੇ ਪਹਿਲਾਂ ਸਿੱਧ ਕਰਨਾ ਪਊ, ਉਹਦੇ ਵਾਸਤੇ ਸਿੱਧੀ ਕਰਨੀ ਪਊ। ਇਹ ਵਾਹਿਗੁਰੂ ਮੰਤਰ ਦੀ ਤਾਂ ਪਹਿਲਾਂ ਹੀ ਸਿੱਧੀ ਹੋਈ ਪਈ ਹੈ, ਬਸ ਜਪਣ ਦੀ ਲੋੜ ਹੈ। ਚਮਤਕਾਰ ਇਹਦਾ ਬਹੁਤ ਮਹਾਨ ਹੈ। ਕਾਰ ਸੇਵਾ ਵਾਲੇ ਜਿਹੜੇ ਮਹਾਂਪੁਰਸ਼ ਹੁੰਦੇ ਆ, ਉਹ ਵਾਹਿਗੁਰੂ ਦਾ ਜਾਪ ਹੀ ਕਰਾਉਂਦੇ ਆ, ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਜਿਹੜੇ ਕੋਈ ਸੰਪਰਦਾਇ ਟਕਸਾਲੀ ਮਹਾਂਪੁਰਸ਼ ਹੈ, ਉਹਨਾਂ ਨੇ ਮੂਲ ਮੰਤਰ ਦਾ ਬਹੁਤਾ ਅਭਿਆਸ ਕੀਤਾ ਹੁੰਦਾ। ਇਵੇਂ ਵਾਹਿਗੁਰੂ ਜਿਹੜਾ ਮੰਤਰ ਹੈ, ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਜਿਸ ਨੂੰ ਜਪਦਿਆਂ ਹੰਕਾਰ ਚਲਿਆ ਜਾਂਦਾ। ਕੋਈ ਜਪੇ ਦੇ ਸਹੀ ਤਨੋ ਮਨੋ ਹੋ ਕੇ, ਕੋਈ 5000 ਵਾਰ, ਕੋਈ 7000 ਵਾਰ, ਕੋਈ 10000 ਵਾਰ ਦਿਨ ਦਾ, ਐਵੇਂ 1-2 ਵਾਰੀ ਨਹੀਂ। ਵੀ ਇੱਕ ਵਾਰੀ ਮਹਾਨ ਹੀ ਹੈ ਗੁਰੂ ਦਾ ਨਾਮ, ਪਰ ਜਦੋਂ ਕੁਝ ਪਾਉਣਾ ਉਦੋਂ ਮਿਹਨਤ ਨਾਲ ਜ਼ਰੂਰੀ ਹੈ। ਗੁਰੂ ਮਹਾਰਾਜ ਨਾਮ ਦੀ ਮਹਾਨਤਾ ਜਣਾਉਂਦੇ ਹੋਏ ਕਹਿੰਦੇ, ਭਾਈ ਸਿੰਘਾਂ ਗੱਜਣ ਇੱਕ ਵਾਹਿਗੁਰੂ ਦੇ ਨਾਮ ਕਰਕੇ 4 ਨਾਮਾਂ ਦੇ ਜਾਪ ਹੁੰਦੇ, 4 ਯੁੱਗਾਂ ਦੀ ਭਗਤੀ ਹੁੰਦੀ ਹੈ। ਜਾਂ ਤੇ ਹੈ ਇਹ ਅਧਿਕ ਪ੍ਰਤਾਪ। ਇਸ ਕਰਕੇ ਵਾਹਿਗੁਰੂ ਨਾਮ ਬਹੁਤ ਤੇਜ ਪ੍ਰਤਾਪ ਵਾਲਾ, ਇਹ ਸਿੱਧ ਕੀਤਾ ਹੋਇਆ ਮੰਤਰ ਹੈ, ਗੁਰ ਮੰਤਰ ਹੈ ਭਾਈ। ਦੂਸਰ ਅਰਥ ਔਰ ਸੁਨ ਲੀਜੈ। ਫਿਰ ਵਾਹਿਗੁਰੂ ਸ਼ਬਦ ਦਾ ਜਿਹੜਾ ਦੂਸਰਾ ਅਰਥ ਥੋੜਾ ਡੂੰਘਾਈ ਵਾਲਾ, ਉਹ ਵੀ ਸੁਣ ਲਈਏ। ਜਾਪ ਕਰੇ ਸਭ ਸੰਕਟ ਸੀਜੈ। ਜਿਸ ਵਾਹਿਗੁਰੂ ਨੂੰ ਜਾਪ ਕੀਤਿਆਂ ਸਾਰੇ ਸੰਕਟ ਦੁੱਖ ਕਲੇਸ਼ ਨਾਸ ਹੋ ਜਾਂਦੇ ਆ। ਵਾਹੇ ਨਾਮ ਅਚਰਜ ਪਹਿਚਾਨੋ। ਵਾਹੇ ਜਿਹੜੇ 2 ਅੱਖਰ ਹੈ, ਇਹ ਵਾਹੇ ਨਾਮ ਦਾ ਅਰਥ ਹੈ ਜੋ ਪਰਮੇਸ਼ਰ ਅਚਰਜ ਰੂਪ, ਅਚਰਜ ਕਥਾ ਮਹਾ ਅਨੂਪ। ਉਹਦਾ ਇੱਕ ਨਾਮ ਵਿਸਮਾਦ ਅਚਰਜ। ਇਹ ਜਿਹੜਾ ਅਚਰਜ ਵਾਹੇ ਨਾਮ ਦਾ ਅਰਥ ਹੈ, ਅਚਰਜ ਪਹਿਚਾਨ ਲਓ। ਜੇ ਜਿੱਥੇ ਕਹਿਤਾ ਨਾ ਅਚਰਜ ਹੀ ਗੱਲ ਹੋ ਗਈ, ਉਹਦੇ ਅੱਗੇ ਕੋਈ ਸ਼ਬਦ ਨਹੀਂ ਹੈਗਾ। ਵਿਸਮਾਦ ਕਹਿਤਾ, ਉੱਥੇ ਅੱਗੇ ਕੋਈ ਸ਼ਬਦ ਨਹੀਂ ਹੈਗਾ। ਇਸੇ ਤਰ੍ਹਾਂ ਜਦੋਂ ਕਹਿਤਾ ਵਾਹ, ਉਦੋਂ ਵੀ ਕੋਈ ਸ਼ਬਦ ਨਹੀਂ ਹੈਗਾ, ਭਾਵ ਇਹ ਤੋਂ ਅੱਗੇ ਕੋਈ ਗੱਲ ਹੈ ਹੀ ਨਹੀਂ। ਇਵੇਂ ਵਾਹੇ ਨਾਮ ਹੈ ਜੋ ਪਰਮੇਸ਼ਰ ਅਚਰਜ ਰੂਪ ਹੈ, ਅਚਰਜ ਰੂਪ ਪਹਿਚਾਨੋ ਉਹਦਾ ਨਾਮ ਵਾਹੇ ਦਾ। ਜਿਹ ਕੀ ਸਤਿਆ ਜਗ ਪ੍ਰਗਟਾਨਾ। ਜਿਸ ਪਰਮੇਸ਼ਰ ਅਚਰਜ ਰੂਪ ਦੀ ਜਿਹੜੀ ਸੱਤਿਆ ਚੇਤਨ ਸੱਤਿਆ ਜਗ ਵਿੱਚ ਪ੍ਰਗਟ ਹੋ ਰਹੀ ਹੈ। ਜਿਹ ਸਤਿਆ ਕਰ ਲਖਿਅਤ ਭਵ ਹੈ। ਜਿਸ ਅਚਰਜ ਰੂਪ ਦੀ ਸੱਤਿਆ ਕਰਕੇ ਇਹ ਸੰਸਾਰ ਜਾਣਿਆ ਜਾਂਦਾ ਹੈ, ਤੁਰ ਫਿਰ ਰਿਹਾ ਹੈ। ਸੋ ਨਹ ਲਖੀ ਜਾਏ ਅਨਭਵ ਹੈ। ਉਹ ਵਾਹਿਗੁਰੂ ਤੋਂ ਅਚਰਜ ਨਾਮ ਹੈ, ਅਚਰਜ ਰੂਪ ਦੀ ਜਿਹੜੀ ਸੱਤਿਆ ਹੈ, ਕਹਿੰਦੇ ਭਾਈ ਸੋ ਨਹ ਲਖੀ ਜਾਏ, ਉਹਦੀ ਸੱਤਿਆ ਜਾਣੀ ਨਹੀਂ ਜਾਂਦੀ। ਜਾਏ ਅਨੁਭਵ ਹੈ, ਅਨੁਭਵ ਦੇ ਰਾਹੀਂ ਜਾਣੀ ਜਾਂਦੀ ਹੈ। ਅਨੁਭਵ ਦੇ ਗਿਆਨ ਦੁਆਰਾ ਮਹਿਸੂਸ ਕੀਤੀ ਜਾਂਦੀ ਹੈ, ਆਪਣੇ ਅੰਦਰ ਉਹਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਅਨੁਭਵ ਹੈ, ਉਹ
ਸੁੱਤੇ ਸਿੱਧੀ ਆਪਣੇ ਆਪ ਤੋਂ ਹੀ ਅਨੁਭਵ ਰੂਪ ਹੋ ਕੇ ਪ੍ਰਕਾਸ਼ ਰੂਪ ਆਪਣੇ ਆਪ ਤੋਂ ਹੀ ਹੈ ਪਰਮੇਸ਼ਰ ਦੀ ਸੱਤਿਆ ਸੱਤਾ। ਦੋਹਰਾ ਜਾਂ ਤੇ ਸੋ ਅਚਰਜ ਭਇਓ। ਇਸ ਵਾਸਤੇ ਵਾਹਿ ਦਾ ਅਰਥ ਜਿਹੜਾ ਅਚਰਜ ਹੋਇਆ। ਗੁਰੂ ਅਰਥ ਸੁਨ ਕਾਨ। ਹੁਣ ਜੋ ਗੁਰੂ ਸ਼ਬਦ ਹੈ ਵਾਹਿ ਦਾ ਅਰਥ ਹੋ ਗਿਆ ਤੇ ਗੁਰੂ ਦਾ ਰਹਿ ਗਿਆ। ਜੋ ਗੁਰੂ ਸ਼ਬਦ ਦਾ ਅਰਥ ਮਹਿਨਾ ਉਹ ਵੀ ਕੰਨਾਂ ਵਿੱਚ ਧਿਆਨ ਨਾਲ ਸੁਣ ਭਾਈ ਸੀਹਾਂ ਤੇ ਭਾਈ ਗੱਜਣ। ਅੰਧਕਾਰ ਗੋ ਨਾਮ ਹੈ। ਗੋ ਨਾਮ ਹਨੇਰੇ ਦਾ ਹੈ। ਰੂਪ ਪ੍ਰਕਾਸ਼ ਪਹਿਚਾਨ। ਤੇ ਪ੍ਰਕਾਸ਼ ਨਾਮ ਰੂਹ ਦਾ ਹੈ। ਰੂਹ ਨਾਮ ਪ੍ਰਕਾਸ਼ ਦਾ ਹੈ। ਜੋ ਗੁਰੂ ਦਾ ਅਰਥ ਹੈ ਗੁਰੂ ਗੋ ਕਹਿੰਦਾ ਹੈ ਹਨੇਰੇ ਨੂੰ ਤੇ ਰੂਹ ਕਹਿੰਦਾ ਪ੍ਰਕਾਸ਼ ਨੂੰ। ਜੋ ਅਗਿਆਨ ਦੇ ਹਨੇਰੇ ਨੂੰ ਨਾਸ਼ ਕਰਕੇ ਰੂਹ ਕਹੀਏ ਗਿਆਨ ਦਾ ਪ੍ਰਕਾਸ਼ ਕਰ ਦੇਵੇ ਉਹਨੂੰ ਕਹਿੰਦਾ ਹੈ ਭਾਈ ਗੁਰੂ। ਚੋਪਈ ਅੰਧਕਾਰ ਵਸ ਦੇਹ ਅਨਿਤਾ। ਤੇ ਇਹ ਜਿਹੜੀ ਦੇਹ ਹੈ ਇਹ ਅੰਧਕਾਰ ਹਨੇਰੇ ਵਾਂਗ ਦੇਹ ਅਨਿਤ ਹੈ, ਨਾਸਵਾਨ ਹੈ, ਖਤਮ ਹੋ ਜਾਣ ਵਾਲੀ ਹੈ। ਦੇਹ ਪ੍ਰਕਾਸ਼ ਦੀਨਾ ਸੋ ਚਿੱਤਾ। ਤੇ ਉਸ ਜਿਹੜੀ ਅੰਧਕਾਰ ਹਨੇਰੇ ਵਰਗੀ ਹਨੇਰੇ ਵੱਤ ਇਹ ਦੇਹ ਅਨਿਤ ਹੈ, ਨਾਸਵਾਨ। ਤੇ ਉਸ ਦੇਹ ਅਨਿਤ ਨੂੰ ਪ੍ਰਕਾਸ਼ ਦਿੱਤਾ ਹੈ ਵਾਹਿਗੁਰੂ ਦੀ ਚੇਤਨਤਾ ਨੇ। ਚੇਤਨ ਨੇ ਦਿੱਤਾ ਹੈ ਪ੍ਰਕਾਸ਼। ਇਹ ਥੋੜ੍ਹਾ ਸਮਝਣ 'ਚ ਔਖਾ ਹੋ ਜਾਂਦਾ। ਡੂੰਘਾਈ ਦਾ ਅਰਥ ਹੈ ਵੀ ਚੇਤਨ ਨੇ ਪ੍ਰਕਾਸ਼ ਦਿੱਤਾ। ਦੇਹ ਹੈਗੀ ਅਨਿਤ ਜੜ। ਜਦੋਂ ਚੇਤਨ ਸੱਤਾ ਬਾਹਰ ਨਿਕਲ ਜਾਏ ਉਦੋਂ ਹੀ ਇਹ ਜੜ ਹੋ ਜਾਂਦੀ ਹੈ। ਫਿਰ ਤੇ ਅੱਖਾਂ ਪੱਥਰ, ਕੰਨ ਵੀ ਐਵੇਂ ਖੋਲਾ ਹੀ, ਦੰਦ ਦੁੰਦ ਵੀ ਉੱਥੇ, ਹੱਥ ਵੀ ਪੈਰ ਵੀ ਆਕੜ ਜਾਂਦੇ। ਜਦੋਂ ਬੰਦਾ ਮਰਿਆ ਹੁੰਦਾ ਉਦੋਂ ਚੇਤਨ ਸੱਤਾ ਬਾਹਰ ਨਿਕਲ ਜਾਂਦੀ ਪਰਮੇਸ਼ਰ ਦੀ। ਜਦੋਂ ਸੱਤਾ ਮਿਲੀ ਹੁੰਦੀ ਉਦੋਂ ਅੱਖਾਂ ਖੁੱਲ੍ਹਦੀਆਂ, ਕੰਨ ਸੁਣਦੇ ਆ, ਹੱਥਾਂ ਦੇ ਜੋੜ ਹਿਲਦੇ ਆ, ਪੈਰ ਚੱਲਦੇ ਆ, ਸਿਰ ਇੱਧਰ ਉੱਧਰ ਘੁੰਮਦਾ ਹੈ, ਇਵੇਂ ਕਿਰਿਆ ਹੁੰਦੀ, ਮੂੰਹ ਹਿਲਦਾ ਹੈ, ਜ਼ਬਾਨ ਹਿਲਦੀ ਹੈ। ਇਹ ਸਾਰੀ ਜਿਹੜਾ ਪ੍ਰਕਾਸ਼ ਪਰਮੇਸ਼ਰ ਨੇ ਚੇਤਨ ਦਿੱਤਾ ਨਾ ਉਹ ਚੇਤਨ ਕਰਕੇ ਸਭ ਕੁਝ ਹੋ ਰਿਹਾ। ਤੇ ਇਹ ਪ੍ਰਕਾਸ਼ ਦੀਨੋ ਸੋ ਚਿੱਤਾ। ਇਹ ਜਿਹੜੀ ਦੇਹ ਅਨਿਤ ਹੈ, ਹਨੇਰੇ ਵਰਗੀ ਹੈ, ਇਸ ਨੂੰ ਪ੍ਰਕਾਸ਼ ਦਿੱਤਾ ਹੈ ਚੇਤਨ ਨੇ, ਪਰਮੇਸ਼ਰ ਦੀ ਸੱਤਾ ਨੇ। ਤਾਂ ਕੋ ਵਾਹਿਗੁਰੂ ਇਮ ਨਾਮੰ। ਇਵੇਂ ਇਹ ਜਿਹੜਾ ਵਾਹਿਗੁਰੂ ਨਾਮ ਹੈ ਜਪ ਹੋਇ ਚਤਰ ਪਦਾਰਥ ਧਾਮੰ। ਇਹ ਭਾਈ ਸਿੰਘਾਂ ਗੱਜਣ ਜਿਹੜੇ ਜਪਦੇ ਆ ਉਹਨਾਂ ਦੇ ਘਰ ਵਿੱਚ ਹੀ ਜਪਦੇ ਚਾਰ ਪਦਾਰਥ ਹੀ ਹੋ ਜਾਂਦੇ, ਮਿਲ ਜਾਂਦੇ ਉਹਨਾਂ ਨੂੰ। ਧਰਮ, ਅਰਥ, ਕਾਮ, ਮੋਖ, ਜਿਨ੍ਹਾਂ ਪਿੱਛੇ ਦੁਨੀਆ ਮਰਦੀ ਲੜਦੀ ਝਗੜਦੀ ਫਿਰਦੀ ਹੈ। ਬੂਝਹਿ ਪੁਨ ਜੇ ਵਾਹਿਗੁਰੂ ਗਾਵਹਿ। ਫਿਰ ਇਹ ਪੁੱਛਣ ਲੱਗੇ ਦੋਵੇਂ ਮਹਾਰਾਜ ਜਿਹੜੇ ਵਾਹਿਗੁਰੂ ਨਾਮ ਨੂੰ ਗਾਉਂਦੇ ਐ ਕਿਸ ਬਿਦ ਚਾਰ ਪਦਾਰਥ ਪਾਵਹਿ। ਕਿਸ ਤਰ੍ਹਾਂ ਮਹਾਰਾਜ ਚਾਰ ਪਦਾਰਥ ਆਪਣੇ ਘਰੇ ਵਿੱਚ ਹੀ ਪਾ ਲੈਂਦੇ ਵੀ ਐਵੇਂ ਕਿਵੇਂ ਹੋ ਜੂ ਵੀ ਵਾਹਿਗੁਰੂ ਜਪਿਆ ਚਾਰੇ ਪਦਾਰਥ ਉਹਨਾਂ ਦੇ ਘਰੇ ਹੀ ਆ ਜਾਣ, ਕਿਵੇਂ ਪਾਉਂਦੇ ਉਹ? ਗੁਰੂ ਭਨਿਓ ਸਤ ਸੰਗਤ ਜਾਤੇ। ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਸਿੰਘਾਂ ਗੱਜਣ ਜਦੋਂ ਇਹ ਮਨੁੱਖ ਗੁਰੂ ਕੀ ਸਤ ਸੰਗਤ ਵਿੱਚ ਜਾਂਦਾ ਹੈ, ਜਾਂਦਿਆਂ ਡਗ ਡਗ ਅਸਵ ਮਖ ਹੋਇ ਫਲ ਤਾਂ ਤੇ। ਜਿਉਂ ਇਹ ਗੁਰੂ ਕੀ ਸੰਗਤ ਵਿੱਚ ਜਾਂਦਾ ਹੈ, ਡਗ ਡਗ ਕਹੀਏ ਕਦਮ ਕਦਮੇ ਨੂੰ ਅਸਮੇਧ ਜਗ ਦਾ ਫਲ ਹੁੰਦਾ ਹੈ। ਇਹ ਤੇ ਸਾਧ ਸੰਗਤ ਜੀ ਬੜਾ ਹੀ ਵੱਡਾ ਫਲ ਮਹਾਰਾਜ ਨੇ ਦੱਸ ਦਿੱਤਾ ਹੈ। ਵੱਡੇ ਵੱਡੇ ਰਾਜੇ ਯੁੱਗਾਂ ਵਿੱਚ ਅਸਮੇਧ ਜਗ ਦਾ ਫੜ ਲੈਂਦੇ ਸੀ। ਜੇ 100 ਅਸਮੇਧ ਜਗ ਕਰ ਦਈਏ ਤੇ ਇੰਦਰ ਦੀ ਪਦਵੀ ਮਿਲ ਜਾਂਦੀ ਹੈ। ਸਵਰਗ ਦਾ ਦੇਵਤਾ ਇੰਦਰ ਦੇਵਤਾ ਬਣ ਜਾਈਦਾ, ਉੱਥੇ ਆਸਣ ਤੇ ਬਹਿ ਜਾਈਦਾ ਜਾ ਕੇ। ਤੇ ਤੁਸੀਂ ਸਮਝ ਲਓ ਵੀ ਗੁਰੂ ਕਾ ਸਿੱਖ ਉਹ ਗੁਰਮੁਖ ਕਿੰਨਾ ਧੰਨ ਪੁਰਸ਼ ਹੈ ਜਿਹੜਾ ਸਤ ਸੰਗਤ ਵਿੱਚ ਤੁਰ ਕੇ ਪੈਰਾਂ ਨਾਲ ਘਰੋਂ ਆਉਂਦਾ ਹੈ ਤੇ ਇੱਕ ਇੱਕ ਕਦਮ ਤੇ ਉਹਨੂੰ ਅਸਮੇਧ ਜਗ ਦਾ ਫਲ ਪ੍ਰਾਪਤ ਹੁੰਦਾ ਹੈ। ਕਿੱਥੇ ਸਾਡੇ ਕੋਲ ਇੰਨਾ ਪੈਸਾ, ਕਿੱਥੇ ਅਸੀਂ ਘੋੜੇ ਮਾਰ ਕੇ ਮਹਿੰਦੇ ਕੱਢ ਕੇ ਤੇ ਉਹ ਸਮੱਗਰੀ ਵਿੱਚ ਪਾਵਾਂਗੇ, ਬ੍ਰਾਹਮਣਾਂ ਨੂੰ ਸੱਦਾਂਗੇ, ਗਲ ਵਿੱਚ ਅੰਤੜੀਆਂ ਪਾਵਾਂਗੇ, ਫਿਰ ਘੋੜੇ ਦਾ ਮਾਸ ਕਦੀ ਕਿਸੇ ਦੇ ਹਿੱਸੇ ਇੰਨਾ, ਕਿਸੇ ਦੇ ਹਿੱਸੇ ਇੰਨਾ, ਇਵੇਂ ਹੁੰਦਾ। ਵੇਦਾਂ ਵਿੱਚ ਲਿਖਿਆ ਸਾਰੀ ਕਿਰਿਆ, ਇਹਦਾ ਫਲ ਬੜਾ ਮਹੱਤਵ ਦੱਸਿਆ
ਵੱਡੇ ਵੱਡੇ ਰਾਜੇ ਲੋਕ 100 ਜੱਗ ਕਰਦੇ ਰਹੇ, ਅਸਵਮੇਧ ਜੱਗ। ਫਿਰ ਉਸ ਇੰਦਰ ਦੇਵਤੇ ਦੀ ਪਦਵੀ 'ਤੇ ਬਹਿੰਦੇ ਰਹੇ, ਜਿਵੇਂ ਬਲ ਰਾਜਾ ਵੀ ਬੈਠ ਚੱਲਿਆ ਸੀ ਅਤੇ ਇੰਦਰ ਦੇਵਤੇ ਨੂੰ ਭਾਜੜ ਪੈ ਜਾਂਦੀ, ਕੋਈ ਪੂਰਾ ਕਰ ਨਾ ਲਵੇ। ਇਵੇਂ ਸਾਧ ਸੰਗਤ ਜੀ, ਗੁਰੂ ਕੇ ਸਿੱਖ ਦੇਵ ਵੀ ਦੇਵਤਿਆਂ ਨੂੰ ਵੀ ਵੱਡੇ ਹੈ। ਇਸੇ ਤਰ੍ਹਾਂ ਹੋਰ ਵੀ ਧਰਮਾਂ ਦੇ ਜਿਹੜੇ ਕੋਈ ਸਤ ਸੰਗਤ ਕਰਦੇ, ਜਿੱਥੇ ਪਰਮੇਸ਼ਰ ਦੀ ਕਥਾ ਵਾਰਤਾ ਹੁੰਦੀ ਹੈ। ਮਹਾਰਾਜ ਕਹਿੰਦੇ ਜਦੋਂ ਸਤ ਸੰਗਤ ਵਿੱਚ ਇਹ ਮਨੁੱਖ ਜਾਂਦਾ ਹੈ ਅਤੇ ਜਾਂਦਿਆਂ ਜਿਹੜੇ ਕਦਮ ਕਦਮ ਚੱਲ ਕੇ ਜਾਂਦਾ ਹੈ ਗੁਰੂ ਕੀ ਸੰਗਤ ਵਿੱਚ, ਉਦੋਂ ਇਸ ਪੁਰਸ਼ ਨੂੰ ਅਸਵਮੇਧ ਜਗ ਦਾ ਫਲ ਪ੍ਰਾਪਤ ਹੁੰਦਾ ਹੈ। ਦੋਹਰਾ ਜਿਹ ਧਨ ਕਾਰਨ ਜਤਨ ਜੋ, ਜਿਸ ਧਨ ਦੇ ਵਾਸਤੇ ਜਿਹੜੇ ਯਤਨ ਹਨ, ਹੀਲੇ ਉਪਾਅ ਹਨ, ਕਰ ਹੈ ਲੋਕ ਪਾਰ। ਜਿਹ ਧਨ ਕਾਰਨ ਯਤਨ ਜੋ, ਵੀ ਜੋ ਲੋਕ ਬੇਨਤੀ ਯਤਨ ਕਰਦੇ ਜਿਸ ਪੈਸੇ ਨੂੰ ਪਾਉਣ ਵਾਸਤੇ, ਕਿੰਨੀਆਂ ਠੱਗੀਆਂ, ਕਿੰਨੀਆਂ ਮਾਰ ਘਾਟਾਂ, ਕਿੰਨਿਆਂ ਦੀ ਜ਼ਮੀਨਾਂ ਹੜੱਪਦੇ ਐ। ਕਰ ਹੈ ਲੋਕ ਪਾਰ, ਲੋਕ ਬੇਨਤੀ ਜੋ ਯਤਨ ਕਰਦੇ ਜਿਸ ਪੈਸੇ ਵਾਸਤੇ, ਸੋ ਧਨ ਹਰ ਕੇ ਭਗਤ ਕੋ। ਭਾਈ ਸਿੰਘਾਂ, ਭਾਈ ਗੱਜਣ, ਉਹ ਧਨ ਜਿਹੜੇ ਰੱਬ ਦੇ ਪਿਆਰੇ ਭਗਤ ਹੈ ਉਹਨਾਂ ਨੂੰ। ਮਾਨਵ ਦੇਹ ਹਜ਼ਾਰਾਂ ਮਨੁੱਖ ਉਹਨਾਂ ਰੱਬ ਦੇ ਪਿਆਰਿਆਂ ਨੂੰ ਆਣ ਕੇ ਪੈਸੇ ਹਜ਼ਾਰਾਂ ਹੀ ਦੇ ਜਾਂਦੇ, ਬੈਠੇ ਬਿਠਾਇਆ ਹੀ। ਚੌਪਈ ਬੰਧਨ ਕਰਹਾ ਦੇਹ ਤਨ ਆਈ। ਨਾਲੇ ਤੋਂ ਲੋਕ ਆਉਂਦੇ ਐ, ਇਹ ਮੱਥੇ ਟੇਕਣਾ ਕਰਦੇ ਐ, ਨਾਲੇ ਪੈਸੇ ਦਿੰਦੇ ਆਣ ਕੇ ਉਹਨਾਂ ਨੂੰ। ਜਨ ਤੇ ਜਾਚਹਿ ਆਪਨ ਭਲਾਈ। ਕਿਉਂ ਦਿੰਦੇ ਆ? ਕਿਉਂਕਿ ਉਹ ਜਾਣਦੇ ਵੀ ਰੱਬ ਦਾ ਨਾਮ ਜਪਦਾ, ਸਿਮਰਨ ਕਰਦਾ, ਉਹ ਰੱਬ ਦੇ ਜਨਾਂ ਦਾਸਾਂ ਤੋਂ ਆਪਣੀ ਭਲਾਈ ਮੰਗਦੇ ਆ। ਉਹ ਆਪਣਾ ਭਲਾ ਚਾਹੁੰਦੇ ਆ ਵੀ ਇਹਨਾਂ ਨੂੰ ਦੇਵਾਂਗੇ ਤੇ ਸਾਡਾ ਭਲਾ ਹੋਵੇਗਾ। ਹਿਰਦੇ ਕਾਮਨਾ ਭਗਤ ਨ ਜੋਈ। ਬਾਕੀ ਵੀ ਸਿੰਘਾਂ ਗੱਜਣ ਜਿਹੜੇ ਭਗਤਾਂ ਨਾਮ ਜਪਣ ਵਾਲਿਆਂ ਦੇ ਕੋਈ ਹਿਰਦੇ ਵਿੱਚ ਕਾਮਨਾ ਇੱਛਾ ਹੁੰਦੀ ਹੈ, ਸ੍ਰੀ ਕਰਤਾਰ ਪੂਰ ਹੈ ਸੋਈ। ਉਹ ਪਰਮਾਤਮਾ ਆਪ ਹੀ ਪੂਰੀਆਂ ਕਰੀ ਜਾਂਦਾ ਉਹਨਾਂ ਦੀਆਂ ਇੱਛਾ। ਅਰਥ ਵਾਹਿਗੁਰੂ ਸਮਝਣ ਕਰਕੇ। ਜਿਵੇਂ ਸਤਿਗੁਰੂ ਜੀ ਤੋਂ ਇਹ ਵਾਹਿਗੁਰੂ ਸ਼ਬਦ ਦੇ ਅਰਥ ਸਮਝ ਕਰਕੇ ਹੋਏ ਹੈ ਗਿਆਨ ਜਾਏ ਤਮ ਟਰਕਾ। ਵੀ ਵਾਹਿਗੁਰੂ ਦੇ ਅਰਥ ਸਮਝਣ ਕਰਕੇ ਤੇ ਹੋਏ ਹੈ ਗਿਆਨ। ਭਾਈ ਸਿੰਘਾਂ ਗੱਜਣ ਗਿਆਨ ਹੋ ਜਾਂਦਾ ਹੈ ਤੇ ਜਿਹੜਾ ਹੈ ਨਾ ਅਗਿਆਨ ਰੂਪੀ ਹਨੇਰਾ ਉਹ ਤੁਹਾਡਾ ਵੀ ਨਾਸ ਹੋ ਜਾਏਗਾ। ਚਤੁਰ ਪਦਾਰਥ ਨਾਮ ਅਧੀਨਾ। ਚਾਰ ਪਦਾਰਥ ਧਰਮ, ਇਹ ਥੋੜਾ ਵਿਸਥਾਰ ਨਾਲ ਕਿਉਂਕਿ ਉਹਦਾ ਸਮਝਣਾ ਔਖਾ ਹੋ ਜਾਂਦਾ। ਵੀ ਆਪਣੇ ਧਰਮ ਸਵੈ 'ਚ ਪੱਕੇ ਰਹੋਗੇ, ਫਿਰ ਅਰਥ ਜਿਹੜਾ ਪੈਸਾ ਉਹਦੀ ਕਮੀ ਨਹੀਂ ਰਹਿ ਜਾਏਗੀ, ਕਾਮਨਾ ਜਿਹੜੀ ਇੱਛਾ ਕਰੋਗੇ ਉਹ ਪੂਰੀ ਹੋ ਜਾਊਗੀ ਅਤੇ ਮੋਹ ਗਈ ਮੁਕਤੀ ਹੋ ਜਾਏਗੀ ਅੰਤ ਨੂੰ। ਚਾਰ ਪਦਾਰਥ ਨਾਮ ਦੇ ਅਧੀਨ ਹੈ ਭਾਈ। ਸਿਮਰਨ ਕਰਹੁ ਹੋਏ ਦੁਖ ਸ਼ੀਨਾ। ਇਸ ਕਰਕੇ ਤੁਸੀਂ ਉਸ ਵਾਹਿਗੁਰੂ ਨਾਮ ਦਾ ਸਿਮਰਨ ਕਰੋ, ਜਿਹੜੇ ਤੁਹਾਡੇ ਲੋਕ ਪਰਲੋਕ ਦੇ ਦੁੱਖ ਸਾਰੇ ਨਾਸ ਹੋ ਜਾਣਗੇ। ਦੋਹਰਾ ਸ੍ਰੀ ਗੁਰ ਕੋ ਉਪਦੇਸ਼ ਸੁਨਾ। ਗੁਰੂ ਨਾਨਕ ਸਾਹਿਬ ਜੀ ਦਾ ਐਸਾ ਮਹਾਨ ਉਪਦੇਸ਼ ਸੁਣ ਕੇ ਕਰਨ ਲੱਗੇ ਸੋ ਕਾਰ। ਇਹ ਉਹੀਓ ਕੰਮ ਕਰਨ ਲੱਗੇ ਜਿਵੇਂ ਗੁਰੂ ਜੀ ਨੇ ਕਿਹਾ ਹੈ। ਪਿਛਲੀ ਨਿਸ ਇਸਨਾਨ ਕਰ। ਪਿਛਲੀ ਰਾਤ ਪਹਿਰ ਰਾਤ ਰਹਿੰਦਿਆਂ ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਕੇ ਪੜ੍ਹਾ ਸ਼ਬਦ ਹਿਤ ਧਾਰ। ਗੁਰੂ ਦੇ ਜਿਹੜੇ ਸ਼ਬਦ ਹੈ, ਮੰਤਰ ਹੈ, ਨਾਮ ਹੈ, ਬੜਾ ਪ੍ਰੇਮ ਧਾਰ ਕੇ ਬਾਣੀ ਪੜ੍ਹਦੇ ਹੈ। ਚੌਪਈ ਦਿਨ ਸਗਰੋ ਨਿਜ ਕ੍ਰਿਤ ਕਮਾਵਹ। ਸਾਰਾ ਦਿਨ ਆਪਣੀ ਜਿਹੜੀ ਕਿਰਤ ਕਮਾਈ ਕਮਾਉਂਦੇ ਹੈ। ਅਭਿਆਗਤ ਸੋ ਵੰਡਹਿ ਖਾਵਾ। ਉਹ ਕਮਾਈ ਕਿਸ ਕੰਮ ਨੂੰ ਕਮਾਉਂਦੇ ਕਿ ਆਪਣੇ ਘਰ ਭਾਰ ਨੂੰ ਨਹੀਂ ਭਾਈ। ਅਭਿਆਗਤ ਅਤਿਥੀ ਜਿਹੜੇ ਲੋੜਵੰਦ ਸਾਧੂ ਸੰਤ ਆਉਂਦੇ ਹੈ, ਉਹਨਾਂ ਸਾਧੂ ਸੰਤਾਂ ਨੂੰ ਖਵਾਉਂਦੇ ਭੋਜਨ ਪ੍ਰਸ਼ਾਦਾ ਬਣਾ ਕੇ, ਫਿਰ ਆਪ ਛਕਦੇ ਹੈ। ਅੰਤਰ ਸਵਾਸ ਜੇ ਵਾਹੇ ਮਿਲਾਵਾ। ਫਿਰ ਜਦੋਂ ਕੰਮ ਕਰਦੇ ਅੰਦਰ ਸਵਾਸ ਖਿੱਚਦੇ ਹੈ, ਉਦੋਂ ਵਾਹੇ
ਇਹ ਕਹਿ ਕੇ ਮਿਲਾ ਲੈਂਦੇ, ਵਾਹੇ ਕਹਿ ਲੈਂਦੇ ਐ। ਨਿਗਸ ਹੈ ਬਹਿਰ ਤਾ ਗੁਰੂ ਅਲਾਵਾ। ਜਦੋਂ ਸਵਾਸ ਬਾਹਰ ਨਿਕਲਦਾ ਉਦੋਂ ਗੁਰੂ ਕਹਿ ਦਿੰਦੇ, ਕਿ ਭਾਵ ਕਿ ਜਦੋਂ ਸਵਾਸ ਅੰਦਰ ਖਿੱਚਦੇ ਕਹਿੰਦੇ ਵਾਹ, ਤੇ ਬਾਹਰ ਕੱਢਦੇ ਗੁਰੂ, ਵਾਹਿਗੁਰੂ ਵਾਹਿਗੁਰੂ, ਐਵੇਂ ਉਹ ਕਰ ਲੈਂਦੇ ਐ। ਇਸ ਬਿਧ ਆਪਣਾ ਸਮਾਂ ਬਿਤਾਵਹਿ। ਇਸੇ ਤਾਂ ਹੀ ਆਪਣਾ ਸਮਾਂ ਬਿਤਾਉਂਦੇ ਐ। ਸ਼ੁਭ ਤਿਥ ਪੰਚਾਮ੍ਰਿਤ ਕਰਵਾਵਹਿ। ਜਦੋਂ ਕੋਈ ਚੰਗਾ ਦਿਨ ਦਿਹਾੜਾ ਆਉਂਦਾ, ਭਾਵ ਵਿਸਾਖੀ, ਸੰਗਰਾਂਦ, ਦੀਵਾਲੀ, ਮੱਸਿਆ, ਤੇ ਉਸ ਦਿਨ ਕੜਾਹ ਪ੍ਰਸ਼ਾਦ ਹੀ ਦੇ ਕਰਵਾਉਂਦੇ ਐ। ਕੇਤਿਓ ਸਮਾਂ ਬਤੀਤਿਓ ਤਿਨ ਕੋ। ਉਦੋਂ ਕਰ ਸਭ ਨੂੰ ਫਿਰ ਛਕਾਉਂਦੇ ਐ। ਤਿੰਨਾਂ ਇਹਨਾਂ ਭਾਈ ਸਿੰਘਾਂ ਉੱਪਲ ਦਾ ਤੇ ਗੱਜਣ ਉੱਪਲ ਦਾ ਜੇ ਕਿੰਨਾ ਹੀ ਸਮਾਂ ਐਵੇਂ ਬਤੀਤ ਹੋਇਆ ਹੈ। ਭਲੇ ਕਰਮ ਕੀ ਰੁਚ ਜਿਨ ਮਨ ਕੋ। ਜਿਨ੍ਹਾਂ ਦੇ ਮਨ ਵਿੱਚ ਹਮੇਸ਼ਾ ਭਲੇ ਕਰਮ ਕਰਨ ਦੀ ਬੜੀ ਰੁਚੀ ਹੈ। ਦੋਹਰਾ ਇੱਥੇ ਸਮਾਪਤੀ ਕਰੀ। ਜਿਨ੍ਹਾਂ ਦੇ ਮਨ ਵਿੱਚ ਚੰਗੇ ਕੰਮ ਕਰਨ ਦੀ ਬੜੀ ਰੁਚੀ ਹੈ, ਦੋਵਾਂ ਭਰਾਵਾਂ ਦੇ ਮਨ ਵਿੱਚ, ਤੇ ਇਹ ਕਿੰਨਾ ਸਮਾਂ ਇਹਨਾਂ ਦੇ ਐਵੇਂ ਬਤੀਤ ਹੋਇਆ, ਐਵੇਂ ਗੁਰੂ ਦੇ ਕਹੇ ਅਨੁਸਾਰ ਕਰਾਈ ਜਾਂਦੇ ਹੈ। ਫਿਰ ਇਹਨਾਂ ਦਾ ਜਿਵੇਂ ਉਧਾਰ ਹੋਇਆ। ਥੋੜ੍ਹਾ ਜਿਹਾ ਪ੍ਰਸੰਗ ਜਿਹੜਾ ਰਹਿ ਗਿਆ, ਸਮਾਂ ਕਾਫੀ ਉੱਪਰ ਹੀ ਹੋ ਗਿਆ। ਇਵੇਂ ਸਾਧ ਸੰਗਤ ਜੀ ਨਾਮ ਦੀ ਮਹਾਤਮ ਸਤਿਗੁਰੂ ਜੀ ਨੇ ਸੁਣਾਇਆ ਹੈ। ਅਤੇ ਆ ਜਿਹੜੇ ਕਈ ਜਿਹੜੇ ਹੈਗੇ ਨਾ ਆਪਣੇ ਆਪ ਵਿੱਚ ਲੋਕ ਕਾਮੇ ਖਵਾਉਣ ਵਾਲੇ, ਉਹ ਕਹਿ ਦਿੰਦੇ ਵੀ ਆ ਵਾਹਿਗੁਰੂ ਵਾਹਿਗੁਰੂ ਕਿਆ ਕੋਈ ਬੁਰਕਿਆਂ ਥੋੜ੍ਹੀ ਤੁਹਾਡੇ ਮੂੰਹ 'ਚ ਪਾ ਦੂਗਾ। ਵਾਹਿਗੁਰੂ ਵਾਹਿਗੁਰੂ ਕਿਆ ਤੁਹਾਡੇ ਅੱਗੇ ਕਿਤੇ ਪ੍ਰਸ਼ਾਦੇ ਥੋੜ੍ਹੀ ਆ ਜਾਣੇ, ਤੁਹਾਡੇ ਬੁੱਧ 'ਚ ਪੈਸੇ ਥੋੜ੍ਹੀ ਆ ਜਾਣੇ ਆ, ਐਵੇਂ ਉਹ ਕਹਿੰਦੇ ਆ। ਪਰ ਗੁਰੂ ਸਾਹਿਬ ਜੀ ਨੇ ਤਾਂ ਇਤਿਹਾਸ 'ਚ ਹੀ ਖੁਲਾਸਾ ਕਰ ਦਿੱਤਾ, ਭਾਈ ਜਿਹੜੇ ਨਾਮ ਜਪਦੇ ਆ ਉਹਨਾਂ ਦੇ ਤਾਂ ਆਣ ਲੋਕ ਜੇਬਾਂ 'ਚ ਆਪ ਪੈਸੇ ਪਾਉਂਦੇ, ਨਾਲੇ ਮੱਥੇ ਟੇਕਦੇ, ਅਤੇ ਅੱਖੀਂ ਵੇਖੀ ਗੱਲ ਹੈ ਸਾਧ ਸੰਗਤ ਜੀ। ਕਿੰਨੇ ਮਹਾਤਮਾ ਜਨਾਂ ਦੇ ਐਵੇਂ ਸਰੀਰ ਵੇਖੇ ਹੈ। ਸੰਗਤ ਆਉਂਦੀ ਹੈ, ਮੱਥੇ ਟੇਕੀ ਜਾਂਦੀ, ਪੈਸੇ ਦੇਈ ਜਾਂਦੀ, ਜੇਬਾਂ ਭਰ ਦਿੰਦੀ ਹੈ ਸ਼ਾਮ ਤੱਕ। ਅਤੇ ਉਹ ਮਹਾਤਮਾ ਉਹਨਾਂ ਪੈਸਿਆਂ ਦੇ ਗੁਰੂ ਘਰ ਦੀਆਂ ਸੇਵਾਵਾਂ, ਗੁਰੂ ਘਰ ਦੇ ਸਿੱਖ ਸੇਵਕ ਜਿਹੜੇ ਰੱਖੇ ਹੋਏ ਉਹਨਾਂ ਨੂੰ ਤਨਖਾਹਾਂ ਦਿੰਦੇ ਆ। ਇਹ ਨਾਮ ਦੀ ਸਾਰੀ ਗੱਲ ਹੈ। ਨਹੀਂ ਤੇ ਦੂਜੇ ਬੰਦੇ ਦੇ ਜਾਂਦਿਆਂ ਕਿਹੜਾ ਬੁੱਚ ਪੈਸੇ ਪਾਉਂਦਾ, ਕੋਈ ਨਹੀਂ ਪਾਉਂਦਾ। ਜਿਹੜੇ ਕੋਈ ਨਾਮ ਜਪਦੇ ਉਹਨਾਂ ਦੇ ਮੁੱਖ ਵਿੱਚ ਵੀ ਜਿਹੜਾ ਹੈ ਲੋਕ ਪਦਾਰਥ ਪਾਉਂਦੇ ਆ, ਜੇਬਾਂ ਵਿੱਚ ਪੈਸੇ ਪਾਉਂਦੇ ਆ, ਨਾਲੇ ਮੱਥੇ ਟੇਕਦੇ ਆ, ਨਾਲੇ ਅਰਦਾਸਾਂ ਕਰਾਉਂਦੇ, ਆਪਣੇ ਭਲੇ ਮਨਾਉਂਦੇ ਆ। ਪਤਾ ਹੈ ਵੀ ਕੰਮ ਉਹਨਾਂ ਕੋਈ ਹੋਣਾ ਹੈ। ਭਾਵੇਂ ਕਿ ਅਸੀਂ ਵੀ ਮੱਥੇ ਟੇਕਦੇ ਹਾਂ, ਕਈ ਕੁਝ ਕਰਦੇ ਹਾਂ, ਪਰ ਸਾਧ ਸੰਗਤ ਜੀ ਪ੍ਰੇਮ ਗੁਰੂ ਦਾ ਉਹਨਾਂ ਨਾਲ ਹੁੰਦਾ ਜਿਹੜੇ ਹਮੇਸ਼ਾ ਗੁਰੂ ਦੇ ਕੋਲ ਰਹਿੰਦੇ ਆ। ਹੁਣ ਅਸੀਂ ਜਿਹਦੇ ਕੋਲ ਬਹੁਤਾ ਰਵਾਂਗੇ ਉਹਦੇ ਨਾਲ ਸਾਡੀ ਬਣੂਗੀ, ਕੋਈ ਵੀ ਉਹਦੇ ਕੋਲ ਕੰਮ ਆਪਣਾ ਕਢਵਾ ਸਕਦੇ ਹਾਂ। ਜਿਹੜੇ ਗੁਰੂ ਚਰਨਾਂ 'ਚ ਰਹਿੰਦੇ 24 ਘੰਟੇ, ਗੁਰੂ ਨੇ ਵੀ ਉਹਨਾਂ ਦੀ ਸੁਣਨੀ ਹੈ। ਉਹ ਗੁਰੂ ਨੂੰ ਬਹੁਤੇ ਪਿਆਰੇ ਹੈ। ਜਿਹੜੇ ਪਰਮੇਸ਼ਰ ਦੇ ਹਮੇਸ਼ਾ ਨੇੜੇ ਰਹਿੰਦੇ ਗੁਰੂ ਸੱਚੇ ਪਾਤਸ਼ਾਹ, ਉਹਨਾਂ ਦਾ ਕੀਤਾ ਹੋਇਆ ਤੇ ਹਰ ਇੱਕ ਕੰਮ ਮਹਾਰਾਜ ਕਰ ਦਿੰਦੇ ਆ। ਭੁੱਲੇ ਭਟਕਿਆਂ ਨੂੰ ਬਖਸ਼ ਦਿੰਦੇ ਉਹਨਾਂ ਦੇ ਕਹੇ 'ਤੇ। ਐਵੇਂ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਇਹ ਤਾਂ ਗੁਰਬਾਣੀ ਪ੍ਰਮਾਣ ਹੀ ਹੈਗਾ। ਫਿਰ ਅਸੀਂ ਪਤਾ ਨਹੀਂ ਕਿਹੜੀਆਂ ਆਪਣੇ ਆਪ 'ਚ ਸਮਝਦੇ ਫਿਰਦੇ ਹਾਂ। ਕਈ ਸੇਵਾ ਕਰਨਗੇ, ਉਹਨਾਂ ਨੂੰ ਚੁੱਕਣ ਵਾਲੇ ਆ ਜਾਣਗੇ, ਲੈ ਘਰ ਜਾ ਕੇ ਪੜ੍ਹ, ਇੱਥੇ ਉਹ ਤੇਰੇ ਪੇਪਰ ਗੁਰੂ ਨੇ ਥੋੜ੍ਹੀ ਕਰਨੇ ਆ। ਵੀ ਐਵੇਂ ਉਹ ਆਪ ਕੁੱਖ ਨਹੀਂ ਕਰਨਾ ਹੈ, ਅਤੇ ਉਹ ਜਿਹੜੇ ਕੋਈ ਕਰਦੇ ਕਰਾਉਂਦੇ ਉਹਨਾਂ ਨੂੰ ਵੀ ਢਾਉਣਾ ਹੈ। ਸਾਰਾ ਦਿਨ ਤਾਂ ਕੋਈ ਵਿਚਾਰਾ ਸੇਵਾ ਨਹੀਂ ਇਹੋ ਜਿਹੀ ਕਰਦਾ। ਸਾਰਾ ਦਿਨ ਤਾਂ ਕੋਈ ਇਹੋ ਜਿਹਾ ਨਾਮ ਜਪੂ ਹੈ ਨਹੀਂ ਨਾ ਅਭਿਆਸੀ। ਚਲੋ ਜਦੋਂ ਕੋਈ ਆਉਂਦਾ ਉਹਨੂੰ ਭਾਈ ਕਰਨ ਦੇਣੀ ਚਾਹੀਦੀ। ਕਾਹਨੂੰ ਕਿਸੇ ਦਾ ਮਨ ਖਰਾਬ ਕਰਨਾ, ਕਾਹਨੂੰ ਕਿਸੇ ਨੂੰ ਚੁੱਕਣਾ। ਇਹ ਸਾਖਤ ਪੁਣਾ ਹੈ ਵੀ ਗੁਰੂ ਘਰ ਮੱਥਾ ਵੀ ਟੇਕ ਲੈਣਾ, ਗੁਰੂ ਘਰ ਆ ਕੇ 2-4 ਮਿੰਟ ਬਹਿ ਵੀ ਜਾਣਾ, ਜਾਂਦਿਆਂ ਇਹੋ ਜਿਹੀ ਗੱਲ ਗੁੱਲ ਕਰ ਜਾਣੀ ਵੀ ਜਾ ਕੇ ਆਪਣਾ ਘਰ ਦਾ ਕੰਮ ਵੇਖਿਆ ਕਰੋ, ਗੁਰੂ ਨੇ ਤੁਹਾਨੂੰ ਇਹ ਥੋੜ੍ਹੀ ਆਖਿਆ। ਇਹੋ ਜਿਹੀਆਂ ਜਿਹੜੀਆਂ ਗੱਲਾਂ ਗੁੱਲਾਂ ਕਹਿ ਲੈਣੀਆਂ। ਉਹ ਜਿਹੜਾ ਕੋਈ ਮੱਥਾ ਟੇਕਿਆ, ਪ੍ਰਦਖਣਾ ਕੀਤੀ, 2 ਮਿੰਟ ਬੈਠੇ, ਉਹ ਵੀ ਗਵਾ ਕੇ ਬਹਿ ਜਾਈਦਾ। ਸਭ ਵੱਧ ਤੋਂ ਵੱਧ ਬੰਦਗੀ ਵੱਲ ਧਿਆਨ ਦੇਣਾ ਚਾਹੀਦਾ। ਬੰਦੇ ਕਰ ਤੂੰ ਬੰਦਗੀ, ਜਿਚਰ ਘਟ ਮਹਿ ਸਾਹੋ। ਨਾਮ ਦੀ ਕਮਾਈ ਕਰੀਏ ਤਾਂ ਸਾਡਾ ਲੋਕ ਸੁਖੀਏ, ਪਰ ਲੋਕ ਸੁਹੇਲੇ ਹੋ ਸਕਦਾ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਇਸ ਬਿਧ ਆਪਣਾ ਸਮਾਂ ਬਿਤਾਵਹਿ। ਸ਼ੁਭ ਤਿਥ ਪੰਚਾਮ੍ਰਿਤ ਕਰਵਾਵਹਿ। ਕੇਤਿਓ ਸਮਾਂ
ਬਤੀਤਿ ਤਿਨ ਕੋ ਭਲੇ ਕਰਮ ਕੀ ਰੁਚ ਜਿਨ ਮਨ ਕੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।